ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਹੋਣ ਜਾ ਰਹੀ ਇਸ ਗੱਲਬਾਤ ਵਿੱਚ ਦੇਸ਼ ਵਿਦੇਸ਼ ਤੋਂ ਜੁੜੇ ਦਰਸ਼ਕਾਂ ਦਾ ਅਸੀਂ ਸੰਵਾਦ ਵੱਲੋਂ ਸਵਾਗਤ ਕਰਦੇ ਹਾਂ। ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਜੰਗਾਂ ਯੁੱਧਾਂ ਦੀ ਵਿਸ਼ੇਸ਼ ਥਾਂ ਹੈ। ਇਹਨਾਂ ਜੰਗਾਂ ਨੂੰ ਯਾਦ ਕਰਦਿਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਨੇ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਭੈ ਨਹੀਂ ਮੰਨਿਆ, ਕਿਸੇ ਦੀ ਸਰਦਾਰੀ ਨਹੀਂ ਕਬੂਲੀ, ਸਰਬੱਤ ਦੇ ਭਲੇ ਲਈ ਡੇਗ ਵੀ ਚਲਾਈ ਤੇ ਤੇਗ ਵੀ ਵਾਹੀ। ਇਹ ਸਾਡੀ ਰਵਾਇਤ ਹੈ। ਨਾਲ ਇਹ ਵੀ ਸਾਡੀ ਰਵਾਇਤ ਹੈ ਕਿ ਅਸੀਂ ਦੇਗਾਂ ਚਲਾਉਣ ਵਾਲਿਆਂ ਨੂੰ ਤੇ ਤੇਗਾਂ ਚਲਾਉਣ ਵਾਲਿਆਂ ਨੂੰ ਯਾਦ ਕਰਦੇ ਹਾਂ ਉਹਨਾਂ ਦਿਹਾੜਿਆਂ ਤੇ ਆਪਣੀ ਦੋਵਾਂ ਵੇਲਿਆਂ ਦੀ ਅਰਦਾਸ ਦੇ ਵਿੱਚ ਵੀ। 36 ਵਰ੍ਹੇ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗੀ ਘੇਰਾਬੰਦੀ ਕੀਤੀ ਗਈ। ਤੋਪਾਂ ਟੈਂਕਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਗੁਰੂ ਪਿਆਰ 'ਚ ਭਿੱਜੀਆਂ ਸ਼ਖਸੀਅਤਾਂ ਨੇ ਆਪਣੀ ਰਵਾਇਤ ਮੁਤਾਬਕ ਅਕਾਲ ਪੁਰਖ ਦੇ ਓਟ ਆਸਰੇ ਨਾਲ ਜੂਨ 84 ਦੀ ਅੰਮ੍ਰਿਤਸਰ ਸਾਹਿਬ ਦੀ ਜੰਗ ਲੜੀ। ਇਹ ਜੰਗ ਕਿਉਂ ਲੜਨੀ ਪਈ, ਅਸੀਂ ਇਸ ਜੰਗ ਨੂੰ ਕਿੰਨਾ ਕੁ ਸਮਝ ਸਕੇ, ਕਿਉਂ ਇਸ ਜੰਗ ਨੂੰ ਦੂਸਰੀਆਂ ਜੰਗਾਂ ਵਾਂਗ ਯਾਦ ਨਹੀਂ ਕੀਤਾ ਜਾਂਦਾ, ਕੀ ਜੰਗ ਨੂੰ ਦੁਨਿਆਵੀ ਗਿਣਤੀਆਂ ਮਿਣਤੀਆਂ ਵਿੱਚ ਰੱਖ ਕੇ ਉਹਦੇ ਨਫੇ ਨੁਕਸਾਨ ਦੇ ਹਿਸਾਬ ਕਿਤਾਬ ਲਾਉਣੇ ਸਹੀ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਵਿਚਾਰ ਦੀ ਮੰਗ ਕਰਦੇ ਆ ਤੇ ਅੱਜ ਆਪਾਂ ਯਤਨ ਕਰਾਂਗੇ ਕਿ ਅਜਿਹੇ ਸਵਾਲਾਂ ਉੱਤੇ ਵਿਚਾਰ ਕਰ ਸਕੀਏ। ਸੋ ਮੇਰੇ ਨਾਲ ਗੁਰਨਿਸ਼ਾਨ ਸਿੰਘ ਹੋਣੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਸਾਡੀ ਇਸ ਗੱਲਬਾਤ ਵਿੱਚ ਸਾਡੇ ਨਾਲ ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਜੀ ਨੇ ਅਤੇ ਮੀਕੇ ਗੁਰਦਾਸਪੁਰ ਤੋਂ ਡਾਕਟਰ ਗੁਰਪ੍ਰੀਤ ਸਿੰਘ, ਜਿਨ੍ਹਾਂ ਦੀ ਤਕਰੀਬਨ ਸਾਰੀ ਪੜ੍ਹਾਈ ਧਰਮ ਅਧਿਐਨ ਦੀ ਰਹੀ ਤੇ ਇਤਿਹਾਸਕ ਸਰੋਤਾਂ ਦੀ ਵੀ ਕਾਫੀ ਚੰਗੀ ਜਾਣਕਾਰੀ ਰੱਖਦੇ ਨੇ। ਬੇਨਤੀ ਕਰੂੰਗਾ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੂੰ ਕਿ ਜੂਨ 84 ਨੂੰ ਆਪਾਂ ਵਿਪਰ ਤੇ ਜੂਨ 84 ਨੂੰ ਇਕੱਠੇ ਰੱਖ ਕੇ ਕਿਵੇਂ ਸਮਝਿਆ ਜਾ ਸਕਦਾ ਹੈ, ਜਾਂ ਜੋ ਵਾਪਰਿਆ ਉਹਨੇ ਸਾਡੀ ਮਾਨਸਿਕਤਾ ਦੇ ਉੱਤੇ ਕੀ ਅਸਰ ਛੱਡਿਆ ਤੇ ਹੁਣ ਆਪਣੀ ਰਵਾਇਤ ਨਾਲ ਆਪਾਂ ਆਪਣਾ ਜਿਹੜਾ ਸੰਬੰਧ ਹੈਗਾ ਹੁਣ ਦੇ ਹਾਲਾਤਾਂ ਦੇ ਵਿੱਚ ਉਹ ਕਿਵੇਂ ਜੋੜੀਏ, ਕਿਵੇਂ ਜੋੜਿਆ ਜਾ ਸਕਦਾ ਹੈ ਨਾ। ਇਹਦੇ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਇਕੱਲਾ ਇਤਿਹਾਸਕ ਵਰਤਾਰਾ ਨਹੀਂ, ਇਹ ਤਾਂ ਇੱਕ ਵਿਚਾਰਧਾਰਕ ਜੰਗ ਹੈ। ਇਸ ਲਈ ਜੂਨ 84 ਨੂੰ ਸਮਝਣ ਦੇ ਲਈ ਸਾਨੂੰ ਵਾਰ-ਵਾਰ ਸਿੱਖ ਇਤਿਹਾਸ ਦੇ ਅਤੀਤ ਦੇ ਵਿੱਚ ਜਿਹੜਾ ਵਾ ਉਹ ਜਾਣਾ ਪਏਗਾ। ਸਾਨੂੰ ਸਿੱਖ ਪੰਥ ਦੇ ਅਤੀਤ ਵੱਲ ਜ਼ਰੂਰ ਝਾਤ ਜਿਹੜੀ ਉਹ ਮਾਰਨੀ ਪਵੇਗੀ। ਸਾਡੀ ਪਰੰਪਰਾ ਦਾ ਸਾਨੂੰ ਆਪ ਅਧਿਐਨ ਜਿਹੜਾ ਵਾ ਉਹ ਕਰਨਾ ਪਵੇਗਾ। ਜੂਨ 84 ਨੂੰ ਸਮਝਣ ਦੇ ਲਈ ਸਾਨੂੰ ਸਮਝਣਾ ਪਏਗਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਉਹ ਪਾਤਸ਼ਾਹੀ ਦਾਅਵੇ ਨੂੰ ਸਾਨੂੰ ਸਮਝਣਾ ਪਵੇਗਾ, ਤਾਂ ਹੀ ਅਸੀਂ ਜੂਨ 84 ਨੂੰ ਜਿਹੜਾ ਵਾ ਉਹ ਸਮਝ ਸਕਦੇ ਹਾਂ। ਇਸ ਲਈ ਮੈਂ ਇਸ ਨੂੰ 3 ਪੜਾਵਾਂ ਦੇ ਵਿੱਚ ਜਿਹੜਾ ਵਾ ਉਹ ਦੇਖ ਰਿਹਾ ਵਾਂ। ਪਹਿਲਾ ਜਿਹੜਾ ਪੜਾਅ ਹੈ ਸਾਡਾ ਉਹ ਬ੍ਰਾਹਮਣਵਾਦ ਤੇ ਜੂਨ 84 ਜਿਹੜਾ ਹੈ। ਦੂਸਰਾ ਹੈ ਕਿ ਜੂਨ 84 ਵਾਪਰਨ ਤੋਂ ਬਾਅਦ ਜਿਹੜਾ ਵਾ ਕੀ ਹੋਇਆ, ਤੇ ਤੀਸਰਾ ਹੈ ਕਿ ਜਿਹੜਾ ਸਾਡਾ ਵਰਤਮਾਨ ਸੰਘਰਸ਼ ਹੈ ਜਾਂ ਮੌਜੂਦਾ ਸਮੇਂ ਦੇ ਵਿੱਚ ਸਿੱਖ ਪੰਥ ਹੈ ਉਸ ਦਾ ਰਿਸ਼ਤਾ ਅਤੀਤ ਦੇ ਨਾਲ ਜਿਹੜਾ ਉਹ ਕਿਵੇਂ ਜੋੜਿਆ ਜਾਵੇ। ਦੁਨਿਆਵੀ ਪੱਧਰ ਦੇ ਉੱਤੇ ਜੇ ਦੇਖੀਏ ਤਾਂ ਜੂਨ 84 ਵਾਪਰਨ ਦੇ ਕਈ ਕਾਰਨ ਜਿਹੜੇ ਆ ਉਹ ਲੱਭ ਜਾਂਦੇ ਨੇ, ਪਰ ਜੇ ਆਪਾਂ ਸੰਖੇਪ 'ਚ ਕਹਿਣਾ ਹੋਵੇ ਤਾਂ ਇਸ ਦੇ ਪਿੱਛੇ ਜਿਹੜਾ ਨੈਸ਼ਨਲਿਜ਼ਮ ਹੈ ਜਾਂ ਬ੍ਰਾਹਮਣਵਾਦ ਹੈ ਉਸ ਦਾ ਜਿਹੜਾ ਮੁੱਖ ਇੱਕ ਕਾਰਨ ਹੈ। ਬ੍ਰਾਹਮਣਵਾਦ ਹੀ ਜਿਹੜਾ ਹੈ ਇਹਦਾ ਹੀ ਸੋਧਿਆ ਹੋਇਆ ਅੱਗੇ ਰੂਪ ਹਿੰਦੂਵਾਦ ਤੇ ਅੱਗੇ ਮੁੜ ਕੇ ਜਿਹੜਾ ਵਾ ਹਿੰਦੂ ਰਾਸ਼ਟਰਵਾਦ ਜਿਹੜਾ ਵਾ ਉਹ ਮਿਲਦਾ ਹੈ। ਬ੍ਰਾਹਮਣ ਇੱਕ ਵਰਣ ਦੀ ਜਿਹੜਾ ਉਹ ਪਛਾਣ ਹੈ ਤੇ ਉਸ ਵਰਣ ਦੇ ਵੱਲੋਂ ਜਿਹੜੀ ਵਿਚਾਰਧਾਰਾ ਦਿੱਤੀ ਗਈ ਉਸ ਨੂੰ ਬ੍ਰਾਹਮਣਵਾਦ ਜਿਹੜਾ ਵਾ ਉਹ ਕਿਹਾ ਜਾਂਦਾ, ਜਾਂ ਬ੍ਰਾਹਮਣਾਂ ਦੀ ਜਿਹੜੀ ਫਿਲਾਸਫੀ ਹੈ ਉਹਦੇ ਸਿਧਾਂਤ ਨੇ ਉਹ ਬ੍ਰਾਹਮਣਵਾਦ ਹੈ। ਅਸਲ ਦੇ ਵਿੱਚ ਵਰਣ ਧਰਮ ਜਿਹੜਾ ਹੈ ਉਸਨੇ ਸਮਾਜ ਦੇ ਭਾਰਤ ਦੇ ਸਮਾਜ ਦੀ ਵੱਡੀ ਆਬਾਦੀ ਨੂੰ ਜਿਹੜਾ ਹੈ ਉਸ ਵੇਲੇ ਗੁਲਾਮ ਜਿਹੜਾ ਵਾ ਉਹ ਬਣਾਇਆ ਹੋਇਆ, ਜਿਹਦੇ ਵਿੱਚ ਬ੍ਰਾਹਮਣ ਜਿਹੜਾ ਉਹਦੀ ਸੁਪਰਮੇਸੀ ਆ, ਬਾਕੀ ਜਿਹੜੇ ਉਸਦੇ ਅਧੀਨ ਜਿਹੜਾ ਵਾ ਉਹ ਗੁਲਾਮ ਨੇ। ਉਹ ਜਦੋਂ ਵੀ ਕੋਈ ਜਿਹੜਾ ਬ੍ਰਾਹਮਣ ਤੋਂ ਅਲੱਗ ਕੋਈ ਵੀ ਵਰਗ ਹੈ ਜਦੋਂ ਉਹ ਆਪਣਾ ਸਿਰ ਪੁੱਟਦਾ ਹੈ ਤਾਂ ਉਸਨੂੰ ਕੁਚਲਣ ਦੇ ਲਈ ਜਿਹੜਾ ਵਾ ਇਹ ਬ੍ਰਾਹਮਣਵਾਦ ਜਿਹੜਾ ਵਾ ਉਹ ਸਟੇਜ ਦੇ ਉੱਤੇ ਜਿਹੜਾ ਵਾ ਉਹ ਆ ਜਾਂਦਾ ਹੈ। ਬ੍ਰਾਹਮਣਵਾਦ ਦਾ ਅਗਲਾ ਰੂਪ ਜਿਹੜਾ ਹਿੰਦੂਵਾਦ ਹੈ। ਅਸਲ ਦੇ ਵਿੱਚ ਬ੍ਰਾਹਮਣਵਾਦ ਜਦੋਂ ਬੁੱਧ ਮੱਤ ਦੇ ਨਾਲ ਲੜ ਰਿਹਾ ਸੀ
ਤਾਂ ਉਸ ਨੇ ਭਾਰਤ ਦੀਆਂ ਬਾਕੀ ਪਰੰਪਰਾਵਾਂ ਨੂੰ ਵੀ ਆਪਣੇ ਵਿੱਚ ਜਿਹੜਾ ਉਹ ਜਜ਼ਬ ਕਰ ਲਿਆ, ਤੇ ਉਹ ਜਦੋਂ ਜਜ਼ਬ ਕੀਤਾ ਉੱਥੇ ਬ੍ਰਾਹਮਣਵਾਦ ਦਾ ਅਗਲਾ ਰੂਪ ਜਿਹੜਾ ਵਾ ਉਹ ਹਿੰਦੂਵਾਦ ਹੋਇਆ। ਪਰ ਹਿੰਦੂਵਾਦ ਜਿਹੜਾ ਸੀ ਉਸਨੂੰ ਕੋਈ ਰਾਜਨੀਤਿਕ ਤਾਕਤ ਜਿਹੜੀ ਉਹ ਨਹੀਂ ਸੀ ਮਿਲ ਰਹੀ। 1947 ਦੇ ਵਿੱਚ ਜਦੋਂ ਹਿੰਦੂਵਾਦ ਜਿਹੜਾ ਉਸਨੂੰ ਰਾਜਨੀਤਿਕ ਤਾਕਤ ਦੇ ਵਿੱਚ ਆਇਆ ਤਾਂ ਉਸਨੇ ਜਿਹੜਾ ਸੀ ਫਿਰ ਰਾਸ਼ਟਰਵਾਦ ਦੇ ਨਾਮ ਦੇ ਹੇਠ ਜਿਹੜਾ ਉਹ ਆਪਣੀ ਸੁਪਰਮੇਸੀ ਜਿਹੜੀ ਆ ਉਸਨੂੰ ਸਾਹਮਣੇ ਜਿਹੜਾ ਵਾ ਉਹ ਲਿਆਂਦਾ ਹੈ। 1947 ਤੋਂ ਬਾਅਦ ਰਾਸ਼ਟਰਵਾਦ ਦੇ ਨਾਮ ਹੇਠ ਜਿਹੜੀਆਂ ਬਾਕੀ ਵਿਚਾਰਧਾਰਾਵਾਂ ਸੀ ਉਸਨੂੰ ਕੁਚਲਣ ਦਾ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਮ ਤੇ ਕੁਚਲਣ ਦਾ ਜਿਹੜਾ ਵਾ ਉਹ ਯਤਨ ਕੀਤਾ ਹੈ। ਔਰ ਉਸੇ ਭਾਰਤੀ ਰਾਸ਼ਟਰਵਾਦ ਨੂੰ ਹੋਰ ਪੱਕਿਆਂ ਕਰਨ ਦੇ ਲਈ ਜਿਹੜਾ ਇਹ ਜੂਨ 84 ਜਿਹੜਾ ਵਾ ਉਹ ਵਾਪਰਿਆ ਹੈ, ਕਿਉਂਕਿ ਬੁੱਧ ਮਤ ਤੋਂ ਬਾਅਦ ਜੇ ਬ੍ਰਾਹਮਣਵਾਦ ਨੂੰ ਸਭ ਤੋਂ ਵੱਧ ਖਤਰਾ ਮਹਿਸੂਸ ਹੋਇਆ ਤਾਂ ਉਹ ਸਿੱਖ ਪੰਥ ਹੈ ਜਿਸ ਤੋਂ ਉਹਨਾਂ ਨੂੰ ਮਹਿਸੂਸ ਹੋਇਆ। ਇਸ ਕਰਕੇ ਬ੍ਰਾਹਮਣਵਾਦ ਦੀ ਜਿਹੜੀ ਸੁਪਰਮੇਸੀ ਸੀ ਉਸ ਨੂੰ ਲਿਆਉਣ ਦੇ ਲਈ ਜਿਹੜਾ ਸੀ ਇੱਕ ਕ੍ਰਾਈਸਿਸ ਜਿਹੜਾ ਉਹਨਾਂ ਨੂੰ ਦੁਹਰਾਉਣਾ ਪੈਣਾ ਸੀ, ਜਿਹੜਾ ਜੂਨ 84 ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਵਾਪਰਿਆ ਹੈ। ਪਰ ਜੂਨ 84 ਵਾਪਰਨ ਦੇ ਨਾਲ ਹੋਇਆ ਕੀ ਹੈ? ਅਸਲ ਦੇ ਵਿੱਚ ਜੇ ਇਸ ਨੂੰ ਅਸੀਂ ਸਿੱਖ ਨਜ਼ਰੀਏ ਦੇ ਉੱਤੋਂ ਵੇਖਦੇ ਹਾਂ ਤਾਂ ਇਹ ਵੀ ਵਾਹਿਗੁਰੂ ਨੇ ਜਿਹੜਾ ਸੀ 21ਵੀਂ ਸਦੀ ਦੇ ਲਈ ਜਿਹੜੀ ਸਾਡੀ ਤਿਆਰੀ ਸੀ ਉਸ ਦੇ ਲਈ ਜਿਹੜੀ ਜ਼ਮੀਨ ਸੀ ਉਹ ਜੂਨ 84 ਨੇ ਹੀ ਜਿਹੜੀ ਆ ਉਹ ਤਿਆਰ ਕੀਤੀ ਹੈ। ਜਿਹੜਾ ਸਾਡਾ ਅਗਲਾ ਭਵਿੱਖ ਹੈ ਉਹਦਾ ਜਿਹੜਾ ਬੀਜ ਜਿਹੜਾ ਪਿਆ ਆ ਉਹ ਜੂਨ 84 ਦੇ ਵਿੱਚ ਪਿਆ ਹੈ। ਜੇ ਅਸੀਂ ਜੂਨ 84 ਤੋਂ ਪਹਿਲਾਂ ਦਾ ਪੀਰੀਅਡ ਦੇਖਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਉਸ ਤਰੀਕੇ ਦੇ ਨਾਲ ਸਿੱਖ ਰਾਜ ਦੀ ਗੱਲ ਜਿਹੜੀ 1947 ਤੋਂ ਦੇ ਵਿੱਚ ਨਹੀਂ ਆਉਂਦੀ ਜਿੰਨੀ 1984 ਤੋਂ ਬਾਅਦ ਜਾਗਰੂਕ ਪੱਧਰ ਦੇ ਉੱਤੇ ਜਿਹੜੀ ਆ ਉਹ ਆਈ ਹੈ, ਔਰ ਜਿੰਨਾ ਸਿਧਾਂਤਕ ਪੱਧਰ ਦੇ ਉੱਤੇ ਵੀ ਇਹਦੇ ਉੱਤੇ ਜਿਹੜਾ ਵਾ ਉਹ ਵਰਕ ਹੋਇਆ। ਇਸ ਕਰਕੇ ਜੂਨ 84 ਜਿਹੜਾ ਵਾ ਇਹ ਵੀ ਇੱਕ ਵਾਹਿਗੁਰੂ ਦੀ ਜਿਹੜੀ ਆ ਉਹ ਕਲਾ ਹੀ ਜਿਹੜੀ ਆ ਉਹ ਵਾਪਰੀ ਹੈ। ਦੇਖੋਗੇ ਜੂਨ 84 ਵਾਪਰਨ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਇਹ ਇੱਕ ਦਹਾਕਾ ਜਿਹੜਾ ਪੂਰਾ 1984 ਤੋਂ 1994-95 ਤੱਕ ਉਹ ਆ ਜਿਹਦੇ ਵਿੱਚ ਗੁਰੂ ਖਾਲਸਾ ਪੰਥ ਸਿੱਖ ਪੰਥ ਜਿਹੜਾ ਹੈ ਉਹ ਆਪਣੇ ਸ਼ੁੱਧ ਰੂਪ ਦੇ ਵਿੱਚ ਜਿਹੜਾ ਵਾ ਉਹ ਵਿਚਰਿਆ, ਜਿਹੋ ਜਿਹਾ ਰੂਪ ਉਸ ਨੂੰ ਜਿਹੜਾ ਵਾ ਉਹ ਗੁਰੂ ਪਾਤਸ਼ਾਹਾਂ ਨੇ ਜਿਹੜਾ ਉਹ ਬਖਸ਼ਿਆ ਸੀ। ਇਹ ਉਹ ਸਮਾਂ ਵਾ ਜਿਹਦੇ ਵਿੱਚ ਰਾਜਨੀਤਿਕ ਚੇਤਨਾ ਦੇ ਨਾਲ ਨਾਲ ਜਿਹੜੀ ਆ ਸਿੱਖਾਂ ਦੀ ਜਿਹੜੀ ਆ ਧਾਰਮਿਕ ਚੇਤਨਤਾ ਜਿਹੜੀ ਆ ਤੇ ਰੂਹਾਨੀ ਜੀਵਨ ਜਿਹੜਾ ਵਾ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਉਹ ਗਿਆ। ਇਸ ਦੇ ਵਿੱਚ ਜੇ ਦੇਖੀਏ ਤਾਂ ਅਣਗਿਣਤ ਜਿਹੜੇ ਲੋਕ ਸਨ ਉਹ ਸਿੰਘ ਜਿਹੜੇ ਆ ਉਹ ਸੱਜੇ ਸਨ, ਬਾਣੀ ਸਿਮਰਨ ਦੇ ਨਾਲ ਜਿਹੜਾ ਜੁੜਨ ਵਾਲੇ ਲੋਕ ਆਏ। ਔਰ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਜਿਹੜੀ ਉਹ ਆਈ ਹੈ ਕਿ ਇਹਦੇ ਚ ਸ਼ਹਾਦਤਾਂ ਪਾਉਣ ਵਾਲੇ ਜਿਹੜੇ ਸਨ ਉਹ ਜ਼ਿਆਦਾਤਰ ਉਹ ਸਨ ਜਿਹੜੇ ਸਿੱਖ ਪਰੰਪਰਾ ਦੇ ਨਾਲ ਜਿਹੜੇ ਆ ਉਹ ਜੁੜੇ ਹੋਏ ਨੇ, ਤੇ ਇਸ ਲਈ ਸਿੱਖ ਪਰੰਪਰਾ ਜਿਹੜੀ ਉਸਨੂੰ ਫਿਰ ਤੋਂ ਜਿਹੜਾ ਵਾ ਉਹ ਜੀਵਤ ਕੀਤਾ। 84 ਤੋਂ ਪਹਿਲਾਂ ਜਿਹੜਾ ਵਰਗ ਹਿੰਦੁਸਤਾਨ ਦੇ ਨਾਲ ਮਿਲ ਕੇ ਚੱਲ ਰਿਹਾ ਸੀ, ਫਿਰ 84 ਤੋਂ ਬਾਅਦ ਉਹ ਬੁਰੀ ਤਰ੍ਹਾਂ ਜਿਹੜਾ ਝੰਜੋੜਿਆ ਹੋਇਆ ਵੀ ਸਾਨੂੰ ਜਿਹੜਾ ਵਾ ਉਹ ਨਜ਼ਰ ਆਇਆ। ਇਹਦੇ ਵਿੱਚ ਜਿਹੜਾ ਨਾਸਤਿਕਵਾਦ ਸੀ ਜਿਹੜਾ ਪੰਜਾਬ ਦੇ ਵਿੱਚ ਨੌਜਵਾਨੀ ਦੇ ਵਿੱਚ ਆ ਗਿਆ ਹੋਇਆ ਸੀ 84 ਵਾਪਰਨ ਦੇ ਨਾਲ ਉਹ ਮੁੜ ਤੋਂ ਜਿਹੜਾ ਸੀ ਉਹ ਗੁਰੂ ਦੇ ਨਾਲ ਜਿਹੜਾ ਵਾ ਉਹ ਜੁੜੇ ਨੇ। ਔਰ ਇਹਦੇ ਵਿੱਚ ਤਾਂ ਖਾਸ ਕਰਕੇ ਕਮਿਊਨਿਸਟ ਵਰਗ ਜਿਹੜਾ ਸੀ ਉਸ ਨੂੰ ਸਭ ਤੋਂ ਵੱਧ ਜਿਹੜਾ ਵਾ ਉਹ ਰੋਕਿਆ ਵੀ ਗਿਆ ਔਰ ਉਸ ਤੇ ਪ੍ਰਭਾਵ ਵੀ ਪਿਆ। ਉਹਦੇ ਵਿੱਚੋਂ ਤਾਂ ਬਹੁਤ ਸਾਰੇ ਜਿਹੜੇ ਉਹ ਸਿੱਖ ਧਰਮ ਦੇ ਵਿੱਚ 84 ਵਾਪਰਨ ਤੋਂ ਬਾਅਦ ਆਏ ਨੇ, ਇੱਥੋਂ ਤੱਕ ਕਿ ਉਹਨਾਂ ਚ ਕੁਝ ਨੇ ਸ਼ਹਾਦਤਾਂ ਵੀ ਜਿਹੜੀਆਂ ਵਾ ਉਹ ਵੀ ਪ੍ਰਾਪਤ ਕੀਤੀਆਂ ਨੇ। ਇਸ ਤਰੀਕੇ ਦੇ ਨਾਲ ਸਾਨੂੰ 84 ਜਿਹੜਾ ਉਸਨੂੰ ਇੱਕ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਜਿਹੜਾ ਸਾਨੂੰ ਅੱਜ ਇੱਕ ਪਾਸੇ ਜਿਹੜਾ ਵਾ ਚੜ੍ਹਦੀ ਕਲਾ ਵਾਲੇ ਪਾਸੇ ਵੀ ਜਿਹੜਾ ਵਾ ਸਾਡੇ ਫਿਊਚਰ ਨੂੰ ਜਿਹੜਾ ਉਹ ਖੜਦਾ ਹੈ। ਉਹ ਵਰਤਮਾਨ ਸਮਾਂ ਜਿਹੜਾ ਹੈ ਜੇ ਇਸ ਨੂੰ ਅਸੀਂ ਅਤੀਤ ਦੇ ਨਾਲ ਇਹਦਾ ਰਿਸ਼ਤਾ ਨਿਰਧਾਰਿਤ ਕਰਨਾ ਉਹਦੇ ਚ 84 ਜਿਹੜਾ ਉਹ ਇੱਕ ਕੜੀ ਜਿਹੜਾ ਵਾ ਉਹ ਬਣਦਾ ਹੈ। ਇਹ ਕ੍ਰਾਈਸਿਸ ਜਿਹੜਾ ਫਿਰ ਤੋਂ ਸਾਨੂੰ 18ਵੀਂ ਸਦੀ ਜਿਹੜਾ ਉਸਨੇ ਯਾਦ ਕਰਾਈ ਹੈ, ਫਿਰ ਤੋਂ ਸਾਡੇ ਪ੍ਰਾਤਨ ਸਿੰਘਾਂ ਦਾ ਜਿਹੜਾ ਜੀਵਨ ਸੀ ਉਸ ਦੇ ਨਾਲ 84 ਨੇ ਜਿਹੜਾ ਵਾ ਉਹ ਸਾਨੂੰ ਜੋੜਿਆ ਹੈ। ਔਰ ਵਰਤਮਾਨ ਸਮੇਂ ਦੇ ਵਿੱਚ ਜੇ ਅਸੀਂ ਰਾਜਨੀਤੀ ਦੀ ਗੱਲ ਕਰੀਏ ਤਾਂ ਸਾਨੂੰ ਜੇ ਸਿੱਖ ਰਾਜ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਲਈ ਸਾਨੂੰ ਸਿੱਖ ਰਾਜ ਦੇ ਲਈ ਸਾਨੂੰ ਫਿਰ ਤੋਂ ਜਿਹੜਾ ਵਾ ਸਾਡੀ ਪਰੰਪਰਾ ਦੇ ਨਾਲ ਜੁੜਨਾ ਪਏਗਾ, ਸਾਡੀ ਪਰੰਪਰਾ ਚੋਂ ਸਿਧਾਂਤ ਲਿਆਣ ਕੇ ਜਿਹੜਾ ਉਹ ਸਾਨੂੰ ਕਰਨਾ ਪਵੇਗਾ। 84 ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਤੋਂ ਬਾਅਦ ਜਿਹੜਾ ਹੁਣ ਸਾਨੂੰ ਅੱਗੇ ਸੋਚਣ ਦੀ ਲੋੜ ਹੈ ਉਹ ਇਹ ਕਿ ਜੇ ਅਸੀਂ ਪਰੰਪਰਾ ਨਾਲ ਜੁੜਨਾ ਹੈ ਤਾਂ ਹੀ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਕੜੀ ਹੈ ਉਹ ਸਾਡੇ ਆਗੂਆਂ ਦੀ ਹੈ ਜਿਸ ਦੇ ਬਾਰੇ ਸਾਨੂੰ ਅੱਜ ਸੋਚਣ ਦੀ ਲੋੜ ਹੈ। ਔਰ ਜੇ ਅਸੀਂ ਸਾਡੇ ਆਗੂ ਚੁਣਨ ਦੀ ਪਰੰਪਰਾ ਦੇਖੀਏ ਤਾਂ ਉਹ ਸਿਲੈਕਸ਼ਨ ਹੈ ਜਿਹਦੇ ਵਿੱਚ ਚੋਣ ਜਿਹੜੀ ਉਹ ਸਿਲੈਕਸ਼ਨ ਦੇ ਗੁਣਾਂ ਦੇ ਆਧਾਰ ਤੇ ਜਿਹੜੀ ਆ ਉਹ ਕੀਤੀ ਜਾਂਦੀ ਹੈ। ਔਰ ਅੱਜ ਜੇ ਅਸੀਂ
ਸਿੱਖ ਰਾਜ ਦੀ ਗੱਲ ਕਰਦੇ ਆ, ਉਹਦੇ ਲਈ ਸੰਘਰਸ਼ ਕਰ ਰਹੀਆਂ ਧਿਰਾਂ ਵੀ ਜਿਹੜੀਆਂ ਨੇ ਉਹ ਸਿਲੈਕਸ਼ਨ ਦੀ ਜਗ੍ਹਾ ਇਲੈਕਸ਼ਨ ਦੇ ਉੱਤੇ ਹੀ ਅੱਜ ਵੀ ਜਿਹੜੀਆਂ ਵਾ ਉਹ ਟਿਕੀਆਂ ਹੋਈਆਂ ਨੇ। ਪਰ ਸਾਨੂੰ ਜੇ ਅਤੀਤ ਨਾਲ ਅਸੀਂ ਜੁੜਨਾ ਹੈ ਤਾਂ ਸਾਨੂੰ ਸਾਡੇ ਸਿਧਾਂਤ, ਸਾਡੀ ਪਰੰਪਰਾ ਦੇ ਵਿੱਚੋਂ, ਸਾਡੇ ਇਤਿਹਾਸ ਦੇ ਵਿੱਚੋਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਆ ਉਹ ਲੈਣੇ ਪੈਣਗੇ। ਸਾਨੂੰ ਜਿਹੜਾ ਵਾ ਸਾਡੇ ਪੱਛਮੀ ਤਰਜ ਦੀ ਜਿੰਨੀ ਵੀ ਸਾਡੀਆਂ ਸਿਧਾਂਤ ਨੇ ਰਾਜਨੀਤੀ ਦੇ, ਸਾਨੂੰ ਉਹਨਾਂ ਨੂੰ ਛੱਡ ਕੇ ਸਾਡੀ ਜਿਹੜੀਆਂ ਪੰਥਕ ਰਵਾਇਤਾਂ ਨੇ ਉਹਨਾਂ ਦੇ ਵਿੱਚ ਆਗੂ ਚੁਣਨ ਦੀ ਜਿਹੜੀ ਵਿਧੀ ਆ ਉਸ ਨੂੰ ਸਾਨੂੰ ਸਾਹਮਣੇ ਲੈ ਕੇ ਜਿਹੜਾ ਉਹ ਆਉਣਾ ਪਵੇਗਾ। ਫਿਰ ਗੁਰੂ ਖਾਲਸਾ ਪੰਥ ਦੀ ਜਿਹੜੀ ਭੂਮਿਕਾ ਹੈ, ਉਸ ਦੀ ਜਿੰਨੀ ਵੀ ਪਰੰਪਰਕ ਵਿਧੀ ਹੈ ਜਾਂ ਪੰਚ ਪ੍ਰਧਾਨੀ ਹੈ, ਉਸ ਨੂੰ ਸਾਨੂੰ ਸਾਹਮਣੇ ਲੈ ਕੇ ਆਉਣਾ ਪਵੇਗਾ। ਦੇਖੋ ਵੀ ਪਿਛਲੇ ਕੁਝ ਸਮੇਂ 'ਚ ਜੇ ਸਰਬੱਤ ਖਾਲਸਾ ਹੁੰਦਾ ਵੀ ਹੈ, ਹਾਲਾਂਕਿ ਸਰਬੱਤ ਖਾਲਸਾ ਸਾਡੀ ਪਰੰਪਰਾ ਹੈ, ਪਰ ਜੇ ਅਸੀਂ ਦੇਖੋ ਕਿ ਸਰਬੱਤ ਖਾਲਸਾ ਕਰ ਰਹੇ ਹਾਂ ਤਾਂ ਅਸੀਂ ਪਰੰਪਰਾ ਦੇ ਨਾਮ ਤੇ ਕਰ ਤਾਂ ਜ਼ਰੂਰ ਰਹੇ ਹਾਂ, ਪਰ ਜਿਹੜੀ ਉਹਦੇ ਵਿੱਚ ਸਿਲੈਕਸ਼ਨ ਹੈ ਉਹ ਪਹਿਲਾਂ ਤੋਂ ਹੀ ਬੈਠੀ ਹੋਈ ਹੈ। ਉਹਦੇ ਵਿੱਚ ਜਿਹੜਾ ਪੰਥ ਇਕੱਠਾ ਹੋ ਰਿਹਾ ਹੈ, ਉਹ ਪੰਥ ਦੀ ਇਕੱਤਰਤਾ ਨੂੰ ਵੀ ਨਹੀਂ ਪਤਾ ਕਿ ਇਹਦੇ ਵਿੱਚੋਂ ਜਿਹੜੇ ਸਾਡੇ ਆਗੂ ਨੇ ਉਹ ਕਿਹੜੇ ਨੇ। ਹੁਣ ਤਾਂ ਇਹ ਚਾਹੀਦਾ ਸੀ ਉਸ ਇਕੱਤਰਤਾ ਦੇ ਵਿੱਚੋਂ ਹੀ ਸਾਡੇ ਆਗੂ ਜਿਹੜੇ ਆ ਉਹ ਆਉਂਦੇ, ਪਰ ਉਹਦੇ ਵਿੱਚੋਂ 5 ਸਿੰਘ ਜਿਹੜੇ ਨੇ ਉਹ ਸਾਰੀ ਇਕੱਤਰਤਾ ਨੂੰ ਜਿਹੜਾ ਵਾ ਆਪਣੇ ਆਗੂ ਜਿਹੜਾ ਉਹਨਾਂ ਦੇ ਸਿਰ ਤੇ ਜਿਹੜਾ ਮੜ ਦਿੰਦੇ ਨੇ। ਹਾਲਾਂਕਿ ਉਹ ਬੇਸ਼ੱਕ ਪਰੰਪਰਾ ਦੇ ਨਾਮ ਦੇ ਉੱਤੇ ਹੀ ਜਾਂ ਸਰਬੱਤ ਖਾਲਸਾ ਦੇ ਨਾਮ ਦੇ ਉੱਤੇ ਹੀ ਜਿਹੜਾ ਉਹ ਸਾਰਾ ਕੁਝ ਪਰੰਪਰਾ ਦੇ ਨਾਮ ਤੇ ਹੀ ਹੋ ਰਿਹਾ ਹੈ। ਇਸ ਚੀਜ਼ ਨੂੰ ਜਿਹੜਾ ਸਾਨੂੰ ਖਾਸ ਪੱਧਰ ਦੇ ਉੱਤੇ ਦੇਖਣ ਦੀ ਲੋੜ ਹੈ, ਰਾਜਨੀਤਿਕ ਪੱਧਰ ਤੇ, ਕਿਉਂਕਿ ਅਸੀਂ ਜੇ ਕਾਮਯਾਬ ਹੋਣਾ ਹੈ ਤਾਂ ਸਾਨੂੰ ਸਾਡੇ ਪਰੰਪਰਾ ਦੇ ਜਿਹੜੇ ਸਿਧਾਂਤ ਤੇ ਉਸ ਨੂੰ ਸਾਹਮਣੇ ਜਿਹੜਾ ਵਾ ਉਹ ਲਿਆਉਣਾ ਪਵੇਗਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸਿੱਖ ਪਰੰਪਰਾ ਤੋਂ ਸੇਧ ਲੈ ਕੇ ਰਾਜਨੀਤੀ ਜਿਹੜੀ ਆ ਸਾਨੂੰ ਪਾਤਸ਼ਾਹੀ ਦੇ ਦਾਅਵੇਦਾਰ ਜਿਹੜੀ ਆ ਉਹ ਬਣਾ ਸਕਦੀ ਹੈ, ਨਾ ਕਿ ਅਸੀਂ ਪੱਛਮੀ ਤਰਜ ਦੇ ਉੱਤੇ ਜਿਹੜਾ ਹੋਈਏ। ਇਸ ਕਰਕੇ ਜਿਹੜਾ ਵਰਤਮਾਨ ਹੈ ਇਸ ਨੂੰ 84 ਦੇ ਰਾਹੀਂ ਹੀ ਅਸੀਂ ਜਿਹੜਾ ਵਾ ਫਿਰ ਪਰੰਪਰਾ ਦੇ ਨਾਲ ਜੋੜ ਕੇ ਪਾਤਸ਼ਾਹੀ ਦਾਅਵੇ ਦੀ ਜਿਹੜੀ ਉਹ ਗੱਲ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਡਾਕਟਰ ਗੁਰਬਖਸ਼ ਸਿੰਘ। ਸਾਨੂੰ ਸੰਗਤਾਂ ਦੇ ਜਿਹੜੇ ਦਰਸ਼ਕ ਸਾਡੇ ਹੈਗੇ ਉਹਨਾਂ ਦੇ ਸਵਾਲ ਵੀ ਆ ਰਹੇ ਨੇ। ਆਪਣੀ ਗੱਲਬਾਤ ਇੱਕ ਵਾਰ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਦਰਸ਼ਕਾਂ ਦੇ ਸਵਾਲ ਆਏ ਆਪਾਂ ਉਹ ਲੈਣੇ। ਤੇ ਭਾਈ ਅਜਮੇਰ ਸਿੰਘ ਹੋਣਾ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਜਿਹੜੇ ਆ ਕਿ ਗੁਰਮਤ ਦੇ ਨਜ਼ਰੀਏ ਤੋਂ ਜਿਹੜੀ ਜੰਗ ਹੈ ਉਹਨੂੰ ਅਸੀਂ ਕਿਵੇਂ ਸਮਝਦੇ ਹਾਂ ਤੇ ਕਿਵੇਂ ਯਾਦ ਕਰਦੇ ਹਾਂ, ਤੇ ਜਿਹੜਾ ਜੂਨ 1984 ਦੇ ਵਿੱਚ ਵਾਪਰਿਆ, ਜਿਹੜੀ ਜੰਗ ਜੂਨ 1984 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੜੀ ਗਈ, ਉਹਨੂੰ ਦੂਸਰੀਆਂ ਸਿੱਖ ਜੰਗਾਂ ਵਾਂਗ ਕਿਉਂ ਨਹੀਂ ਯਾਦ ਕੀਤਾ ਜਾਂਦਾ। ਤਾਂ ਇਹਦੇ ਤੇ ਉਹ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਨ ਤੇ ਉਸ ਤੋਂ ਬਾਅਦ ਫਿਰ ਆਪਾਂ ਦਰਸ਼ਕਾਂ ਦੇ ਸਵਾਲ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਦੇ ਵਿੱਚ ਜਿਹੜੀ ਜੰਗ ਲੜੀ ਗਈ ਉਸ ਬਾਰੇ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਜਿਹੜਾ ਗੱਲ ਨੁਕਤਾ ਹੈ ਸਮਝਣ ਵਾਸਤੇ ਉਹ ਇਹ ਹੈ ਕਿ ਇਸ ਜੰਗ ਨੂੰ ਇਤਿਹਾਸ ਦੀ ਕਿਸੇ ਨਿਖੜੀ ਹੋਈ ਘਟਨਾ ਵਜੋਂ ਨਹੀਂ ਦੇਖਣਾ ਚਾਹੀਦਾ। ਇਹਨੂੰ ਸਿੱਖ ਜੰਗਾਂ ਦੇ ਇਤਿਹਾਸਕ ਲੜੀ ਦੀ ਇੱਕ ਕੜੀ ਵਜੋਂ ਦੇਖਣਾ ਚਾਹੀਦਾ। ਹਰ ਜੰਗ ਦਾ ਇੱਕ ਆਪਣਾ ਨਿਵੇਕਲਾਪਣ ਵੀ ਹੁੰਦਾ, ਕਿਉਂਕਿ ਹਰ ਜੰਗ ਇੱਕ ਵੱਖਰੀ ਸਥਿਤੀ ਦੇ ਵਿੱਚ ਲੜੀ ਜਾਂਦੀ ਹੈ। ਹਰ ਜੰਗ ਇੰਨ ਬਿੰਨ ਦੂਜੀ ਜੰਗ ਵਰਗੀ ਨਹੀਂ ਹੋ ਸਕਦੀ, ਪਰ ਫਿਰ ਵੀ ਦੋਹਾਂ 'ਚ ਸਾਰੀਆਂ ਜੰਗਾਂ ਦੇ ਵਿੱਚ ਜਿੰਨੀਆਂ ਵੀ ਸਿੱਖ ਜੰਗਾਂ ਲੜੀਆਂ ਗਈਆਂ ਉਹਨਾਂ 'ਚ ਕੋਈ ਅੰਤਰੀਵ ਸਾਂਝ ਜ਼ਰੂਰ ਹੈ। ਸੋ ਇੱਕ ਤਾਂ ਸਾਨੂੰ ਉਹ ਅੰਤਰੀਵ ਸਾਂਝ ਕੀ ਹੈ ਉਹਦੀ ਪਛਾਣ ਕਰਨੀ ਚਾਹੀਦੀ ਹੈ। ਇਸ ਮਾਮਲੇ 'ਚ ਆਪਾਂ ਜੇ ਬੁਨਿਆਦੀ ਜੀ ਗੱਲ ਕਰਨੀ ਹੋਵੇ ਤਾਂ ਸੰਸਾਰ 'ਚ ਜਿੰਨੀਆਂ ਵੀ ਜੰਗਾਂ ਹੋਈਆਂ ਇਤਿਹਾਸ 'ਚ ਜਾਂ ਅੱਜ ਵੀ ਹੋ ਰਹੀਆਂ, ਉਹ ਮੋਟੇ ਤੌਰ ਤੇ ਦੋ ਕਿਸਮ ਦੀਆਂ ਜੰਗਾਂ ਬਣਦੀਆਂ ਨੇ। ਇੱਕ ਜੰਗਾਂ ਨੂੰ ਜਿਹੜੀਆਂ ਦੁਨਿਆਵੀ ਮਨੋਰਥਾਂ ਜਾਂ ਸਰੋਕਾਰਾਂ ਨੂੰ ਸਾਹਮਣੇ ਰੱਖ ਕੇ ਲੜੀਆਂ ਜ਼ਿਆਦਾ ਭਰਮਾਰ ਜੰਗਾਂ ਦੀ ਇਤਿਹਾਸ ਵਿੱਚ ਵੀ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਉਹ ਉਹਨਾਂ ਜੰਗਾਂ ਦੀ ਹੈ ਜਿਨ੍ਹਾਂ ਦੇ ਪਿੱਛੇ ਕੋਈ ਵੱਡਾ ਰੂਹਾਨੀ ਆਦਰਸ਼ ਨਹੀਂ, ਉਹਨਾਂ ਦੀਆਂ ਮੌਕੇ ਦੀਆਂ ਜੋ ਦੁਨਿਆਵੀ ਸਵਾਰਥ ਨੇ ਉਹਦੇ ਵਿੱਚੋਂ ਜੰਗਾਂ ਲੜੀਆਂ ਜਾਂਦੀਆਂ। ਇੱਕ ਦੂਜੇ ਦੇ ਰਾਜ ਨੂੰ, ਇੱਕ ਦੂਜੇ ਤੋਂ ਰਾਜ ਖੋਹਣਾ, ਆਪਦੇ ਰਾਜ ਦੀਆਂ ਹੱਦਾਂ ਵਧਾਉਣੀਆਂ, ਦੁਸ਼ਮਣੀਆਂ ਦੇ ਵਿੱਚੋਂ ਜੰਗਾਂ ਲੜਨੀਆਂ, ਖੁੰਦਕ ਦੇ ਵਿੱਚੋਂ, ਖੁਣਸ ਦੇ ਵਿੱਚੋਂ, ਜਾਂ ਗਲਬਾ ਜਾਂ ਇੱਕ ਆਪਦੀ ਧਾਕ ਪੈਦਾ ਕਰਨ ਵਾਸਤੇ, ਇਹ ਜਿਹੜੇ ਸਾਰੇ ਸਰੋਕਾਰ ਇਹ ਦੁਨਿਆਵੀ ਹੈ। ਸੋ ਇੱਕ ਜੰਗਾਂ ਇਹ ਹੁੰਦੀਆਂ, ਦੂਜੀਆਂ ਜੰਗਾਂ ਜਿਨ੍ਹਾਂ ਦੇ ਕੋਈ ਨਾ ਕੋਈ ਰੂਹਾਨੀ ਮਿਸ਼ਨ ਜਾਂ ਆਦਰਸ਼ ਹੁੰਦਾ। ਸੋ ਦੁਨਿਆਵੀ ਜਿਹੜੀਆਂ ਜੰਗਾਂ ਉਹ ਹਰ ਜੰਗ, ਕੋਈ ਵੀ ਜੰਗ ਲੜਨੀ ਆ ਉਹਦੇ ਵਿੱਚ ਜੋਸ਼ ਤੇ ਜਜ਼ਬਾ ਪੈਦਾ ਕਰਨ ਨਾਲ ਲੜਨ ਵਾਲੀ ਸ਼ਕਤੀ ਦੇ ਅੰਦਰ ਇਹ ਜ਼ਰੂਰੀ ਹੁੰਦਾ।
ਸੋ ਜੋ ਦੁਨਿਆਵੀ ਮਨੋਰਥ ਨੂੰ ਸਾਹਮਣੇ ਰੱਖ ਕੇ ਲੜੀਆਂ ਜਾਂਦੀਆਂ ਜੰਗਾਂ, ਉਹਦੇ ਵਿੱਚ ਜਿਹੜਾ ਜਜ਼ਬਾ ਪੈਦਾ ਕੀਤਾ ਜਾਂਦਾ ਹੈ ਉਹ ਫਰਜ਼ ਦੀ ਪੂਰਤੀ ਲਈ ਕੀਤਾ ਜਾਂਦਾ ਹੈ ਕਿ ਲੜ ਰਹੇ ਸਿਪਾਹੀਆਂ ਨੂੰ ਇਹ ਚੇਤਾ ਕਰਾਇਆ ਜਾਂਦਾ ਹੈ ਕਿ ਇਸ ਜੰਗ ਵਿੱਚ ਲੜਨਾ ਤੁਹਾਡਾ ਇੱਕ ਫਰਜ਼ ਬਣਦਾ ਹੈ। ਉਹ ਫਰਜ਼ ਦੇਸ਼ ਪ੍ਰਤੀ ਵੀ ਹੋ ਸਕਦਾ ਹੈ, ਉਹ ਕਿਸੇ ਵਿਅਕਤੀ ਪ੍ਰਤੀ ਵੀ ਹੋ ਸਕਦਾ ਹੈ। ਸੋ ਇਸ ਦੇ ਆਧਾਰ ਤੇ ਉਹਨਾਂ ਦੇ ਵਿੱਚ ਇੱਕ ਜਜ਼ਬਾ ਫੈਲਾਇਆ ਜਾਂਦਾ। ਜਿਵੇਂ ਆਪਾਂ 1984 ਦੇ ਵਿੱਚ ਵੀ ਦੇਖਦੇ ਹਾਂ ਕਿ ਜਨਰਲ ਬਰਾੜ ਨੇ ਵੀ ਲਿਖਿਆ ਆਪਦੀ ਕਿਤਾਬ ਦੇ ਵਿੱਚ ਕਿ ਹਮਲਾ ਕਰਨ ਤੋਂ ਪਹਿਲਾਂ ਉਹਨੇ ਆਪਦੀ ਸਾਰੀ ਫੌਜ ਨੂੰ ਇਕੱਠਾ ਕੀਤਾ, ਜੋਸ਼ ਭਰਪੂਰ ਤਕਰੀਰ ਕੀਤੀ ਕਿ ਅੱਜ ਤੁਸੀਂ ਦੇਸ਼ ਨੂੰ ਆਪੇ ਖਤਰੇ ਤੋਂ ਦੇਸ਼ ਨੂੰ ਬਚਾਉਣਾ ਹੈ, ਤੇ ਉਹ ਸਪਿਰਿਟ ਤੇ ਜਜ਼ਬਾ ਭਰ ਕੇ ਉਹਦੇ ਨਾਲ ਉਹ ਲੜਨ ਦੀ ਉਹਨਾਂ ਨੇ ਉਹ ਲੜਾਉਣ ਦਾ ਯਤਨ ਕੀਤਾ। ਪਰ ਜਿਹੜੀਆਂ ਰੂਹਾਨੀ ਮਿਸ਼ਨ ਨੂੰ ਸਾਹਮਣੇ ਰੱਖ ਕੇ ਜਾਂ ਆਦਰਸ਼ਾਂ ਨੂੰ ਸਾਹਮਣੇ ਰੱਖ ਕੇ ਲੜੀਆਂ ਜੰਗਾਂ ਹੁੰਦੀਆਂ, ਉਹਨਾਂ ਵਿੱਚ ਕੋਈ ਫਰਜ਼ ਦੀ ਪੂਰਤੀ ਦੇ ਵਿੱਚੋਂ ਨਹੀਂ ਉਹ ਲੜੀਆਂ ਜਾਂਦੀਆਂ। ਸੋ ਜੇ ਅਸੀਂ ਸਾਰੀਆਂ ਸਿੱਖ ਜੰਗਾਂ ਨੂੰ ਦੇਖੀਏ, ਗੁਰੂ ਜੰਗਾਂ ਤੋਂ ਲੈ ਕੇ 1984 ਤੱਕ ਜੋ ਵੀ ਜੰਗਾਂ ਲੜੀਆਂ ਗਈਆਂ ਨੇ, ਉਹਨਾਂ ਦੇ ਵਿੱਚ ਉਹਨਾਂ ਜੰਗਾਂ ਤੇ ਸ਼ਹਾਦਤਾਂ ਦੇ ਪਿਛੋਕੜ 'ਚ ਇੱਕ ਆਤਮਿਕ ਬਲ ਕੰਮ ਕਰ ਰਿਹਾ ਹੈ। ਕੋਈ ਕਿਸੇ ਫਰਜ਼ ਦੀ ਪੂਰਤੀ ਦੀ ਭਾਵਨਾ ਜਾਂ ਜੋਸ਼ ਨਹੀਂ। ਸੋ ਇੱਕ ਆਤਮਿਕ ਮਾਹੌਲ ਸਿਰਜਿਆ ਜਾਂਦਾ ਹੈ, ਉਸ ਮਾਹੌਲ ਦੇ ਵਿੱਚੋਂ ਆਤਮਿਕ ਜੋਸ਼ ਪੈਦਾ ਹੁੰਦਾ ਹੈ ਤੇ ਉਹਦੇ ਵਿੱਚੋਂ ਜਿਹੜੀਆਂ ਸਾਰੀਆਂ ਉਹ ਕੁਰਬਾਨੀਆਂ ਜਾਂ ਸ਼ਹਾਦਤਾਂ ਹੁੰਦੀਆਂ। ਸੋ ਹਰ ਇੱਕ ਜੰਗ ਦੀ ਆਪੋ ਆਪਣੀ ਸਥਿਤੀ ਹੈ। ਜੋ ਜੰਗਾਂ ਗੁਰੂਆਂ ਵੇਲੇ ਲੜੀਆਂ ਗਈਆਂ, ਪਹਿਲਾਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਜਿਹੜੀਆਂ 4 ਜੰਗਾਂ ਲੜੀਆਂ ਉਸ ਮੌਕੇ, ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਵੇਲੇ, ਫਿਰ ਬੰਦਾ ਸਿੰਘ ਬਹਾਦਰ ਵੇਲੇ, ਤੇ ਉਸ ਤੋਂ ਬਾਅਦ ਵੀ। ਤੇ ਇਹ ਸਾਰੀਆਂ ਜੰਗਾਂ ਨੂੰ ਆਪਾਂ ਬਿਲਕੁਲ ਇੰਨ-ਬਿੰਨ ਇੱਕ ਦੂਜੇ ਵਰਗੀ ਤਾਂ ਨਹੀਂ ਕਹਿ ਸਕਦੇ, ਪਰ ਸਾਰੀਆਂ 'ਚ ਇੱਕ ਅੰਤਰੀਵ ਸਾਂਝ ਕਿਤੇ ਘੱਟ ਕਿਤੇ ਵੱਧ ਉਹ ਸਾਨੂੰ ਦਿਸਦੀ ਹੈ ਕਿ ਜਿਹੜੀ ਜੰਗ ਆਤਮਿਕ ਮਾਹੌਲ ਵਿੱਚ ਲੜੀ ਗਈ ਹੈ ਤੇ ਜਿਹਦੇ ਪਿਛੋਕੜ 'ਚ ਆਤਮਿਕ ਬਲ ਕੰਮ ਕਰਦਾ ਹੈ, ਉਸ ਜੰਗ ਦਾ ਰੰਗ ਤੇ ਨਜ਼ਾਰਾ ਬਿਲਕੁਲ ਹੀ ਵੱਖਰਾ ਹੋ। ਇਹੋ ਜਿਹੇ ਦੌਰ ਵੀ ਆਏ ਨੇ, ਇਹੋ ਜਿਹੇ ਪੀੜ 'ਚ ਵੀ ਆਏ ਨੇ ਜਦੋਂ ਸਿੱਖ ਜਿਹੜੇ ਨੇ ਉਹ ਆਪਣੀ ਉਹ ਰੂਹਾਨੀ ਅਵਸਥਾ ਤੋਂ ਨੀਵੇਂ ਉਤਰੇ ਨੇ। ਉਦੋਂ ਵੀ ਜੰਗਾਂ ਲੜੀਆਂ, ਬਹਾਦਰੀ ਉਦੋਂ ਵੀ ਦਿਖਾਈ ਆ ਉਹਨਾਂ ਨੇ। ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਸਾਰਾਗੜ੍ਹੀ ਦੀ ਜੰਗ ਕਹਿ ਸਕਦੇ ਹਾਂ, ਪਰ ਉਹ ਇੱਕ ਵੱਖਰੀ ਕਿਸਮ ਦੀ ਉਹ ਜੰਗਾਂ ਨੂੰ ਅਸੀਂ ਇਹਨਾਂ ਜੰਗਾਂ ਸਿੱਖ ਜੰਗਾਂ 'ਚ ਸ਼ਾਮਿਲ ਨਹੀਂ ਕਰ ਸਕਦੇ, ਕਿਉਂਕਿ ਉਹ ਕਿਸੇ ਰੂਹਾਨੀ ਆਦਰਸ਼ ਦੀ ਪ੍ਰਾਪਤੀ ਲਈ ਨਹੀਂ ਸੀ ਲੜੀਆਂ ਜਾ ਰਹੀਆਂ। ਸੋ ਆਤਮਿਕ ਬਲ ਜਿਹੜਾ ਹੈਗਾ ਉਹਦਾ ਕੋਈ ਨਾ ਕੋਈ ਸੋਮਾ ਚਾਹੀਦਾ, ਤੇ ਆਤਮਿਕ ਬਲ ਕਿੱਥੋਂ ਪੈਦਾ ਹੁੰਦਾ? ਸੋ ਜੇ ਆਪਾਂ ਬੁਨਿਆਦੀ ਤੌਰ ਤੇ ਕਹੀਏ ਤਾਂ ਇਹ ਹੈ ਕਿ ਗੁਰੂ ਤੇ ਗੁਰਬਾਣੀ, ਜਦੋਂ ਸਿੱਖ ਦੀ ਲਿਵ ਗੁਰੂ ਨਾਲ ਜੁੜਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਗੁਰੂ ਲਿਵ। ਤੇ ਜਦੋਂ ਗੁਰੂ ਲਿਵ ਦੇ ਵਿੱਚ ਜੰਗ ਲੜੀ ਜਾਂਦੀ ਹੈ ਤਾਂ ਉਸ ਮੌਕੇ ਇੱਕ ਅਜੀਬ ਕਿਸਮ ਦਾ ਆਤਮਿਕ ਜਿਹੜਾ ਬਲ ਹੈ ਉਹ ਅੰਦਰ ਆਉਂਦਾ ਹੈ, ਜਿਹੜਾ ਆਮ ਗਿਣਤੀਆਂ ਮਿਣਤੀਆਂ ਸਾਰੀਆਂ ਨੂੰ ਗਲਤ ਸਾਬਤ ਕਰ ਦਿੰਦਾ। ਸੋ ਇਸ ਕਰਕੇ ਜਿਹੜੀਆਂ ਸਿੱਖ ਜੰਗਾਂ ਲੜੀਆਂ ਗਈਆਂ ਗੁਰੂ ਜੰਗਾਂ ਤੋਂ ਲੈ ਕੇ, ਉਹ ਗੁਰੂ ਲਿਵ ਦੇ ਅਥਾਹ ਜੋਸ਼ ਦੇ ਵਿੱਚ ਲੜੀਆਂ ਗਈਆਂ। ਉਹ ਰੂਹਾਨੀ ਜਲਾਲ ਦੀ ਸਿਖਰ ਤੇ ਪਹੁੰਚ ਕੇ ਲੜੀਆਂ ਗਈਆਂ। ਉਹ ਸਾਰੀਆਂ ਜੰਗਾਂ ਬਾਰੇ। ਸੋ ਜੂਨ 84 ਦੇ ਵਿੱਚ ਇੱਕ ਜੋ ਮਾਹੌਲ ਸਿਰਜਿਆ, ਜਿਹਦੇ ਵਿੱਚ ਬਿਨਾਂ ਸ਼ੱਕ ਜੋ ਪ੍ਰਮੁੱਖ ਭੂਮਿਕਾ ਹੈ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ, ਕਿ ਉਹਨਾਂ ਨੇ ਆਪਣੀ ਰੂਹਾਨੀ ਹਸਤੀ ਦੇ ਨਾਲ ਉੱਥੇ ਇੱਕ ਰੂਹਾਨੀ ਮਾਹੌਲ ਸਿਰਜਿਆ, ਇੱਕ ਆਤਮਿਕ ਮਾਹੌਲ ਸਿਰਜਿਆ। ਉਸ ਮੌਕੇ ਜਿਹੜੇ ਸਿੰਘ ਲੜਨ ਵਾਸਤੇ ਤਿਆਰ ਹੋ ਰਹੇ ਸੀ, ਮੈਂ ਪਹਿਲਾਂ ਵੀ ਕਿਤੇ ਇੱਕ ਵਾਰ ਗੱਲ ਕੀਤੀ ਹੈ ਕਿ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ, ਸੰਤ ਜਰਨੈਲ ਸਿੰਘ ਦੀ ਅਗਵਾਈ ਕਰ ਰਹੇ ਨੇ, ਉੱਥੇ 2 ਕਿਸਮ ਦੀਆਂ ਤਾਕਤਾਂ, ਇੱਕ ਜਿਹੜੀਆਂ ਬਹੁਤ ਪ੍ਰਤੱਖ ਦ੍ਰਿਸ਼ਟਮਾਨ ਰੋਜ਼ ਪ੍ਰੈਸ ਬਿਆਨ ਦਿੰਦੇ ਨੇ, ਲੋਕਾਂ ਦੇ ਵਿੱਚ ਸਾਹਮਣੇ ਆਉਂਦੇ ਨੇ ਲੀਡਰ ਦੇ ਤੌਰ ਤੇ, ਜਿਹਦੇ ਚ ਮੇਨਲੀ ਫੈਡਰੇਸ਼ਨ ਦੀ ਲੀਡਰਸ਼ਿਪ, ਸਿੱਖ ਸੰਘ ਫੈਡਰੇਸ਼ਨ ਦੀ ਲੀਡਰਸ਼ਿਪ। ਪਰ ਸੰਤ ਜਿਹੜੀ ਤਿਆਰੀ ਕਰ ਰਹੇ ਸੀ ਲੜਨ ਦੀ, ਉਹਦੇ ਵਿੱਚ ਉਹਨਾਂ ਵਿੱਚੋਂ ਬਹੁਤ ਕੋਈ ਟਾਵਾਂ ਬਿਰਲੇ ਬੰਦਾ ਸੀ, ਬਾਕੀ ਉਹਨਾਂ ਦੇ ਸਿੰਘ ਹੋਰ ਸੀ ਜਿਹੜੇ ਲਗਾਤਾਰ ਆਪਣੇ ਆਪ ਨੂੰ ਉਸ ਅਵਸਥਾ 'ਚ ਉਹ ਲੜਾਈ ਵਾਸਤੇ ਤਿਆਰ ਕਰ ਰਹੇ ਸੀ, ਸਿਮਰਨ ਕਰਦੇ ਸੀ। ਉਹ ਕਿਤੇ ਪਬਲਿਕ ਦੇ ਵਿੱਚ ਨਹੀਂ ਸੀ ਵਿਚਰਦੇ। ਸੋ ਉਹ ਇੱਕ ਤਿਆਰੀ ਦਾ ਮਤਲਬ ਉਹ ਇੱਕ ਅਮਲ ਚੱਲਿਆ। ਸੋ ਉੱਥੇ ਜਿਹੜਾ ਮਾਹੌਲ ਬਣਿਆ
ਉਹਦੇ ਵਿੱਚ ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਦੀ ਰੂਹਾਨੀ ਹਸਤੀ ਜਾਂ ਸ਼ਖਸੀਅਤ ਦਾ ਹੀ ਬਹੁਤ ਵੱਡਾ ਰੋਲ ਹੈ, ਪਰ ਉੱਥੇ ਕੱਲੀ ਇੰਨੀ ਗੱਲ ਨਹੀਂ ਸੀ ਕਿ ਕਿਉਂਕਿ ਜਿਸ ਜਗ੍ਹਾ ਤੇ ਜੰਗ ਹੋ ਰਹੀ ਸੀ ਤੇ ਜਿਸ ਮਾਹੌਲ 'ਚ ਜੰਗ ਹੋ ਰਹੀ ਸੀ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਜੰਗ ਹੋ ਰਹੀ ਸੀ। ਫਿਰ ਇਹ ਕਿ ਅਕਾਲ ਤਖਤ ਉੱਥੇ ਕੇਂਦਰ ਬਣਿਆ ਉਸ ਜੰਗ ਦਾ। ਸੋ ਉੱਥੇ ਜਿਹੜੇ ਜੰਗ ਲੜ ਰਹੇ ਸਿੰਘ ਸੀਗੇ, ਉਹ ਆਪਣੇ ਆਪ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜਾਂ ਉਹਨਾਂ ਦੀ ਗੋਦ 'ਚ ਬੈਠੇ ਮਹਿਸੂਸ ਕਰਦੇ ਸੀ। ਸੋ ਜਦੋਂ ਇਸ ਤਰ੍ਹਾਂ ਦੇ ਪ੍ਰੇਰਨਾ ਨਾਲ ਜਾਂ ਜੋਸ਼ ਨਾਲ ਜੰਗ ਲੜੀ ਜਾਂਦੀ ਹੈ, ਤਾਂ ਉਹ ਫਿਰ ਸਾਰੀਆਂ ਜਿਹੜੀਆਂ ਦੁਨਿਆਵੀ ਗਿਣਤੀਆਂ ਮਿਣਤੀਆਂ ਉਹ ਪੁੱਠੀਆਂ ਪੈ ਜਾਂਦੀਆਂ। ਠੀਕ ਇਹੀ ਵਾਪਰਿਆ। ਜੇ ਤੁਸੀਂ ਜਨਰਲ ਬਰਾੜ ਦੀ ਜਾਂ ਜਿੰਨੇ ਵੀ ਉਹਨਾਂ ਬੰਦਿਆਂ ਦੇ ਬਿਰਤਾਂਤ ਪੜ੍ਹੋ, ਉਹਨਾਂ ਨੂੰ ਬਿਲਕੁਲ ਹੀ ਇਹ ਉਮੀਦ ਨਹੀਂ ਸੀ ਕਿ ਇੰਨੇ ਕੁ ਬੰਦੇ ਇਸ ਤਰ੍ਹਾਂ ਦੀ ਸਿਚੁਏਸ਼ਨ ਸਥਿਤੀ 'ਚ ਘਿਰੇ ਹੋਏ ਇੰਨਾ ਲੰਮਾ ਚਿਰ ਤੇ ਐਡੀ ਸਖਤ ਲੜਾਈ ਦੇ ਦੇਣਗੇ। ਸੋ ਗੱਲ ਕੀ ਸੀ ਕਿ ਉਹਨਾਂ ਨੇ ਜੋ ਆਪਦੀਆਂ ਗਿਣਤੀਆਂ ਕੈਲਕੂਲੇਸ਼ਨਸ ਕੀਤੀਆਂ, ਉਹਨਾਂ ਦੇ ਮਿਆਰ ਹੋਰ ਸੀ। ਸੋ ਉਹਦੇ ਵਿੱਚੋਂ ਉਹਨਾਂ ਨੇ ਦੇਖ ਲਿਆ ਬੰਦੇ ਕਿੰਨੇ ਨੇ, ਹਥਿਆਰ ਕਿੰਨੇ ਨੇ, ਮੋਰਚੇ ਕਿੰਨੇ ਨੇ, ਉਹਨਾਂ ਦੀ ਸਥਿਤੀ ਕੀ ਹੈ, ਤੇ ਉਹਦੇ ਵਿੱਚੋਂ ਉਹਨਾਂ ਨੇ ਹਿਸਾਬ ਲਾ ਲਿਆ ਕਿ ਇੰਨਾ ਚਿਰ ਹੀ ਲੜ ਸਕਣ। ਸੋ ਜੇ ਉਹ ਸਾਰੀਆਂ ਗਿਣਤੀਆਂ ਮਿਣਤੀਆਂ ਗਲਤ ਸਿੱਧ ਹੋਈਆਂ, ਤਾਂ ਉਹਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਮਾਹੌਲ 'ਚੋਂ ਜੰਗ ਲੜੀ ਜਾ ਰਹੀ ਸੀ, ਉਹਦੇ ਵਿੱਚ ਸਰੀਰਾਂ ਦੀ ਅਹਿਮੀਅਤ ਨਹੀਂ ਸੀ, ਹਥਿਆਰਾਂ ਦੀ ਵੀ ਵੱਡੀ ਅਹਿਮੀਅਤ ਨਹੀਂ ਸੀ। ਉਹਦੇ ਵਿੱਚ ਜਿਹੜਾ ਹੈਗਾ ਇੱਕ ਇਹ ਕਹਿ ਲਓ ਕਿ ਰੂਹਾਂ ਦੇ ਜ਼ੋਰ ਨਾਲ ਜੰਗ ਲੜੀ ਜਾ ਰਹੀ ਸੀ। ਸੋ ਇਹ ਬਹੁਤ ਚਿਰ ਬਾਅਦ ਜਾ ਕੇ ਇਤਿਹਾਸ 'ਚ ਇੱਕ ਲੰਮੇ ਵਕਫੇ ਬਾਅਦ ਇਹ ਵਰਤਾਰਾ ਵਾਪਰਿਆ, ਕਿਉਂਕਿ ਈਵਨ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਖਤਮ ਹੋਇਆ, ਅੰਗਰੇਜ਼ਾਂ ਨਾਲ ਵੀ ਜੰਗਾਂ ਹੋਈਆਂ, ਉਦੋਂ ਵੀ ਜਿਹੜੀ ਇਹ ਗੱਲ ਆ ਉਹ ਅੰਸ਼ਕ ਰੂਪ ਵਿੱਚ ਹੀ ਸਿੱਖਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਵਿੱਚ ਪ੍ਰਗਟ ਹੋਈ, ਕਿਉਂਕਿ ਉਦੋਂ ਬਹੁਤ ਕਿਸਮ ਦਾ ਹੋਰ ਪਤਨ ਹੋ ਚੁੱਕਿਆ ਸੀ। ਪਰ ਫਿਰ ਵੀ ਜਦੋਂ ਸਿੱਖਾਂ ਦੇ ਮਨਾਂ ਅੰਦਰ ਗੁਰੂ ਦੀ ਯਾਦ ਉਮੜਦੀ ਹੈ, ਉਹ ਤਾਜ਼ੀ ਹੁੰਦੀ ਹੈ, ਤਾਂ ਫਿਰ ਉਹ ਜਿਸ ਜੋਸ਼ ਨਾਲ ਲੜਦੇ ਉਹ ਬਹੁਤ ਵੱਖਰਾ ਹੁੰਦਾ। ਸੋ ਅੰਗਰੇਜ਼ ਵੀ ਚਕਿਰਤ ਹੋਏ ਸੀ ਉਸ ਮੌਕੇ ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਇੱਕ ਲੰਮਾ ਸਿਲਸਿਲਾ ਚੱਲਿਆ ਜਦੋਂ ਸਿੱਖਾਂ ਨੇ ਜੰਗਾਂ ਲੜਨੀਆਂ ਬੰਦ ਕਰ ਦਿੱਤੀਆਂ। ਇਹ ਕਹਿ ਲਓ ਕਿ ਇੱਕ ਸ਼ਾਂਤਮਈ ਜੱਦੋ-ਜਹਿਦ ਦਾ ਦੌਰ ਸ਼ੁਰੂ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ, ਤਕਰੀਬਨ ਇੱਕ ਸਦੀ ਤੋਂ ਕਿਤੇ ਜਾ ਕੇ ਵੱਧ। ਸੋ ਉਸ ਸਦੀ ਦੇ ਅੰਦਰ ਵੀ ਸਿੱਖਾਂ ਨੇ ਸਿਦਕ ਦੇ ਬਹੁਤ ਜਲਵੇ ਜਾਂ ਨਜ਼ਾਰੇ ਪੇਸ਼ ਕੀਤੇ, ਪਰ ਜਿਹੜਾ ਜੰਗ ਸੀਗੀ ਉਹ ਕਿਤੇ ਇਸ ਤਰ੍ਹਾਂ ਦੀ ਖੁੱਲ੍ਹਮ ਖੁੱਲੀ ਜੰਗ ਨਹੀਂ ਹੋਈ। ਸ਼ਹਾਦਤਾਂ ਬਹੁਤ ਹੋਈਆਂ, ਤੇ ਉਹ ਸ਼ਹਾਦਤਾਂ ਵੀ ਉਹਨਾਂ ਦੀ ਕੋਈ ਸ਼ਾਨ ਘੱਟ ਨਹੀਂ ਉਹ ਸ਼ਹਾਦਤਾਂ ਦੀ। ਪਰ ਜਿਵੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਕਿ ਸਿੱਖ ਦੀ ਜਿਹੜੀ ਅਧਿਆਤਮਕ ਬਣਤਰ ਹੈ ਉਹ ਕੁਛ ਇਸ ਤਰ੍ਹਾਂ ਦੀ ਹੈ ਕਿ ਉਹਦੇ ਵਾਸਤੇ ਜੰਗ ਦੇ ਅਨੁਭਵ ਚੋਂ ਲੰਘਣਾ ਉਹਨੂੰ ਬਹੁਤ ਜ਼ਰੂਰੀ ਹੈ। ਜੰਗ ਦੇ ਅਨੁਭਵ ਚੋਂ ਲੰਘੇ ਬਗੈਰ ਸਿੱਖ ਦੀ ਜਿਹੜੀ ਹੈਗੀ ਹੈ ਰੂਹਾਨੀ ਉਹ ਸਿਖਰ ਤੇ ਨਹੀਂ ਪਹੁੰਚ ਸਕਦਾ। ਸੋ ਕਿਤੇ ਨਾ ਕਿਤੇ ਜਿਹੜੀ ਜੰਗ ਹੈ ਤੇ ਸ਼ਹਾਦਤ ਹੈ ਉਹ ਸਾਰੇ ਸਿੱਖ ਦੇ ਅਮਲ ਦਾ ਇੱਕ ਪਾਰਟ ਬਣਦੀ ਹੈ, ਕਿਉਂਕਿ ਸ਼ਹਾਦਤ ਦੇ ਸਿਖਰ ਤੇ ਜਾ ਕੇ ਹੀ ਜਿਹੜੀ ਉਹਦੀ ਚੇਤਨਾ ਸਿੱਖ ਦੀ ਉਹ ਪੂਰੀ ਤਰ੍ਹਾਂ ਪ੍ਰਚੰਡ ਹੁੰਦੀ ਹੈ। ਸੋ ਇਸ ਕਰਕੇ ਜੰਗ ਦੇ ਅਨੁਭਵ ਚੋਂ ਕੱਢਣਾ, ਇੱਥੇ ਇੱਕ ਅਹਿਮ ਨੁਕਤਾ ਇਹ ਹੈ ਕਿ ਜਿਹੜੀਆਂ ਗੁਰੂ ਜੰਗਾਂ ਨੇ ਉਹਨਾਂ ਨੂੰ ਅਸੀਂ ਕਿਵੇਂ ਦੇਖਣਾ। ਆਮ ਤੌਰ ਤੇ ਜੋ ਅਣਜਾਣ ਇਤਿਹਾਸਕਾਰ ਹੈ ਉਹ ਜੰਗਾਂ ਦੇ ਜੋ ਵਕਤੀ ਕਾਰਨ, ਜੋ ਉਸ ਮੌਕੇ ਦੇ ਕੁਝ ਹਾਦਸੇ ਵਾਪਰਦੇ, ਉਹਨਾਂ ਦੇ ਨਾਲ ਜੋੜ ਕੇ ਉਹਨਾਂ ਜੰਗਾਂ ਦੀ ਵਿਆਖਿਆ ਕਰਦੇ ਕਿ ਛੇਵੇਂ ਪਾਤਸ਼ਾਹ ਦੀ ਪਹਿਲੀ ਜੰਗ ਕਿ ਜਿਹੜਾ ਬਾਜ ਸੀ ਸਿੰਘਾਂ ਨੇ ਉਹ ਜ਼ਖਮੀ ਕਰਕੇ ਸੁੱਟ ਲਿਆ ਸੀ ਤੇ ਫੌਜਦਾਰ ਨੂੰ ਕ੍ਰੋਧ ਚੜ੍ਹ ਗਿਆ ਤੇ ਜੰਗ। ਇਹ ਤੱਥ ਦੇ ਤੌਰ ਤੇ ਗੱਲ ਗਲਤ ਨਹੀਂ, ਇਸ ਤਰ੍ਹਾਂ ਹੀ ਵਾਪਰਿਆ, ਪਰ ਇਹੀ ਗੱਲ ਕੱਲੀ ਉਸ ਜੰਗ ਦਾ ਕਾਰਨ ਨਹੀਂ ਬਣੀ। ਸੋ ਗੁਰੂ ਸਾਹਿਬਾਨ ਨੂੰ ਇਹ ਪਤਾ ਸੀ ਕਿ ਸਿੱਖ ਨੂੰ ਜੰਗ ਦੇ ਅਨੁਭਵ ਚੋਂ ਲੰਘਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਉਹਦੀ ਸ਼ਖਸੀਅਤ ਮੁਕੰਮਲ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੀ ਜੰਗ ਤੇ ਸ਼ਹਾਦਤ ਹੈ ਉਹ ਵਾਰ-ਵਾਰ ਸਾਰੇ ਇਤਿਹਾਸ ਦੇ ਵਿੱਚ ਸਿੱਖ ਦੇ ਨਾਲ ਚੱਲਦੀ ਹੈ। ਸੋ ਇੱਥੇ ਆ ਕੇ ਜਿਹੜੀ ਇਹ ਜੰਗ ਲੜੀ ਗਈ, ਮੈਂ ਜਿਹੜੀ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੁੰਦਾ ਕਿ
एडे लम्मे वक्फे बाद जदों जंग प्रति नजर ही बदल गया सिखां दा, ये पहली बार वापरिया। 1849 तक ये गल नहीं सी वापरी। 1849 तो बाद कुछ सिखां दे विश्वास बन गए जिहड़े सिख परंपरा चों नहीं बने, आधुनिक ज्ञान चों बने, जिहदे चों एक पक्का विश्वास ये पक्का हो गया कि जिहड़ी हिंसा है वो किसी मसले का हल नहीं। सिख अहिंसा का पुजारी हो गया। सो सिख हिंसा ते अहिंसा प्रति सिख नजरिया की है ये भुल गया। एक पासड़ होके जो समय की विचारधारा है ਉਹਦੇ ਵਿੱਚ ਉਹ भी जो स्टेट वालों ਜਾਂ मौके ਦੀਆਂ हुक्मरान ताकतां वालों प्रचारी गई उस दा शिकार होके ਉਹਦਾ एक हिंसा प्रति ਜਿਹੜਾ नजरी है ਉਹ बदल गया। ਹੁਣ ਜਿਹੜਾ ਇਹ विश्वास ਬਣਿਆ सिख ਦਾ कि हिंसा किसी मसले का हल नहीं, ये कित्थों? ये सिख परंपरा तो नहीं, ना ये गुरु ग्रंथ साहब की जो अध्यात्मक रमज है ਉਹਦੇ ਵਿੱਚੋਂ निकलिया। ये समय के प्रभाव चो दुनियावी प्रभाव चो ग्रहण किया। बस जदों सिख की लिव उतों टुटती है अपने श्री गुरु ग्रंथ साहब तो फिर वो हौली हौली अपने विरसे नूं होर तरह देखण लग जाता है, अपने इतिहास नूं होर तरह देखण लग जाता है, उसकी पेशकारी होर तरह करन लग जाता है। सो मैं काफ़ी लिखतां दे विच भी तो बोलण वेले भी इस गल ते जोर दिता है कि संत जरनैल सिंह भिंडरांवाले की जिहड़ी वडियाई है जां महत्ता है वो इत्थों समझ आउंदी है कि एक पुट्ठी वग रही धारा सी जिहड़ी पंथ दे अंदर ही चल पई सी, जिहड़ी बहुत मूँह जोर हो गई सी, उस धारा दा मूँह पवा देना ये अज कहना सौखा है। पर वो लड़ाई उन्होंने जिमें लड़ी ते जिमें वो कौम नूं उस अवस्था तक लैके गए तो वो कोई छोटी गुरु की बख्शिश सी। सो गुरु लिव दे अथाह जोश विच लड़ी गई ये जंग सी। इस करके इस जंग नूं असीं दूजियां जंगां वांगू नहीं देख सकते ते ना ही इहदा असीं उस तरह मुलांकन कर सकते हैं। अज फिर जिहड़ी साडे दे विच एक 84 तो बाद अज तक लगातार जिहड़ा विद्वान वर्ग है साडा उसने 84 तक भी लगातार संत जरनैल सिंह भिंडरांवाले दी उन्हां नूं पूरी समझ नहीं आई, क्योंकि उन्होंने उस समय का जो दुनियावी ज्ञान है वो प्राप्त किया तो उस ज्ञान से उन्होंने बहुत ही बेलोड़ा मान, बड़ी हौमे है। इस करके उन्होंने उदों भी संतां प्रति लगातार नुक्ताचीनी करते रहे कि इनू समझ नहीं, कौम नूं मरवा देना है, जे वो जो कुछ भी किया। 1984 तो बाद अज तक भी तो संत शहीद हो गए, खुल के नहीं कह सकते, पर वो किते ना किते लगातार के देखो जी उन्होंने बहुती सियाणप नहीं की, वो पढ़े लिखे नहीं सी ते भी उन्होंने कोई दूर अंदेशी नहीं सी, कौम नूं इस तरह की सिचुएशन छुटता। सो ये जिहड़ियां सारियां गल्लां इसने कौम नूं काफ़ी ढाह लाई, ये काफ़ी पावरफुल है। ईवन जिहड़े आपदे आप नूं संतां दे पैरोकार समझदे अज संत जरनैल सिंह की विचारधारा ते चलण का दावा करते वो भी ये कह रहे कि उदों ठीक सी पर अज सानू बिल्कुल पूरा मन रह के लड़ाई लड़नी चाहिए। ये ठीक है कि लड़ाई के पैंतड़े कदे हिंसा ते तुहानू उतरना पैंदा, कदे बिल्कुल पूरा मन ढंग नाल लड़ना पैंदा, इस गल बारे कोई दो रामा नहीं। पर यदी पुष्टि तुसीं इस गल की प्रमाणिकता कित्थों देओ कि मौजूदा समय का जो एक प्रभाव बन चुके है उस तो या सिख परंपरा दे विच, सिख परंपरा विच भी दौर आए जो लम्मा चिर सिखां ने नहीं जंगां लड़ियां उदों कुछ होर कर रहे हुंदे, सो ओहदी तैयारी कर रहे हुंदे। सो इस जंग नूं मेरा ख्याल है एक होर अहम नुकता यह है 84 की जंग का ये कहना कि जो सिख कौम उत्ते जुल्म हो रहे सी ये उहदे विरोध ते प्रति कर्म चों उत्पन्न हुई, ये बयान भी पूरा ठीक नहीं। मेरे मुताबिक ये है कि इन इस तरह देखना चाहिए कि सिख कौम की अध्यात्मक चढ़तल चों पैदा हुई है जंग। जो उन्होंने इस तरह देखांगे असीं अध्यात्मक चढ़तल चों निकली जंग नूं, साडू वो जंग का जो उत्थे नज़ारा पेश होया वो भी समझ आ जू ते उस तो बाद साडे सामने अज कारज की असीं किवें देखना है वो भी सानू पता लग ते जदों सिर्फ जुल्मां तक सीमित कर देना सारी गल फिर उहदे विचों साडे सारे जिहड़े कारज ते दिशा वो वक्री तरह की निकल आउंदी है। सो अध्यात्मक पहलू नूं इन्ना नज़र अंदाज कर देना
ਉਹਦੇ ਨਾਲ ਨਾ ਉਸ ਜੰਗ ਨੂੰ ਸਮਝਿਆ ਜਾ ਸਕਦਾ ਤੇ ਨਾ ਉਸ ਜੰਗ ਦੀ ਜਿਹੜੀ ਸ਼ਾਨ ਹੈ ਉਹਨੂੰ ਕਾਇਮ ਰੱਖਿਆ ਜਾ ਸਕਦਾ ਹੈ, ਤੇ ਨਾ ਹੀ ਕੌਮ ਦੇ ਜਿਹੜੇ ਹਿੱਤ ਨੱਜ ਵਰਤਮਾਨ ਸਮੇਂ ਦੇ ਵਿੱਚ ਉਹਨਾਂ ਨੂੰ ਬਚਾ ਕੇ ਰੱਖਿਆ ਜਾ ਸਕਦਾ। ਸੋ ਇਹ ਗੱਲਾਂ ਜਿਹੜੀਆਂ ਨੇ ਕਿ ਸਿੱਖ ਜਦੋਂ ਗੁਰੂ ਲਿਵ ਦੇ ਜੋਸ਼ ਵਿੱਚ ਲੜਦਾ ਹੈ ਤਾਂ ਉਦੋਂ ਹੀ ਉਹ ਅਸਲੀ ਆਪਣੇ ਕਿਰਦਾਰ ਦਾ ਪ੍ਰਗਟਾਵਾ ਕਰਦਾ ਹੈ। ਅਦਰਵਾਈਜ਼ ਉਹਦਾ ਜਿਹੜਾ ਅਮਲ ਹੈ ਉਹ ਤੁੱਛ ਪੱਧਰ ਤੇ ਰਹਿੰਦਾ। ਸੋ ਸਾਡੇ ਜੇ ਅੱਜ ਵੱਡੇ ਹਿੱਸਿਆਂ ਦਾ ਅਮਲ ਤੁੱਛ ਪੱਧਰ ਤੇ ਰਹਿ ਰਿਹਾ ਹੈ ਤਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਅਜੇ ਤੱਕ ਵੀ ਜੂਨ 1984 ਦੇ ਜਿਹੜਾ ਸਾਰੀ ਜੰਗ ਲੜੀ ਗਈ ਹੈ ਉਹਦੇ ਕਾਰਨਾਂ ਨੂੰ ਅਸੀਂ ਜੋ ਲੋਕ ਆਮ ਦੇਖਦੇ ਨੇ ਜਿਵੇਂ ਜੰਗਾਂ ਨੂੰ ਉਸ ਤਰ੍ਹਾਂ ਹੀ ਦੇਖਣ ਦਾ ਯਤਨ ਕਰਦੇ ਹਾਂ, ਕਿਉਂਕਿ ਇੱਕ ਨਿਯਮ ਇਹ ਵੀ ਕੰਮ ਕਰਦਾ ਜਦੋਂ ਅਸੀਂ ਸਿੱਖ ਜੰਗਾਂ ਨੂੰ ਸਮਝਣਾ ਹੈ ਕਿ ਇੱਕ ਤਾਂ ਹੁੰਦੇ ਨੇ ਦ੍ਰਿਸ਼ਟਮਾਨ ਕਾਰਨ, ਤੁਹਾਨੂੰ ਸਾਹਮਣੇ ਦਿਸਦੇ ਨੇ, ਜਿਵੇਂ ਛੇਵੇਂ ਪਾਤਸ਼ਾਹ ਦੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਬਾਜ਼ ਸੁੱਟ ਲੈਣਾ ਤੇ ਫੌਜਦਾਰ ਦਾ ਗੁੱਸੇ ਹੋਣਾ, ਇਹ ਇੱਕ ਦ੍ਰਿਸ਼ਟਮਾਨ ਤੱਤ। ਸੋ ਦ੍ਰਿਸ਼ਟਮਾਨ ਜਿਹੜੇ ਨਿੱਕੇ ਨਿੱਕੇ ਕਾਰਨ ਹੁੰਦੇ ਉਹਨਾਂ ਦੇ ਪਿੱਛੇ, ਉਹਨਾਂ ਦੇ ਪਿਛੋਕੜ ਦੇ ਵਿੱਚ ਇੱਕ ਹੋਰ ਵੀ ਸਿਲਸਿਲਾ ਚੱਲ ਰਿਹਾ ਹੁੰਦਾ। ਉਹ ਸਿਲਸਿਲੇ ਨੂੰ ਸਮਝਣਾ, ਜਿਵੇਂ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਦ੍ਰਿਸ਼ਟਮਾਨ ਨਿੱਕੇ ਕਾਰਨਾਂ ਦੇ ਪਿਛੋਕੜ ਦੇ ਵਿੱਚ ਇੱਕ ਹੜ ਵਗ ਰਿਹਾ ਹੁੰਦਾ, ਕੋਈ ਜਿਹੜਾ ਅਦ੍ਰਿਸ਼ਟ ਹੈ, ਤੇ ਕਿਸੇ ਨੁਕਤੇ ਤੇ ਆ ਕੇ ਉਸ ਹੜ ਨੇ ਜੰਗ ਦਾ ਨਜ਼ਾਰਾ ਪੇਸ਼ ਕਰ। ਸੋ ਜੰਗਾਂ ਨੂੰ ਮਨਥੀ ਸਿੱਖ ਅਮਲ ਚੋਂ ਕਦੇ ਵੀ ਨਹੀਂ ਕੀਤਾ ਜਾ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਹਰ ਵੇਲੇ ਜੰਗਾਂ ਲੜਦੇ ਰਹਿਣਗੇ। ਜੰਗ ਅਮਨ ਦਾ ਹੋਵੇ ਦੌਰ ਜਾਂ ਜੰਗ ਦਾ ਹੋਵੇ, ਸਿੱਖ ਦੀ ਜਿਹੜੀ ਹੈਗੀ ਹੈ ਰੂਹਾਨੀ ਅਵਸਥਾ ਉਹ ਇੱਕੋ ਹੋ। ਸੋ ਇਸ ਕਰਕੇ ਅਮਨ ਦੇ ਦੌਰ 'ਚ ਵੀ ਉਹਦਾ ਜਿਹੜਾ ਕਿਰਦਾਰ ਹੈ ਉਹ ਉਸ ਤਰ੍ਹਾਂ ਦਾ ਪ੍ਰਗਟ ਹੋਊ, ਤੇ ਜਦੋਂ ਉਹ ਤੇਗ ਵੀ ਚੁੱਕੂ ਤਾਂ ਜੇ ਉਹ ਅਧਿਆਤਮਕ ਚੜਤਲ ਚੋਂ ਤੇਗ ਚੁੱਕੀ ਹੈ ਤਾਂ ਉਸ ਤੇਗ ਦੀ ਧਾਰ ਵਿੱਚ ਵੀ ਰਹਿਮ ਹੋਊਗਾ, ਉਹ ਜ਼ਾਲਮ ਨਹੀਂ ਹੋਊ। ਇਸੇ ਕਰਕੇ ਇਹ ਵਰਤਾਰੇ ਇਸ ਤਰ੍ਹਾਂ ਵਾਪਰੇ। ਈਵਨ ਖਾੜਕੂ ਲਹਿਰ ਦੇ ਵਿੱਚ, ਇਹ ਚਲੋ ਆਪਾਂ ਵਿਸ਼ਾ ਅੱਜ ਇੱਥੇ ਨਹੀਂ ਛੋਂਦੇ, ਇਹ ਕਿਤੇ ਫੇਰ ਕਰਨ ਵਾਲਾ ਹੈ ਕਿ ਖਾੜਕੂ ਸੰਘਰਸ਼ ਨੂੰ ਇਸ ਜੰਗ ਦੀ ਕੰਟੀਨਿਊਟੀ ਵਿੱਚ ਹੀ ਦੇਖਣਾ ਚਾਹੀਦਾ, ਤੇ ਉਸ ਬਾਰੇ ਵੀ ਇਸ ਜੰਗ ਨੂੰ ਇਸ ਜੰਗ ਦੀ ਜਿਹੜੀ ਸ਼ਾਨ ਹੈ ਉਹਨੂੰ ਮੱਧਮ ਪਾਉਣ ਵਾਸਤੇ ਕਈ ਵਾਰ ਸੰਤ ਜਰਨੈਲ ਸਿੰਘ ਦੇ ਆਲੇ ਦੁਆਲੇ ਜੁੜੇ ਲੋਕਾਂ ਦੇ ਕੋਈ ਮਾੜਾ ਕਿਰਦਾਰ ਹੈ, ਕੋਈ ਹੋਰ ਹੈ, ਉਹਨਾਂ ਨੂੰ ਜਿੰਨਾ ਉਛਾਲ ਕੇ ਪੇਸ਼ ਕੀਤਾ ਜਾਂਦਾ ਹੈ ਉਹਦੇ ਨਾਲ ਉਹਦੀ ਸਾਰੀ ਜਿਹੜੀ ਮਹੱਤਤਾ ਹੈ ਉਹਨੂੰ ਝਟਲਾਉਣ ਦੇ ਯਤਨ ਕੀਤੇ ਜਾਂਦੇ ਕਿਤੇ ਵੀ। ਕਿਉਂਕਿ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ, ਇਹ ਜੰਗ ਕਿਸ ਕਿਸਮ ਦੇ ਮਾਹੌਲ 'ਚ ਲੜੀ ਗਈ ਹੈ, ਜਦੋਂ ਕੌਮ ਲੰਮਾ ਚਿਰ ਇੱਕ ਨਿਵਾਣ ਵੱਲ ਜਾ ਰਹੀ ਹੈ, ਇੱਕ ਨਿਘਾਰ ਵੱਲ ਜਾ ਰਹੀ ਹੈ। ਉਸ ਚਿੱਕੜ 'ਚੋਂ ਕੱਢਣਾ ਕੌਮ ਨੂੰ, ਉਸ ਚਿੱਕੜ ਨਾਲ ਲਿਬੜੇ ਹੋਏ ਕੁਛ ਤੱਤ ਜਿਹੜੇ ਨੇ ਉਹ ਲਹਿਰ ਦੇ ਵਿੱਚ ਜ਼ਰੂਰ ਆਉਣਗੇ, ਉਹ ਵੀ ਆਏ। ਪਰ ਕਿਸੇ ਵੀ ਜੰਗ ਨੂੰ ਦੇਖਣਾ ਜਾਂ ਲਹਿਰ ਨੂੰ ਦੇਖਣਾ, ਉਹਦੇ ਬਾਰੇ ਜੋ ਤੁਸੀਂ ਨਜ਼ਰੀਆ ਬਣਾਉਣਾ ਹੈ, ਉਹਦੀ ਜਿਹੜੀ ਕੋਰ ਹੈ, ਉਹਦਾ ਜਿਵੇਂ ਜੋ ਉਹਦੀ ਗਿਰੀ ਹੈ, ਜਿਵੇਂ ਬਦਾਮ ਦਾ ਜਿਹੜਾ ਖਾਸਾ ਹੈ ਉਹਦੇ ਛਿੱਲੜ ਤੋਂ ਨਹੀਂ, ਉਹਦੀ ਗਿਰੀ ਕੀ ਹੈ, ਉਹਦਾ ਕੋਰ ਕੀ ਹੈ। ਸੋ ਉਹ ਕੋਰ ਜਿਹੜੀ ਹੈ, ਜੇ ਖਾੜਕੂ ਲਹਿਰ ਇੰਨਾ ਚਿਰ ਚੱਲੀ ਇੰਨੀਆਂ ਔਖੀਆਂ ਹਾਲਤਾਂ 'ਚ ਵੀ, ਤਾਂ ਉਹਦਾ ਸਿਹਰਾ ਉਸ ਕੋਰ ਨੂੰ ਜਾਂਦਾ। ਉਹ ਜੁਝਾਰੂ ਸਿੰਘ ਜਿਹੜੇ ਬਿਲਕੁਲ ਉਸੇ ਰੂਹਾਨੀ ਅਵਸਥਾ 'ਚ ਰਹਿ ਕੇ ਲੜੇ, ਉਸੇ ਤਰ੍ਹਾਂ ਹੀ ਸ਼ਹੀਦ ਹੋਏ, ਜਿਨ੍ਹਾਂ ਦੇ ਮਨਾਂ 'ਚ ਕਿਤੇ ਵੀ ਕੋਈ ਨਾ ਦੁਨਿਆਵੀ ਗਰਜ, ਨਾ ਸੋਚ, ਨਾ ਭਾਵਨਾ ਕਿਤੇ ਵੀ ਨਹੀਂ ਸੀ। ਸੋ ਇਸ ਤਰ੍ਹਾਂ ਮੇਰਾ ਖਿਆਲ ਕਿ ਆਹ ਇੱਕ ਕੁਛ ਮੋਟੇ ਜਿਹੇ ਨੁਕਤੇ ਨੱਜ, ਕਿਉਂਕਿ ਉਸ ਜੰਗ ਮੌਕੇ ਵੀ ਤੇ ਅੱਜ ਵੀ ਇੱਕ ਵਿਚਾਰਧਾਰਕ ਜੰਗ ਲੜੀ ਜਾ ਰਹੀ ਹੈ। ਉਸ ਜੰਗ ਦੀ ਸ਼ਾਨ ਨੂੰ ਮੱਧਮ ਪਾਉਣ ਵਾਸਤੇ ਇਹੋ ਜਿਹੇ ਵਿਚਾਰ ਤੇ ਵਿਚਾਰਧਾਰਾ ਫੈਲਾਈ ਜਾ ਰਹੀ ਹੈ ਸਾਡੇ ਰਾਹੀਂ, ਸਾਡੇ ਵਿਦਵਾਨਾਂ ਰਾਹੀਂ, ਸਾਡੇ ਪ੍ਰਚਾਰਕਾਂ ਰਾਹੀਂ, ਜਿੱਥੇ ਸਾਰੇ ਹਿਸਾਬ ਕਿਤਾਬ ਨਫੇ ਨੁਕਸਾਨ ਦੇ ਹੈ, ਬਿਲਕੁਲ ਕੀ ਖੱਟਿਆ ਕੀ ਗਵਾਇਆ, ਉਹ ਵੀ ਬਿਲਕੁਲ ਦੁਨਿਆਵੀ ਅਰਥਾਂ 'ਚ, ਕਿਉਂਕਿ ਉਹਨਾਂ ਦੀ ਕਿਸੇ ਵੀ ਸੋਚ ਦੇ ਵਿੱਚ ਜਿਹੜੀ ਅਧਿਆਤਮਕਤਾ ਹੈ ਉਹਦਾ ਕੋਈ ਮੁੱਲ ਨਹੀਂ, ਉਹ ਦੁਨਿਆਵੀ ਗਿਣਤੀਆਂ ਮਿਣਤੀਆਂ ਕਰਦੇ। ਸੋ ਜਦੋਂ ਉਸ ਐਂਗਲ ਤੋਂ ਦੇਖਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਪ੍ਰਾਪਤੀ ਘੱਟ ਹੋਈ, ਨੁਕਸਾਨ ਬਹੁਤ ਹੋ ਗਿਆ।
ਤੇ ਜੇ ਫਿਰ ਨੁਕਸਾਨ ਬਹੁਤ ਹੋ ਗਿਆ, ਫਿਰ ਉਹ ਜਿਨ੍ਹਾਂ ਨੇ ਜੰਗ ਲੜੀ ਉਹਨਾਂ ਦੀ ਸ਼ਹਾਦਤ ਦਾ ਮੁੱਲ ਕੀ ਰਹੇ। ਸੋ ਇਹ ਜਿਹੜਾ ਗੁਮਾਨ ਪੈਦਾ ਹੋਇਆ ਆਪਦੇ ਗਿਆਨ ਦੇ ਉੱਤੇ, ਤੇ ਉਸ ਗੁਮਾਨ ਦੇ ਵਿੱਚੋਂ ਜਿੰਨਾ ਕੂੜ ਪ੍ਰਚਾਰ ਸ਼ੁਰੂ ਹੋ ਗਿਆ, ਤੇ ਇਹਦੇ ਨਾਲ ਕੌਮ ਦਾ ਬਹੁਤ ਨੁਕਸਾਨ ਕੀਤਾ ਜਾ ਰਿਹਾ ਹੈ। ਸੋ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਆਪਣਾ ਸੰਤੋਲ ਕਾਇਮ ਰੱਖ ਕੇ ਇਸ ਜੰਗ ਪ੍ਰਤੀ ਨਜ਼ਰੀਆ ਕੀ ਅਪਣਾਉਣਾ ਹੈ, ਤੇ ਉਸ ਜੰਗ ਦੇ ਜਿਹੜੇ ਆਦਰਸ਼ ਸੀ ਉਹਨਾਂ ਨੂੰ ਅੱਜ ਬਦਲਵੀਆਂ ਹਾਲਤਾਂ 'ਚ ਅੱਗੇ ਕਿਵੇਂ ਲੈ ਕੇ ਜਾਣਾ, ਇਸ ਤੇ ਸਾਨੂੰ ਅੱਜ ਪੂਰਾ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਸੋ ਇੰਨੇ ਕੁ ਮੈਂ ਆਪਣੇ ਵੱਲੋਂ ਮੋਟੀਆਂ ਜਿਹੀਆਂ ਗੱਲਾਂ ਕੀਤੀਆਂ। ਵੈਸੇ ਤਾਂ ਇਹ ਮਸਲਾ ਇਸ ਤਰ੍ਹਾਂ ਦਾ ਹੈ, ਇੰਨੇ ਥੋੜੇ ਸਮੇਂ 'ਚ ਇਹਦੇ ਬਾਰੇ ਗੱਲ ਨਹੀਂ ਹੋ ਸਕਦੀ, ਪਰ ਮੈਂ ਜੋ ਬੁਨਿਆਦੀ ਤੇ ਮਹੱਤਵਪੂਰਨ ਗੱਲਾਂ ਸੀ ਉਹ ਰੱਖੀਆਂ। ਤੇ ਇਹ ਗੱਲ ਹੁਣ ਜੇ ਆਪਾਂ ਅੱਗੇ ਤੁਰੂਗੀ ਬਹਿਸ ਦੇ ਰੂਪ 'ਚ ਤਾਂ ਆਪਾਂ ਹੋਰ ਪੱਖ ਲਿਆਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਭਾਈ ਅਜਮੇਰ ਸਿੰਘ ਜੀ। ਜਿੱਦਾਂ ਭਾਈ ਅਜਮੇਰ ਸਿੰਘ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਜੰਗ ਸੀ ਜੂਨ 1984 ਦੀ, ਇਹ ਕੁਛ ਵੱਖਰੇ ਹਾਲਾਤਾਂ ਦੇ ਵਿੱਚੋਂ, ਜਦੋਂ ਲੰਮਾ ਸਮਾਂ ਕੌਮ ਉਹ ਜੰਗ ਦੇ ਅਮਲ ਚੋਂ ਬਾਹਰ ਸੀਗੀ, ਜੰਗ ਦੇ ਅਮਲ ਦੇ ਵਿੱਚ ਨਹੀਂ ਸੀਗੀ, ਉਹਨਾਂ ਹਾਲਾਤਾਂ ਦੇ ਵਿੱਚ ਲੜੀ ਗਈ। ਤੇ ਇਹਦਾ ਧੁਰਾ ਸਾਨੂੰ ਪਛਾਣਨਾ ਪੈਣਾ। ਤੇ ਜਦੋਂ ਵੀ ਕਦੇ ਸਿੱਖ ਦੇ ਹੱਥ ਦੇ ਵਿੱਚ ਤੇਗ, ਜਦੋਂ ਉਹ ਰੂਹਾਨੀ ਚੜ੍ਹਤਲ ਚੋਂ ਚੁੱਕੀ ਜਾਊਗੀ, ਉਦੋਂ ਹੀ ਸਰਬੱਤ ਦੇ ਭਲੇ ਦੇ ਯੋਗ ਹੋਊਗੀ। ਤੇ ਜਿਹੜੀ ਸਿੱਖ ਲਈ ਜਿਹੜਾ ਜੰਗ ਦਾ ਅਮਲ ਹੈ ਉਹਦੇ ਚੋਂ ਲੰਘਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਤੇ ਕਿਤੇ ਨਾ ਕਿਤੇ ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਭਾਂਪ ਲਈ ਸੀ, ਤੇ ਇਸੇ ਕਰਕੇ ਜਿਹੜਾ ਉਹ ਜੰਗ ਦੇ ਅਮਲ ਦੇ ਵਿੱਚੋਂ ਅਸੀਂ ਲੰਘੇ ਹਾਂ। ਤੇ ਇਹਦੇ ਬਾਬਤ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਦਾ ਵੀ ਆਉਂਦਾ ਹੈ ਕਿ ਜਿਹੜੀ ਅੰਤਮ ਸੱਚ ਜਿਹੜਾ ਜ਼ਿੰਦਗੀ ਦਾ ਉਹ ਮੌਤ ਹੀ ਹੁੰਦਾ ਹੈ, ਤੇ ਯੁੱਧ ਦੀ ਮੌਤ ਨੂੰ ਗੁਰੂ ਪਾਤਸ਼ਾਹ ਨੇ ਉੱਤਮ ਮੌਤ ਮੰਨਿਆ। ਤੇ ਸਾਨੂੰ ਇਹ ਸਾਰੇ ਵਰਤਾਰੇ ਨੂੰ ਉਸ ਜੰਗ ਦੇ ਰੂਪ ਦੇ ਵਿੱਚੋਂ ਵੇਖਣਾ ਚਾਹੀਦਾ, ਨਾ ਕਿ ਜੋ ਪ੍ਰਚਲਿਤ ਨਾਮ ਕਰ ਦਿੱਤੇ ਗਏ ਆ, ਉਹ ਭਾਵੇਂ ਸਾਕਾ ਨੀਲਾ ਤਾਰਾ ਹੈ ਜਾਂ ਹੋਰ ਜਿਹੜੇ ਨਾਮ ਸਾਨੂੰ ਪ੍ਰਚਲਿਤ ਕਰਦੇ, ਉਹਦੀ ਬਜਾਏ ਸਾਨੂੰ ਆਪਣੀ ਰਵਾਇਤ ਚੋਂ ਖੜ ਕੇ ਦੀ ਕੀ ਮਹੱਤਤਾ ਹੈ ਤੇ ਕਿਸ ਹਾਲਾਤਾਂ ਚੋਂ ਤੇ ਕਿਸ ਰੂਹ ਨਾਲ ਇਹ ਜੰਗ ਲੜੀ ਗਈ ਉਹਨੂੰ ਪਛਾਣਨਾ ਪੈਣਾ। ਬਹੁਤ ਬਹੁਤ ਮਿਹਰਬਾਨੀ। ਸਾਡੇ ਕੋਲ ਕਾਫੀ ਸਵਾਲ ਜਿਹੜੇ ਆ ਉਹ ਦਰਸ਼ਕਾਂ ਦੇ ਆ ਗਏ। ਪਹਿਲਾ ਸਵਾਲ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੂੰ ਹੈਗਾ ਕਿ ਤੁਹਾਨੂੰ ਸਵਾਲ ਕੀਤਾ ਹੈ ਜੀ ਕਿ ਕੀ ਸਿੱਖਾਂ ਨੂੰ ਹੁਣ ਵੀ ਕਨਫੈਡਰੇਸ਼ਨ ਵਾਲੇ ਰਾਹ ਪੈਣਾ ਚਾਹੀਦਾ ਜਾਂ ਖਾਲਸਾਈ ਸਿਧਾਂਤ ਅਨੁਸਾਰ ਨਿਰੋਲ ਖਾਲਸਾ ਰਾਜ ਤਹਿਤ ਪੰਜਾਬ ਨੂੰ ਆਜ਼ਾਦ ਕਰਾਉਣ ਵਾਲੇ ਰਾਹ ਚੱਲਣਾ ਚਾਹੀਦਾ? ਸਿੱਖ ਜਿਹੜਾ ਉਸਨੂੰ ਜਿਹੜਾ ਗੁਰੂ ਪਾਤਸ਼ਾਹ ਨੇ ਜ਼ਿੰਮੇਵਾਰੀ ਦਿੱਤੀ, ਉਹ ਸਰਬੱਤ ਦੇ ਭਲੇ ਦੀ ਦਿੱਤੀ ਹੈ। ਸਿੱਖ ਨੇ ਕਦੇ ਵੀ ਜਿਹੜਾ ਵਾ ਉਹ ਸਿੱਧੇ ਰੂਪ ਦੇ ਵਿੱਚ ਸਿੱਖ ਜਿਹੜਾ ਉਹ ਰਾਜ ਭਾਗਾਂ ਦਾ ਜਿਹੜਾ ਕਦੇ ਵੀ ਲਾਲਚੀ ਜਿਹੜਾ ਵਾ ਉਹ ਨਹੀਂ ਰਿਹਾ। ਉਸਨੇ ਸਮਾਜ ਨੂੰ ਜੋ ਵੀ ਦੇਣਾ ਹੈ, ਉਹ ਸੁਸਾਇਟੀ ਨੂੰ ਜੋ ਵੀ ਦੇਣਾ, ਸਰਬੱਤ ਦੇ ਭਲੇ ਵਾਲਾ ਹੀ ਜਿਹੜਾ ਵਾ ਉਹ ਦੇਣਾ। ਔਰ ਇਹ ਕਿਸ ਤਰ੍ਹਾਂ ਦਾ ਸਵਾਲ ਹੈ ਜਿਹਦੇ ਉੱਤੇ ਅਲੱਗ-ਅਲੱਗ ਸਮੇਂ ਤੇ ਜਿਹੜੀ ਉਹ ਸਟ੍ਰੈਟਜੀ ਜਿਹੜੀ ਆ ਉਹ ਬਣ ਸਕਦੀ ਹੈ। ਔਰ ਇਹ ਸਵਾਲ ਜਿਹੜਾ ਹੈ ਮੇਰੇ ਹਿਸਾਬ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਵੀ ਜਿਵੇਂ ਦਾ ਸਮਾਂ ਹੈ ਉਸ ਦੇ ਹਿਸਾਬ ਦੇ ਨਾਲ ਸਿੱਖ ਪਰੰਪਰਾ ਚੋਂ ਸਿੱਖ ਸਿਧਾਂਤਾਂ ਦੇ ਅਨੁਸਾਰ ਇਸ ਦੀ ਸਟ੍ਰੈਟਜੀ ਤਿਆਰ ਹੋਵੇ ਤਾਂ ਉਹ ਜ਼ਿਆਦਾ ਜਿਹੜਾ ਵਾ ਉਹ ਬਿਹਤਰ ਹੈ। ਮਿਹਰਬਾਨੀ। ਤੁਸੀਂ ਆਪਣੀ ਗੱਲ ਦੇ ਵਿੱਚ ਵੀ ਕਿਤੇ ਨਾ ਕਿਤੇ ਗੱਲ ਛੋਈ ਸੀਗੀ ਤੇ ਉਹਦੇ ਨਾਲ ਹੀ ਮਿਲਦਾ ਇੱਕ ਸਵਾਲ ਸਾਨੂੰ ਆਇਆ ਸੀ ਕਿ ਜਿਹੜੀ ਆਗੂ ਦੀ ਸਿਲੈਕਸ਼ਨ ਹੈਗੀ ਉਹ ਕੌਣ ਕਰੇਗਾ ਜਾਂ ਕਿਵੇਂ ਕਰੇਗਾ, ਤੇ ਉਹ ਸਿਲੈਕਸ਼ਨ ਕਰਨ ਦੀ ਜਿਹੜੀ ਉਹਦੇ ਕੋਲ ਜ਼ਿੰਮੇਵਾਰੀ ਆ ਉਹ ਕੌਣ ਦਊਗਾ ਜਾਂ ਕਿੱਥੋਂ ਆਊਗੀ। ਤੇ ਇੱਕ ਨਾਲ ਹੀ ਇਹਦੇ ਨਾਲ ਮਿਲਦਾ ਜੁਲਦਾ ਸਵਾਲ ਮੈਂ ਇਹਦੇ ਨਾਲ ਹੀ ਰੱਖ ਦਿੰਦਾ ਹੈ ਕਿ ਉਹ ਜਿਹੜੀ ਇਹ ਸਾਰੀ ਗੱਲਬਾਤ ਹੈ ਆਗੂ ਚੁਣਨ ਦੀ, ਤੇ ਇਹਦੇ ਲਈ ਉਹ ਪੁੱਛ ਰਹੇ ਨੇ ਕਿ ਕੋਈ ਪੂਰੀ ਲਿਖਤ ਹੈ ਜਿਹਦੇ 'ਚ ਇਹ ਕਦਮ ਦਰ ਕਦਮ ਇਹ ਸਾਰੀ ਚੀਜ਼ ਲਿਖੀ ਹੋਵੇ, ਤੇ ਜੇਕਰ ਨਹੀਂ ਤਾਂ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਕਿ ਅੱਗੇ ਸਾਰਿਆਂ ਦੇ ਲਈ ਇਹ ਚੀਜ਼ ਸੌਖੀ ਹੋ ਜਾਵੇ। ਹਾਂਜੀ, ਗੁਰੂ ਪਾਤਸ਼ਾਹ ਜੀ ਨੇ ਜਿਹੜੇ ਸਾਨੂੰ ਸਿਧਾਂਤ ਦਿੱਤੇ ਨੇ ਉਹਦੇ 'ਚ ਪਹਿਲਾ ਸਿਧਾਂਤ ਜਿਹੜਾ ਉਹ ਸੰਗਤ ਹੈ। ਤੇ ਸੰਗਤ ਜਿਹੜੀ ਹੈ ਉਹਦੇ ਵਿੱਚੋਂ ਹੀ ਜਿਹੜੀ ਆ ਸੰਗਤ ਦੀ ਸਹਿਮਤੀ ਜਿਹੜੀ ਆ ਉਹ ਉਸ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਸਾਡੇ ਸਾਰਾ ਕੁਝ ਜਿਹੜਾ ਉਹਦੇ ਵਿੱਚੋਂ ਨਿਕਲਣਾ ਹੈ। ਉਸ ਤੋਂ ਬਾਅਦ ਦੂਸਰਾ ਜਿਹੜਾ ਸੰਗਤ ਤੋਂ ਵੱਖਰਾ ਹੈ ਗੁਰੂ ਖਾਲਸਾ ਪੰਥ ਹੈ, ਜਿਹਦੇ ਵਿੱਚ ਜਿਹੜਾ ਖਾਲਸਾ ਤਿਆਰ ਖਾਲਸਾ ਜਿਹੜਾ ਵਾ ਉਸਨੇ ਜਿਹੜਾ ਵਾ ਆਪਣਾ ਇਕੱਠ ਕਰਨਾ ਹੈ। ਔਰ ਗੁਰੂ ਖਾਲਸਾ ਪੰਥ ਜਦ ਸੰਗਤ ਨੂੰ ਇਕੱਤਰ ਕਰਦਾ ਹੈ ਔਰ ਉਸ ਦੇ ਵਿੱਚੋਂ ਸੰਗਤੀ ਰੂਪ ਦੇ ਵਿੱਚ ਜਿਹੜੇ ਫੈਸਲੇ ਜਿਹੜੇ ਆ ਉਹ ਆਉਂਦੇ ਨੇ। ਅਸਲ 'ਚ ਇਸ ਤਰ੍ਹਾਂ ਇਹਦੇ ਵਿੱਚ ਪੰਚ ਪ੍ਰਧਾਨੀ ਮਰਿਆਦਾ ਜਿਹੜੀ ਆ ਉਹ ਚੱਲਦੀ ਹੈ। ਸੰਗਤ ਨੇ ਆਪਣੇ ਵਿੱਚੋਂ 5 ਸਿੰਘ ਜਿਹੜੇ ਆ ਉਹ ਚੁਣਨੇ ਨੇ, ਔਰ 5 ਸਿੰਘ ਉਹ ਚੁਣਨੇ ਨੇ ਜਿਨ੍ਹਾਂ ਦੇ ਉੱਤੇ
ਬੇਸ਼ੱਕ ਉਹ ਛੋਟੇ ਲੈਵਲ ਦੇ ਸੰਗਤ ਤੇ ਜਾਂ ਵੱਡੇ ਲੈਵਲ ਤੇ ਸੰਗਤ ਤੇ, ਉਹਦੇ ਵਿੱਚ ਜਿਨ੍ਹਾਂ ਦੇ ਉੱਤੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੈ, ਜਿਹੜੇ ਉੱਚੇ ਸੁੱਚੇ ਜੀਵਨ ਵਾਲੇ ਨੇ, ਉਹ 5 ਚੁਣਨੇ ਨੇ। ਉਹਨਾਂ ਨੇ ਆਪਣੇ ਆਧਾਰ ਦੇ, ਆਪਣੀ ਸਹਿਮਤੀ ਦੇ ਉੱਤੇ ਉਹਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਉੱਚੇ ਸੁੱਚੇ ਜੀਵਨ ਵਾਲਾ ਲੱਗਦਾ, ਜਿਹਦੇ ਤੋਂ ਉਸਦੀ ਸਹਿਮਤੀ ਬਣਦੀ ਹੈ, ਉਹਨੂੰ ਇੱਕ ਨੂੰ ਚੁਣਨਾ ਹੈ। ਇਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੀਆਂ ਸੰਗਤਾਂ ਆਪਣਾ ਇੱਕ ਚੁਣਦੀਆਂ ਨੇ, ਫਿਰ ਉਸ ਨੂੰ ਬਲਾਕ ਲੈਵਲ ਦੇ ਉੱਤੇ, ਡਿਸਟ੍ਰਿਕਟ ਲੈਵਲ ਦੇ ਉੱਤੇ, ਅੱਗੇ ਪੰਜਾਬ ਪੱਧਰ ਦੇ ਉੱਤੇ, ਬੇਸ਼ੱਕ ਨੂੰ ਵਰਲਡ ਲੈਵਲ ਤੇ ਇਸ ਤਰ੍ਹਾਂ ਜਿਹੜਾ ਉਹ ਲਿਜਾਇਆ ਜਿਹੜਾ ਉਹ ਜਾਣਾ ਚਾਹੀਦਾ। ਇਹ ਇੱਕ ਸਾਡੀ ਆਗੂ ਚੁਣਨ ਦੀ ਜਿਹੜੀ ਵਿਧੀ ਹੈ, ਇਹਦੇ ਵਿੱਚ ਸਿਲੈਕਸ਼ਨ ਹੈ, ਨਾ ਕਿ ਇਲੈਕਸ਼ਨ ਹੈ। ਇਹਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਕਿ ਸੰਗਤ ਜਿਹੜੀ ਆ ਉਹਦੇ ਵਿੱਚ ਵੋਟਾਂ ਪਾ ਕੇ, ਜਿਵੇਂ ਅੱਜ ਕੱਲ੍ਹ ਹੁੰਦਾ ਹੈ, ਜਾਂ ਉਹਦੇ ਵਿੱਚੋਂ ਜਿਹਦੇ ਉੱਤੇ ਜ਼ਿਆਦਾ ਸਹਿਮਤੀ ਹੋ ਜਾਂਦੀ, ਬਹੁਤ ਸੰਮਤੀ ਹੋ ਗਈ, ਉਹਨੂੰ ਚੁਣਦਾ। ਇਸ ਤਰ੍ਹਾਂ ਨਹੀਂ ਹੈ। ਉਹਦੇ ਵਿੱਚ ਉਹ ਜਿਸ ਤੇ ਕੋਈ ਇਤਰਾਜ਼ ਨਹੀਂ ਹੈਗਾ, ਜਿਹਦਾ ਜੀਵਨ ਅਧਿਆਤਮਿਕ ਰੂਹਾਨੀਅਤ ਨਾਲ ਭਰਿਆ ਹੋਇਆ, ਜਿਹਦੇ ਉੱਤੇ ਸਾਰੇ ਜਿਹੜਾ ਵਾ ਉਹ ਯਕੀਨ ਕਰਦੇ ਨੇ, ਜਿਹੜਾ ਗੁਰੂ ਦਾ ਸਿੱਖ ਹੈ, ਉਸਨੂੰ ਜਿਹੜਾ ਵਾ ਉਹ ਸੰਗਤ ਦੇ ਰੂਪ ਦੇ ਵਿੱਚੋਂ ਚੁਣਿਆ ਜਾਂਦਾ ਹੈ। ਔਰ ਇਸ ਦਾ ਜਿਹੜਾ ਵੱਡਾ ਰੂਪ ਹੈ ਉਹ ਗੁਰੂ ਖਾਲਸਾ ਪੰਥ ਹੈ। ਇਹ ਜਿਹੜੇ ਅਲੱਗ-ਅਲੱਗ ਵਿਸ਼ੇ ਨੇ, ਗੁਰੂ ਖਾਲਸਾ ਪੰਥ ਆਗੂ ਚੁਣਨ ਦੀ ਜਿਹੜੀ ਵਿਧੀ ਹੈ, ਔਰ ਇਹਨਾਂ ਦੇ ਉੱਤੇ ਸਾਡੇ ਜਿਹੜੇ ਪਰੰਪਰਾ ਦੇ ਜਿੰਨੇ ਵੀ ਗ੍ਰੰਥ ਨੇ, ਚਾਹੇ ਪੰਥ ਪ੍ਰਕਾਸ਼, ਬਿਲਾਸ ਸਾਹਿਤ, ਉਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਟੁੱਟਵੇਂ ਰੂਪ ਦੇ ਵਿੱਚ ਜਿਹੜਾ ਵਾ ਇਹ ਸਾਰਾ ਕੁਝ ਪਿਆ ਹੋਇਆ ਹੈ। ਹੁਣ ਉਸ ਨੂੰ ਜਿਹੜਾ ਇਕੱਤਰ ਕਰਕੇ ਇੱਕ ਥੀਸਿਸ ਜਿਹੜਾ ਉਹ ਉਸਾਰਨ ਦੀ ਲੋੜ ਹੈ, ਜਿਹਦੇ ਵਿੱਚ ਕੁਝ ਜਿਹੜੇ ਆ ਗੁਰੂ ਦੇ ਸਿੱਖ ਜਿਹੜੇ ਆ ਉਹ ਲੱਗੇ ਹੋਏ ਨੇ। ਗੁਰੂ ਪਾਤਸ਼ਾਹ ਮਿਹਰ ਕਰੇ ਬਹੁਤ ਜਲਦ ਜਿਹੜਾ ਵਾ ਇਹਦੇ ਉੱਤੇ ਕੁਝ ਨਾ ਕੁਝ ਥੀਸਿਸ ਉਸਾਰ ਕੇ ਜਿਹੜਾ ਵਾ ਉਹ ਸੰਗਤ ਦੇ ਸਨਮੁਖ ਜਿਹੜਾ ਵਾ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਵਾ ਹੋ ਜਾਣਗੇ। ਮੇਰਾ ਅਗਲਾ ਸਵਾਲ ਭਾਈ ਦਮੇਸ਼ ਸਿੰਘ ਹੋਣਾ ਨੂੰ ਹੈਗਾ ਹੈ ਕਿ ਵੈਸੇ ਇਹਨਾਂ ਨੇ ਕਾਫੀ ਆਪਣੇ ਤਕਰੀਰਾਂ ਦੇ ਵਿੱਚ ਇਹ ਗੱਲ ਨੂੰ ਛੋਇਆ, ਪਰ ਇੱਕ ਸਵਾਲ ਹੈ ਜੀ, ਉਹਦਾ ਤੁਸੀਂ ਦੁਬਾਰਾ ਜਵਾਬ ਜਿਹੜਾ ਕਰ ਦਿਓ ਕਿ ਜਿਹੜੇ ਸਾਡੇ ਲੀਡਰ ਸੀਗੇ ਉਸ ਵੇਲੇ, ਉਹ ਇਹ ਸਾਰਾ ਕੁਝ ਵਾਪਰਨ ਤੋਂ ਪਹਿਲਾਂ ਉਹ ਕਿਉਂ ਸਮਝ ਨਾ ਪਾਏ ਕਿ ਇੰਨਾ ਕੁਝ ਹੋ ਜਾਣਾ ਹੈ? ਕਿ ਜਿੱਥੇ ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਿ ਸੰਤ ਜਰਨੈਲ ਸਿੰਘ ਹੋਣੀ ਇਹ ਗੱਲ ਨੂੰ ਭਾਂਪ ਗਏ ਸੀਗੇ, ਤਾਂ ਉਹ ਜਿਹੜੇ ਆਪਣੇ ਉਸ ਵੇਲੇ ਦੇ ਹੋਰ ਜਿਹੜੇ ਲੀਡਰ ਸੀਗੇ, ਆਗੂ ਸੀਗੇ, ਉਹ ਕਿਉਂ ਨਾ ਇਸ ਗੱਲ ਨੂੰ ਸਮਝ ਪਾਏ ਕਿ ਇੰਨਾ ਕੁਝ ਵਾਪਰ ਜਾਏਗਾ? ਦੇਖੋ, ਉਹਦਾ ਕਾਰਨ ਤਾਂ ਇਹ ਹੈ ਕਿ ਤੁਸੀਂ ਜਿਹੜੀ ਆਪਦੀ ਬੁੱਧੀ ਹੈ, ਉਸ ਬੁੱਧੀ ਤੇ ਪ੍ਰਭਾਵ ਕਿਹੜਾ ਤੁਹਾਡੇ। ਸੋ ਜੋ ਕੁਛ ਉਹਨਾਂ ਨੇ ਆਪਦੀਆਂ ਧਾਰਨਾਵਾਂ ਬਣਾਈਆਂ ਸੀ, ਜੋ ਕੁਛ ਸੋਚ ਕੇ ਉਹ ਚੱਲ ਰਹੇ ਸੀ, ਉਹ ਜੋ ਸਮੇਂ ਦੀ ਬਲਵਾਨ ਧਾਰਾ ਹੈ, ਵਿਚਾਰਧਾਰਕ, ਉਹ ਉਹਦੇ ਪ੍ਰਭਾਵ ਹੇਠ ਸੀ। ਇੱਕ ਤਾਂ ਇਹ। ਦੂਜੀ ਗੱਲ, ਉਹਨਾਂ ਦੇ ਜਿਹੜੇ ਸਾਰੇ ਸਰੋਕਾਰ ਸੀ ਉਹ ਬੜੇ ਸੀਮਤ ਜਿਹੇ ਸੀ। ਸੋ ਇਸ ਤਰ੍ਹਾਂ ਆਪਦੇ ਰਿਸ਼ਤੇ ਨੂੰ ਸਮਝ ਸਕਣਾ, ਦੁਸ਼ਮਣ ਨੂੰ ਇਸ ਤਰ੍ਹਾਂ ਦੇਖ ਸਕਣਾ ਤੇ ਸਮਝ ਸਕਣਾ, ਜੇ ਉਹ ਵੀ ਇਹ ਸਮਝ ਜਾਂਦੇ ਕਿ ਦੁਸ਼ਮਣ ਦਾ ਖਾਸਾ ਆ ਹੈ, ਉਹਦਾ ਸਾਡੇ ਪ੍ਰਤੀ ਰਵੱਈਆ ਆ, ਫਿਰ ਉਹਦੇ ਨਾਲ ਜਿਵੇਂ ਉਹ ਗੱਲਬਾਤ 'ਚ ਪਏ, ਜਿਵੇਂ ਸੌਦੇਬਾਜ਼ੀਆਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਸੀ ਨਿਕਲਣਾ। ਫਿਰ ਉਹ ਆਪਦੇ ਆਪ ਨੂੰ ਤਿਆਰ ਕਰਦੇ ਲੜਾਈ। ਸੋ ਮੇਰੀ ਇਸ ਮਸਲੇ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਜਾਤੀ ਨਿੱਜੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਮਤਲਬ ਵੀ ਤੁਸੀਂ ਪੂਰੀ ਇਮਾਨਦਾਰੀ ਨਾਲ ਦੱਸੋ, ਕੀ ਤੁਸੀਂ ਇਹ ਕਦੇ ਅਨੁਮਾਨ ਲਾਇਆ ਸੀ ਵੀ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਦਾ ਹਮਲਾ ਹੋਊ? ਇੱਕ ਕੀ ਤੁਸੀਂ ਤੁਹਾਨੂੰ ਇਹ ਯਕੀਨ ਸੀ ਕਿ ਸੰਤ ਜਰਨੈਲ ਸਿੰਘ ਇਸ ਤਰ੍ਹਾਂ ਦੀ ਲੜਾਈ ਦੇਣਗੇ? ਉਹਦਾ ਦੋਵਾਂ ਬਾਰੇ ਜਿਹੜਾ ਜਵਾਬ ਸੀਗਾ ਉਹ ਬੜਾ ਇੰਟਰਸਟਿੰਗ ਸੀ। ਉਹ ਕਹਿੰਦਾ ਵੀ ਸਾਨੂੰ ਇਹ ਤਾਂ ਸੀ ਵੀ ਹਮਲਾ ਕਰਨਗੇ, ਪਰ ਹਮਲਾ ਫੌਜੀ ਨਹੀਂ, ਕਿ ਪੁਲਿਸ ਭੇਜਣਗੇ, ਘੇਰਾ ਪਾ ਲੈਣਗੇ, ਦਬਾਅ ਪਾ ਕੇ ਸੰਤਾਂ ਨੂੰ ਬਾਹਰ ਕੱਢਣ ਦਾ ਜਾਂ ਆਤਮ ਸਮਰਪਣ ਕਰਾਉਣ ਦਾ ਯਤਨ ਕਰਨਗੇ। ਇੰਨਾ ਕੀ ਸੀ ਵੀ ਐਡੀਆਂ ਤੋਪਾਂ ਲੈ ਆਉਣਗੇ, ਟੈਂਕ ਲਿਆਉਣਗੇ, ਏਡਾ ਕਹਿਰ ਭਰਿਆ ਹਮਲਾ ਹੋਊ, ਇਹ ਨਹੀਂ ਸੀ। ਦੂਜੀ ਗੱਲ, ਕਹਿੰਦਾ ਸੰਤ ਜਰਨੈਲ ਸਿੰਘ ਇਸ ਤਰ੍ਹਾਂ ਦੀ ਲੜਾਈ ਦੇ ਦੇਣਗੇ, ਇਹ ਤਾਂ ਸਾਡੀ ਕਿਸੇ ਵੀ ਗਿਣਤੀ 'ਚ ਨਹੀਂ ਸੀ। ਸਾਨੂੰ ਇਹ ਸੀ ਵੀ ਜਿਵੇਂ ਅਸੀਂ ਬਿਆਨ ਦਿੰਦੇ ਹਾਂ ਉਵੇਂ ਉਹ ਬਿਆਨ ਦੇ ਜਾਂਦੇ ਨੇ, ਕਿਉਂਕਿ ਉਹ ਸਿੱਖ ਵੀ ਤਾਂ, ਲੀਡਰ ਵੀ ਤਾਂ ਕਹੀ ਜਾਂਦੇ ਸਾਡੀਆਂ ਲਾਸ਼ਾਂ ਉੱਤੋਂ ਦੀ ਟੈਂਕ ਜਾਣਗੇ। ਵੀ ਬਿਆਨ ਦੇਣਾ ਹੋਰ ਗੱਲ ਹੁੰਦੀ ਹੈ, ਉਹ ਤੇ ਨਿਭਣਾ ਹੋਰ ਗੱਲ ਹੁੰਦੀ ਹੈ। ਸੋ ਸਮੱਸਿਆ ਇਹ ਹੁੰਦੀ ਹੈ ਬੰਦੇ ਦੀ, ਜਿਹੋ ਜਿਹਾ ਉਹ ਆਪ ਹੈ, ਜਿਹੋ ਜਿਹਾ ਮਨ ਉਹਦਾ ਆਪਦਾ ਹੈ, ਉਹ ਦੂਜੇ ਨੂੰ ਉਸੇ ਲੈਣ ਦੇ ਵਿੱਚੋਂ ਹੀ ਦੇ। ਉਹ ਨਹੀਂ ਸੀ ਪਛਾਣ ਸਕਦੇ ਸੰਤ ਜਰਨੈਲ ਸਿੰਘ ਦੀ ਸਾਰੀ ਜੋ ਅਜ਼ਮਤ ਹੈ। ਸੋ ਇਸ ਕਰਕੇ ਉਹਨਾਂ ਨੂੰ ਉਹ ਕੁਛ ਜੋ ਸੰਤ ਜਰਨੈਲ ਸਿੰਘ ਨੇ ਬੁੱਝ ਲਿਆ, ਕਿਉਂਕਿ ਉਹਨਾਂ ਦੇ ਹਿੱਤ ਸੀ ਸਵਾਰਥੀ ਹਿੱਤ।
उस ढांचे के अंदर अंदर हुकूमत का आनंद मानना चाहते सी ते वो आपदे जिहड़े सिरजे हुए भरम जिन्होंने कंफर्ट जोन है ਉਹਦੇ ਵਿੱਚੋਂ ਬਾਹਰ नहीं सी निकलना चाहते। जे ਉਹ ਉਹਦੇ ਵਿੱਚੋਂ ਬਾਹਰ ਨਿਕਲ ਆਉਂਦੇ ਫਿਰ ਤਾਂ ਉਹਨਾਂ ਦੇ ਕਿਸੇ ਵੀ ਅਮਲ ਦਾ ਕੋਈ ਮੀਨਿੰਗ नहीं सी बनता। सो ये ਵਰਤਾਰਾ ਵਾਪਰਦਾ ਅੱਜ ਵੀ ਵਾਪਰ ਰਿਹਾ। ਅੱਜ ਵੀ ਜਦੋਂ ਬੰਦੇ ਇੰਨਾ ਕੁਛ ਕਰਵਾ ਕੇ ਵੀ ਭਾਰਤੀ ਹਕੂਮਤ ਜਾਂ ਭਾਰਤ ਦੇ ਹਾਕਮਾਂ ਦੀ ਨੀਤ ਕੀ ਹੈ ਸਿੱਖਾਂ ਪ੍ਰਤੀ, ਉਹ ਇਹ ਅੱਜ ਵੀ ਨਹੀਂ, ਮਤਲਬ ਜਦੋਂ ਮਾੜਾ ਜਾਂ ਕੋਈ ਦਿੱਲੀੋਂ ਇਸ਼ਾਰਾ ਆਉਂਦਾ ਵੀ ਗੱਲਬਾਤ ਕਰ ਲਓ, ਆ ਦੇ ਦਿਆਂਗੇ, ਇੰਨੀ ਕੀ ਗੱਲ ਵੀ SGPC ਦੀ ਇਲੈਕਸ਼ਨ ਕਰਵਾ ਦਿਆਂਗੇ, ਮਤਲਬ ਦੌੜ ਲੱਗ ਜਾਂਦੀ ਹੈ ਇੱਕ ਦੂਜੇ ਨਾਲ ਵੀ ਕੌਣ ਸੌਦਾ ਪਹਿਲਾਂ ਕਰਕੇ ਆ। ਸੋ ਇਸ ਕਰਕੇ ਤੁਹਾਡਾ ਜੋ ਤੁਹਾਡੇ ਹੈਗੇ ਹੈ ਕਿਰਦਾਰ ਹੈ, ਜੋ ਤੁਹਾਡੇ ਸਰੋਕਾਰ ਨੂੰ, ਉੱਥੋਂ ਹੀ ਤੁਹਾਡੀ ਸਾਰੀ ਜਿਹੜੀ ਸੋਚ ਹੈ ਉਹ ਚੱਲਦੀ ਹੈ। ਸੋ ਇਹ ਸੋਚ ਇਹਨਾਂ ਦੀ ਤਾਂ ਇੱਥੋਂ ਤੱਕ ਸਿਮਟੀ ਹੋਈ ਸੀ ਕਿ ਇਹ ਕਿਵੇਂ ਉਹ ਸੱਚ ਨੂੰ ਦੇਖ ਨਹੀਂ ਸਕਦੇ ਸੀ, ਜ਼ਰੂਰਤ ਨਹੀਂ ਸੀ ਇੰਨੀ ਸੱਚ ਨੂੰ, ਕਿਉਂਕਿ ਉਹ ਡਰਾਉਣਾ ਬੜਾ ਸੀ ਇਹਨਾਂ ਵਾਸਤੇ, ਉਹਦੇ ਸਾਹਮਣੇ ਖੜਨਾ ਬੜਾ ਔਖਾ ਸੀ। ਸੋ ਇਹ ਤਾਂ ਉਹ ਅਵਸਥਾ ਚਾਹੀਦੀ ਹੈ, ਪੂਰਨ ਪੁਰਖ ਨਹੀਂ ਡੋਲਾਨੀ। ਸੋ ਪੂਰਨ ਪੁਰਖ ਤਾਂ ਹੈ ਨਹੀਂ ਸੀ, ਤਾਂ ਬਹੁਤ ਹੀ ਛੋਟੇ ਅਧੂਰੇ ਤੇ ਬੌਣੇ ਬੰਦੇ ਸੀਗੇ, ਛੋਟੀਆਂ ਛੋਟੀਆਂ ਗਰਜਾਂ ਪਿੱਛੇ ਲੜ ਰਹੇ ਸੀਗੇ। ਸੋ ਇਹ ਇੱਕ ਵੱਡਾ ਫਰਕ ਸੀ। ਇਕੱਲੇ ਆਗੂ ਨਹੀਂ, ਵਿਦਵਾਨ ਵੀ ਤੁਸੀਂ ਦੇਖੋ ਕਿੰਨੇ ਸਿੱਖ ਕੌਮ ਦੇ ਵਿਦਵਾਨ ਸੀ, ਉਹਨਾਂ ਨੂੰ ਵੀ ਮਤਲਬ ਇਸ ਗੱਲ ਦਾ ਕੋਈ ਪਤਾ ਨਹੀਂ, ਸਗੋਂ ਸੰਤਾਂ ਨੂੰ ਉਲਟੀਆਂ ਸਲਾਹਾਂ ਦੇ ਜਾ ਰਹੇ ਸੀ ਵੀ ਐ ਇੱਥੇ ਲੜਾਈ ਜਿੱਤੀ ਨਹੀਂ ਜੀ ਜਾਣੀ, ਇੱਥੇ ਆਹ ਹੋ ਜੂ, ਇੱਥੇ ਆਹ ਹੋ ਜੂ। ਸੋ ਉਹ ਨਜ਼ਰੀਆ ਉਹਨਾਂ ਦਾ ਹੋਰ ਸੀ। ਜੋ ਸੰਤਾਂ ਦਾ ਨਜ਼ਰੀਆ ਬਣਿਆ ਉਹ ਕਿਸੇ ਦੁਨਿਆਵੀ ਗਿਆਨ ਨਾਲ ਨਹੀਂ ਸੀ ਬਣਨਾ, ਉਹ ਰੂਹਾਨੀ ਅਨੁਭਵ ਨਾਲ ਬਣਨਾ ਸੀ। ਸੰਤਾਂ ਨੂੰ ਇੰਟਿਊਸ਼ਨ ਹੁੰਦਾ ਸੀ, ਉਹਨਾਂ ਨੂੰ ਅੰਦਰੋਂ ਚਾਨਣ ਹੁੰਦਾ ਸੀ। ਇਸ ਕਰਕੇ ਕੋਈ ਵੀ ਕਦਮ ਉਹ ਗਲਤ ਨਹੀਂ ਪੁੱਟਿਆ ਉਹਨਾਂ। ਇੰਨੀ ਅਡੋਲਤਾ ਤੇ ਸਪਸ਼ਟਤਾ ਇਹ ਦੁਨਿਆਵੀ ਗਿਆਨ ਨਾਲ ਬਹੁਤ ਮੁਸ਼ਕਲ। ਸੋ ਉਸ ਅਨੁਭਵ ਚੋਂ ਨਿਕਲਣਾ ਜ਼ਰੂਰੀ ਸੀ। ਉਸ ਅਨੁਭਵ ਵਾਸਤੇ ਬਹੁਤ ਨਿਰਮਲ ਹੋਣਾ ਪੈਣਾ ਸੀ। ਤੇ ਜਿਹੜੇ ਬੰਦੇ ਬਿਲਕੁਲ ਹੀ ਸਿਆਸਤ ਦੇ ਵਿੱਚ ਲਿਬੜੇ ਪਏ ਸੀ, ਹਰ ਵੇਲੇ ਆਪਦੇ ਮੁਨਾਫਿਆਂ ਸਵਾਰਥਾਂ ਬਾਰੇ ਸੋਚੀ ਜਾਣਾ, ਸਾਜ਼ਿਸ਼ਾਂ ਕਰਨੀਆਂ, ਉਹ ਬੰਦਿਆਂ ਨੂੰ ਇਹ ਅਨੁਭਵ ਕਿਵੇਂ ਹੋ ਸਕਦਾ ਸੀ? ਇਹ ਬੁਨਿਆਦੀ ਫਰਕ ਹੈ। ਸੰਤ ਜਰਨੈਲ ਸਿੰਘ ਤੁਸੀਂ ਉਹਨਾਂ ਵਰਗੇ ਇੱਕ ਹੋਰ ਲੀਡਰ ਨਾ ਦੇਖੋ, ਬਿਲਕੁਲ ਹੀ ਦੋ ਵੱਖੋ ਵੱਖਰੀਆਂ ਗੱਲਾਂ। ਸੋਤੇ ਨੇ ਪੁੱਛਿਆ ਜੀ ਕਿ ਮੌਜੂਦਾ ਹਾਲਾਤਾਂ ਵਿੱਚ ਸਿੱਖਾਂ ਦੇ ਰਾਜਨੀਤਿਕ ਸੰਘਰਸ਼ ਦਾ ਕੇਂਦਰੀ ਨਿਸ਼ਾਨਾ ਕੀ ਨੀਅਤ ਹੋਣਾ ਚਾਹੀਦਾ ਜਿਸ ਤੇ ਪੰਥ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ ਜਾਵੇ? ਦੇਖੋ, ਕੇਂਦਰੀ ਨਿਸ਼ਾਨਾ ਜੇ ਅਸੀਂ ਸੰਤਾਂ ਦੇ ਸਾਰੇ ਅਮਲ ਨੂੰ ਦੇਖੀਏ ਕਿ ਉਹ ਨਿਸ਼ਾਨੇ ਦੇ ਮਸਲੇ ਨੂੰ ਕਿਵੇਂ ਸੰਬੋਧਿਤ ਹੋਏ। ਜਦੋਂ ਉਹਨਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ, ਉਹ ਜਿਹੜੀ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਉਸ ਮੌਕੇ ਦੇਖੋ, ਉਦੋਂ ਬੜੀਆਂ ਸੀਮਤ ਜਿਹੀਆਂ ਮੰਗਾਂ ਕਿ ਭਾਈ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਰਿਹਾ ਕਰਾਉਣਾ। ਫਿਰ ਜੋ ਧਰਮ ਯੁੱਧ ਮੋਰਚਾ ਵੀ ਬਣਿਆ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੇਣਾ, ਇਹ ਸਾਰੀਆਂ ਮੰਗਾਂ ਜਿਹੜੀਆਂ ਨਾ ਇਹ ਇੱਕ ਦਾਇਰੇ ਦੇ ਅੰਦਰ ਰਹਿ ਕੇ ਲੜੀਆਂ ਜਾ ਰਹੀਆਂ। ਸੋ ਤੁਸੀਂ ਨਿਸ਼ਾਨਾ ਕੀ ਮਿਲਦੇ ਹੋ ਇਹ ਵੀ ਅਹਿਮ ਹੈ, ਪਰ ਇਦੋਂ ਕਿਤੇ ਅਹਿਮ ਜਿਹੜਾ ਸਾਰਾ ਸੰਤਾਂ ਦਾ ਤੇ ਅਕਾਲੀ ਲੀਡਰਸ਼ਿਪ ਦੇ ਅਮਲ ਦਾ ਆਪਾਂ ਤੁਲਨਾ ਕਰਕੇ ਦੇਖੀਏ, ਉਹ ਇਹ ਹੈ ਕਿ ਇਕੱਲਾ ਨਿਸ਼ਾਨਾ ਮਿਥਣਾ ਨਹੀਂ ਹੈ, ਤੁਹਾਡੀ ਭਾਵਨਾ ਕੀ ਹੈ। ਸੋ ਭਾਵਨਾ ਠੀਕ ਹੋਵੇ ਤਾਂ ਆਨੰਦਪੁਰ ਦੇ ਮਤੇ ਚੋਂ ਵੀ ਪੂਰਨ ਆਜ਼ਾਦੀ ਕੱਢੀ ਜਾ ਸਕਦੀ ਸੀ। ਸੰਤ ਕੱਢਦੇ ਸੀ, ਜਦੋਂ ਸੰਤ ਇਹ ਕਹਿੰਦੇ ਸੀ ਹਥਿਆਰ ਰੱਖੋ ਤੇ ਜੇ ਕੋਈ ਪੁੱਛੂ ਉਹਨੂੰ ਆਨੰਦਪੁਰ ਦਾ ਮਤਾ ਦਿਖਾ ਦੇ। ਇਹ ਕੀ ਸੀ? ਇੱਕ ਉਹ ਸਪਿਰਿਟ ਸੋਵਰੇਨਿਟੀ ਦੀ ਕਿ ਤੁਸੀਂ ਕਿਹਨੂੰ ਮੰਨਣਾ, ਸਰਕਾਰ ਦੀ ਅਥਾਰਟੀ ਨੂੰ ਚੈਲੰਜ ਕਰਤਾ ਬਿਲਕੁਲ, ਅਸੀਂ ਤਾਂ ਸਾਡੀ ਤਾਂ ਆਹ ਅਥਾਰਟੀ ਹੈ, ਅਸੀਂ ਤਾਂ ਇਹਨੂੰ ਮੰਨਣਾ। ਸੋ ਉਦੋਂ ਉਹਨਾਂ ਨੇ ਖਾਲਿਸਤਾਨ ਓਪਨਲੀ ਕਿਹਾ ਹੋਵੇ ਨਾ ਕਿਹਾ ਹੋਵੇ ਇਹ ਗੱਲ ਬੇਮੈਨਾ ਸੀ, ਪਰ ਲਗਾਤਾਰ ਕੌਮ ਦੇ ਅੰਦਰ ਸੋਵਰੇਨਿਟੀ ਦਾ, ਪਾਤਸ਼ਾਹੀ ਦਾ ਉਹ ਇੱਕ ਜਜ਼ਬਾ ਭਰਦੇ ਤੁਰੇ ਤੇ ਅਖੀਰ ਤੇ ਜਾ ਕੇ ਫਿਰ ਉਹਨਾਂ ਨੇ ਮਤਲਬ ਕਹੀ ਦਿੱਤਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਜੂ ਉਦੋਂ ਇੱਕ ਬਿਲਕੁਲ ਕੁਆਲੀਟੇਟਿਵਲੀ ਨਵੀਂ ਸਿਚੁਏਸ਼ਨ ਪੈਦਾ ਹੋ ਜੂ। ਸੋ ਉਹ ਉਹਨਾਂ ਨੇ ਫਿਰ ਕਹਿਤਾ ਸੀ ਕਿ ਖਾਲਿਸਤਾਨ ਦੀ ਨੀਂਹ ਧਰੀ ਜਾਊ, ਜਿਹਦਾ ਮਤਲਬ ਇਹ ਕਿ ਜਿਹੜਾ ਤੁਹਾਡਾ ਇਹਨਾਂ ਨਾਲ ਬੌਂਡ ਹੈ ਆਖਰੀ ਉਹ ਟੁੱਟ ਜੂ, ਕਿ ਜਿੱਥੇ ਸਾਡਾ ਦਰਬਾਰ ਸਾਹਿਬ ਹੀ ਸੁਰੱਖਿਅਤ ਨਹੀਂ, ਹੋਰ ਤਾਂ ਕੀ ਹੈ, ਸਾਡੀਆਂ ਜਾਨਾਂ ਤਾਂ ਚਲੋ ਗੱਲ ਸੈਕੰਡਰੀ ਬਣ ਜਾਂਦੀ, ਸਾਡੀ ਸਭ ਤੋਂ ਪਿਆਰੀ ਚੀਜ਼ ਹੀ ਜਦੋਂ ਸੁਰੱਖਿਅਤ ਨਹੀਂ ਜਿਸ ਰਾਜ ਦੇ ਅੰਦਰ, ਉਹਦੇ ਪ੍ਰਤੀ ਅਸੀਂ ਵਫਾਦਾਰੀਆਂ ਪਾਲੀਏ
ਜਾਂ ਗਿਣਤੀਆਂ ਮਿਣਤੀਆਂ ਕਰੀਏ, ਇਹਦੀ ਕੋਈ ਤੁਕ ਨਹੀਂ ਬਣਦੀ। ਸਿੱਖਾਂ ਨੂੰ ਅੱਜ ਸਪਸ਼ਟ ਤੌਰ ਤੇ ਇਸ ਨੁਕਤੇ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਕਿ ਇਸ ਰਾਜ ਦੇ ਅੰਦਰ ਕੋਈ ਵੀ ਇਨਸਾਫ ਨਹੀਂ ਮਿਲਣਾ, ਅੰਸ਼ਕ ਇਨਸਾਫ ਨਹੀਂ ਮਿਲਣਾ, ਉਹ ਆਪਾਂ ਰੋਜ਼ ਦੇਖਦੇ। ਸੋ ਉਹਨਾਂ ਦਾ ਕੁਛ ਨਹੀਂ ਬਦਲਿਆ ਸਾਰੇ ਕੁਛ ਤੋਂ ਬਾਅਦ, ਉਹ ਸਗੋਂ ਹੋਰ ਉਦੋਂ ਵੱਧ ਜ਼ਹਿਰੀ ਹੋਈ ਜਾ ਰਹੇ। ਅੱਜ ਹੀ ਇੱਕ ਖਬਰ ਲੱਗੀ ਹੈ ਅਖਬਾਰ ਦੇ ਵਿੱਚ ਕਿ ਤਪੇ ਤੋਂ ਖਬਰ ਲੱਗੀ ਹੈ ਕਿ DSP ਰੰਧਾਵਾ ਦੀ ਅਗਵਾਈ ਹੇਠ ਨਾਕੇ ਲਾ ਕੇ ਘੱਲੂਘਾਰਾ ਹਫ਼ਤੇ ਜਿਹੜਾ ਚੱਲ ਰਿਹਾ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕਾਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ। ਨਾਲ ਇਹ ਕਿਹਾ ਕਿ ਅਮਰਿੰਦਰ ਸਿੰਘ ਤੇ ਦਿਨਕਰ ਗੁਪਤਾ ਦੀਆਂ ਹਦਾਇਤਾਂ ਤੇ ਕੀ ਚੈਕਿੰਗ ਹੋ ਰਹੀ ਹੈ ਕਿ ਕੋਈ ਹਥਿਆਰ ਨਾ ਅੰਮ੍ਰਿਤਸਰ ਲੈ ਜਾਣ। ਹੁਣ ਤੁਸੀਂ ਦੇਖੋ ਇੰਨੇ ਸਾਲਾਂ 'ਚ ਕੋਈ ਇਹੋ ਜਿਹੀ ਅਟੈਂਪਟ ਹੋਈ ਕਿ ਮੁੜ ਕੇ ਉੱਥੇ ਹਥਿਆਰ ਲਿਜਾਣੇ ਕਿਸੇ, ਉਹਨਾਂ ਨੂੰ ਵੀ ਪਤਾ ਹੀ ਨਹੀਂ ਹੋਣਾ ਹੈ। ਪਰ ਇੱਕ ਮਾਹੌਲ ਲਗਾਤਾਰ ਬਣਾ ਕੇ, ਇੱਕ ਦਬਾਅ ਸਿੱਖਾਂ ਦੇ ਉੱਤੇ ਲਗਾਤਾਰ ਬਣਾ ਕੇ ਉਹ ਰੱਖਣਾ ਚਾਹੁੰਦੇ ਨੇ। ਸੋ ਜਿੱਥੇ ਇੰਨੀ ਬੇਈਮਾਨੀ ਹੈ ਤੇ ਉੱਥੇ ਤੁਸੀਂ ਮਤਲਬ ਇਹ ਕਹੀਏ ਵੀ ਸਾਨੂੰ ਇੱਥੇ ਕੋਈ ਇਨਸਾਫ ਮਿਲ ਜੂਗਾ, ਤੇ ਇਸ ਦਾਇਰੇ ਦੇ ਅੰਦਰ ਰਹਿੰਦਿਆਂ ਜੇ ਸਾਡੇ ਹੱਥ 'ਚ ਤਾਕਤ ਆ ਜੇ, ਮੈਂ ਕਹਿੰਦਾ ਇਹ ਬਹੁਤ ਹੀ ਗੁੰਮਰਾਹ ਕੁਨ ਧਾਰਨਾ ਹੈ। ਜਿਹੜੇ ਬੰਦੇ ਇਹ ਕਹਿੰਦੇ ਨੇ ਕਿ 1992 ਦੀਆਂ ਇਲੈਕਸ਼ਨਾਂ 'ਚ ਜੇ ਅਸੀਂ ਪਾਰਟੀਸਪੇਟ ਕਰ ਲੈਂਦੇ, ਉਦੋਂ ਸਾਡੇ ਹੱਥ 'ਚ ਤਾਕਤ ਆ ਜਾਂਦੀ, ਫਿਰ ਸਿੱਖਾਂ ਤੇ ਆ ਜ਼ੁਲਮ ਨਹੀਂ ਸੀ ਹੋਣਾ, ਇਹ ਬਹੁਤ ਹੀ ਉਹਨਾਂ ਦੀ ਗੁੰਮਰਾਹ ਕੁਨ ਧਾਰਨਾ ਹੈ। ਮੇਰਾ ਖਿਆਲ ਹੈ ਕਿ ਭਾਰਤੀ ਰਾਜ ਦੇ ਖਾਸੇ ਨੂੰ, ਭਾਰਤੀ ਰਾਜਨੀਤਿਕ ਅਮਲ ਨੂੰ ਉਹ ਜੇ ਇੰਨੇ ਕੁਛ ਤੋਂ ਬਾਅਦ ਵੀ ਨਹੀਂ ਸਮਝ ਸਕੇ। ਇੱਕ ਮਨ 'ਚ ਤ੍ਰਿਸ਼ਨਾ ਹੈ ਕਿ ਕਿਸੇ ਤਰ੍ਹਾਂ ਸਾਡੇ ਹੱਥ 'ਚ ਰਾਜ ਆ ਜੇ, ਜਿਹੜੀ ਇੰਨੀ ਸਪਸ਼ਟ ਪਈ ਹੈ ਗੱਲ। ਕੱਲਾ ਸਾਡਾ ਨਹੀਂ, ਤੁਸੀਂ ਹੋਰਾਂ ਦਾ ਹੋਰ ਰਾਜਾਂ ਦੇ ਵਿੱਚ ਦੇਖ ਲਓ ਤਜਰਬਾ, ਉਹਨਾਂ ਨੇ ਕਿਹਨੂੰ ਰਾਜ ਕਰਨ ਦਿੱਤਾ। 1959 ਦੇ ਵਿੱਚ ਪਹਿਲੀ ਕਮਿਊਨਿਸਟ ਹਕੂਮਤ ਆਈ ਸੀ ਕੇਰਲਾ ਦੇ ਵਿੱਚ, ਉਹਨਾਂ ਨੇ ਮਾੜੇ ਜਿਹੇ ਕਦਮ ਚੁੱਕੇ ਸੀ, ਹਾਲਾਂਕਿ ਉਹਨਾਂ ਨੂੰ ਕੋਈ ਕੇਰਲਾ ਅਲੱਗ ਕਰਨਾ ਹੀ ਨਹੀਂ ਸੀ। ਦੇਸ਼ ਦੇ ਢਾਂਚੇ ਦੇ ਅੰਦਰ ਹੀ ਉਹੀ ਚੱਕ ਕੇ ਸਰਕਾਰ ਤੋੜਤੀ ਸੀ। ਸੋ ਇਹ ਨਹੀਂ ਸਹਿਣ ਕਰਨਗੇ। ਹੁਣ ਤਾਂ ਫਿਰ ਜਿਹੜੀ ਤਾਕਤਾਂ ਉੱਪਰ ਆ ਗਈਆਂ ਉਹਨਾਂ 'ਚ ਤਾਂ ਬਿਲਕੁਲ ਹੀ ਕੋਈ ਸਹਿਣਸ਼ੀਲਤਾ ਨਹੀਂ। ਉਹ ਤਾਂ ਜੇਕਰ ਤੁਸੀਂ ਬਿਲਕੁਲ ਉਹਨਾਂ ਦੇ ਅਨੁਸਾਰ ਹੀ ਬਣ ਕੇ ਚੱਲੋਗੇ ਫੇਰ ਹੀ ਮਤਲਬ ਤੁਸੀਂ ਕੁਛ ਹਾਸਿਲ ਕਰ ਸਕੋਗੇ। ਜੇ ਅੱਜ ਵੀ ਕੋਈ ਬੰਦਾ ਇਹ ਭਰਮ ਪਾਲਦਾ ਕਿ ਇਸ ਢਾਂਚੇ ਦੇ ਅੰਦਰ ਰਹਿੰਦਿਆਂ ਅਸੀਂ ਪਾਵਰ ਲੈ ਕੇ ਕੌਮ ਦਾ ਕੁਛ ਸਵਾਰ ਲਾਂਗੇ, ਇਹ ਤਾਂ ਫਿਰ ਜਿਹਦਾ ਮਤਲਬ ਇਹ ਹੈ ਵੀ ਇੰਨਾ ਲਹੂ ਡੋਲ ਕੇ ਇੰਨੇ ਕੁਛ ਚੋਂ ਲੰਘ ਕੇ ਕੁਛ ਵੀ ਨਹੀਂ ਸਿੱਖਿਆ। ਇਹਦਾ ਕਾਰਨ ਤ੍ਰਿਸ਼ਨਾ ਹੈ, ਲਾਲਸਾ ਹੈ। ਹੋਰ ਇਹ ਨਹੀਂ ਕਿ ਇੰਨੀ ਗੱਲ ਇਹ ਸਮਝਣੀ ਕੋਈ ਬਹੁਤ ਔਖੀ। ਸੋ ਰੂਹਾਨੀਅਤ ਕੀ ਕਰਦੀ ਹੈ? ਤੁਹਾਨੂੰ ਇਸ ਤ੍ਰਿਸ਼ਨਾ, ਇਸ ਲਾਲਸਾ ਤੋਂ ਮੁਕਤ ਕਰਦੀ ਹੈ। ਜਦੋਂ ਬੰਦੇ ਦੇ ਮਨ ਚੋਂ ਸਾਰੀਆਂ ਇਹ ਭਾਵਨਾਵਾਂ ਹੀ ਖਤਮ ਹੋ ਗਈਆਂ, ਉਹਦੀ ਫਿਰ ਜਿਹੜੀ ਅੰਤਰ ਦ੍ਰਿਸ਼ਟੀ ਹੈ ਉਹ ਇੰਨੀ ਪਵਿੱਤਰ ਤੇ ਸੂਖਮ ਬਣ ਜਾਂਦੀ। ਫਿਰ ਚੀਜ਼ਾਂ ਜਿਵੇਂ ਹੈ ਨੰਗੇ ਰੂਪ 'ਚ ਦਿਸਦੀਆਂ, ਚੀਜ਼ਾਂ ਦਾ ਸੱਚ। ਸੋ ਇਹ ਜਿਹੜੀ ਮੈਲ ਚੜੀ ਪਈ ਹੈ ਨਾ ਮਨਾਂ ਦੇ ਉੱਤੇ, ਉਹ ਕੌਮ ਦੇ ਵਿੱਚ ਬੜੀ ਕੁਛ ਪੈਦਾ ਕਰੀ ਜਾ ਰਹੀ, ਬੜਾ ਭੰਬਲ ਗੁੱਸਾ। ਇੱਕ ਪਾਸੇ ਪ੍ਰਚਾਰਕ ਲੱਗੇ ਪਏ ਨੇ ਜਿਹੜੇ ਸਾਰੇ ਸਿੱਖ ਇਤਿਹਾਸ ਤੇ ਗੁਰੂਆਂ ਦੀ ਸ਼ਾਨ ਨੂੰ ਧੁੰਦਲਾ ਕਰਨ ਤੇ ਲੱਗੇ ਪਏ, ਦੂਜੇ ਪਾਸੇ ਸੰਤ ਜਰਨੈਲ ਸਿੰਘ ਦੇ ਝੰਡਾ ਚੁੱਕ ਕੇ ਤੁਰਨ ਵਾਲੇ ਬੰਦੇ ਉਸ ਖਾੜਕੂ ਲਹਿਰ ਬਾਰੇ ਜਿਸ ਕਿਸਮ ਦਾ ਪ੍ਰਾਪੇਗੰਡਾ ਚੱਲ ਰਿਹਾ ਨਾ, ਇਸ ਨੂੰ ਅੱਜ ਸਮਝਣ ਦੀ ਲੋੜ ਹੈ। ਸੋ ਇਸ ਕਰਕੇ ਜਦੋਂ ਨਿਸ਼ਾਨੇ ਦੀ ਗੱਲ ਆਉਂਦੀ ਹੈ ਤਾਂ ਪਹਿਲੀ ਗੱਲ ਤਾਂ ਆ ਭਰਮ ਤੋੜਨਾ ਪਹਿਲੀ ਸ਼ਰਤ ਹੈ। ਤੇ ਜੇ ਕੋਈ ਬੰਦਾ ਖਾਲਿਸਤਾਨ ਦਾ ਨਿਸ਼ਾਨਾ ਰੱਖ ਕੇ ਵੀ ਇਹ ਭਰਮ ਪਾਲੀ ਜਾਂਦਾ, ਪਰ ਇੰਨੀਆਂ ਬੇਹੂਦਾ ਗੱਲਾਂ ਵੀ ਹੋ ਰਹੀਆਂ ਕਿ ਪੰਜਾਬ ਦਾ ਨਾਂ ਖਾਲਿਸਤਾਨ ਰੱਖ ਦਿਓ ਅਸੀਂ ਸੰਤੁਸ਼ਟ ਹਾਂ, ਜਿਹਦਾ ਮਤਲਬ ਫਿਰ ਤਾਂ ਕੁਛ ਵੀ ਨਹੀਂ ਸਿੱਖਿਆ ਸਾਰੇ ਕੁਛ। ਸੋ ਮੈਂ ਇਹ ਕਹਿਣਾ ਕਿ ਇਸ ਗੱਲ ਤੇ ਨਿਸ਼ਾਨਾ ਕੀ ਰੱਖੀਏ, ਪਹਿਲੀ ਸ਼ਰਤ ਇਹ ਹੈ ਆ ਭਰਮ ਤੋੜੋ, ਨਿਸ਼ਾਨਾ ਸਾਹਮਣੇ ਦੇਖ ਜੂ ਕਿ ਹੁਣ ਨਿਸ਼ਾਨਾ ਕੀ ਨਿਕਲਦਾ। ਇਹ ਭਰਮ ਕਾਇਮ ਰੱਖ ਕੇ ਨਿਸ਼ਾਨਾ ਜੋ ਮਰਜ਼ੀ ਰੱਖ ਲਓ, ਤੁਹਾਡਾ ਅਮਲ ਜਿਹੜਾ ਰਾਜਨੀਤ ਉਹ ਅਕਾਲੀ ਆਗੂਆਂ ਤੋਂ ਵੱਖਰਾ ਨਹੀਂ। ਇੰਨੀ ਕੁ ਬੇਨਤੀ। ਗੁਰਨਿਸ਼ਾਨ ਸਿੰਘ ਉਹਨਾਂ ਨੇ ਸਵਾਲ ਕਰਨਾ ਸੀ, ਪਰ ਮੇਰੇ ਇਹਦੇ ਨਾਲ ਮਿਲਦੀ ਜੁਲਦੀ ਗੱਲ ਚੇਤੇ ਆ ਗਈ। ਜਿੱਦਾਂ ਭਾਈ ਅਜਮੇਰ ਸਿੰਘ ਉਹਨਾਂ ਨੇ ਦੱਸਿਆ ਕਿ ਕਾਰਾਂ ਦੇ ਵਿੱਚੋਂ ਹਥਿਆਰਾਂ ਦੀ ਤਲਾਸ਼ੀ ਲੈਣਾ, ਕਿ ਇੱਕ ਉਹ ਆਪਣਾ ਉਹ ਮਾਹੌਲ ਸਿਰਜਣਾ, ਉਹ ਸਿਰਫ ਉੱਥੇ ਨਹੀਂ ਤਾਂ ਮੈਨੂੰ ਵੀ ਇੱਕ ਫੋਨ ਆਇਆ ਕਿ ਸਾਡੇ ਇਲਾਕੇ ਦੇ ਵਿੱਚ ਬਕਾਇਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕੈਮਰੇ ਵੇਖੇ ਗਏ ਆ ਤੇ ਉਸ ਤਰ੍ਹਾਂ ਦਾ ਮਾਹੌਲ ਪੁਲਿਸ ਵੱਲੋਂ ਬਣਾਇਆ ਗਿਆ ਕਿ ਇੱਥੇ ਜੇਕਰ ਤੁਹਾਡੇ ਬਕਾਇਦਾ ਇਹ ਵੀ ਹਦਾਇਤ ਕੀਤੀ ਹੈ ਕਿ ਕੋਈ ਰਹਿਣ ਆਉਂਦਾ ਰਾਤ ਨੂੰ ਤਾਂ ਕੋਸ਼ਿਸ਼ ਕਰਿਓ ਕਿ ਉਹਨੂੰ ਠਹਿਰ ਨਾ ਦਿੱਤਾ ਜਾਵੇ। ਤਾਂ ਮਤਲਬ ਉਹ
ਫਿਰ ਜਦੋਂ ਉਹਨਾਂ ਨੇ ਪੁੱਛਿਆ ਕਿ ਇਹਦਾ ਕਾਰਨ, ਤਾਂ ਉਹ ਕਾਰਨ ਕਹਿੰਦੇ ਘੱਲੂਘਾਰੇ ਸੰਬੰਧੀ ਸਾਨੂੰ ਹਦਾਇਤਾਂ ਨੇ ਕਿ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਹਿਣਾ ਹੈ। ਤਾਂ ਉਹ ਕਿਸ ਤਰ੍ਹਾਂ ਉਹ ਮਾਹੌਲ ਸਿਰਜਿਆ ਜਾਂਦਾ ਹੈ, ਤਾਂ ਸਾਨੂੰ ਉਹ ਚੀਜ਼ਾਂ ਦਾ ਬਹੁਤ ਬਰੀਕੀ ਦੇ ਨਾਲ ਤੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਉਹਨੂੰ ਸਾਨੂੰ ਵੇਖਣਾ ਪੈਣਾ, ਸਮਝਣਾ ਪੈਣਾ, ਤੇ ਫਿਰ ਕਿਤੇ ਜਾ ਕੇ ਕੁਛ ਜਿਹੜੀਆਂ ਧੁੰਦਲੀਆਂ ਤਸਵੀਰਾਂ ਹੈ ਉਹ ਤੋਂ ਥੋੜੀ ਬਹੁਤ ਕਿਤੇ ਕਿੰਨਾ ਜਾ ਕੇ ਉਹ ਧੁੰਦ ਜਿਹੜੀ ਆ ਸਾਫ਼ ਹੋਊਗੀ। ਤੇ ਗੁਰਨਿਸ਼ਾਨ ਸਿੰਘ ਜੀ, ਤੁਸੀਂ ਆਪਣਾ ਅਗਲਾ ਸਵਾਲ ਕਰ ਸਕਦੇ। ਜੀ ਅਗਲਾ ਸਵਾਲ ਇੱਕ ਹੋਰ ਆਪਣੀਆਂ ਸੰਗਤਾਂ ਵੱਲੋਂ ਆਇਆ ਸੀਗਾ, ਭਾਈ ਸਾਹਿਬ ਭਾਈ ਅਜਮੇਰ ਸਿੰਘ ਵਾਸਤੇ ਵੀ, ਤੇ ਇਹ ਕਈ ਸਵਾਲ ਇਹ ਸਿਮਿਲਰ ਆਏ ਸੀਗੇ, ਤਾਂ ਆਪਾਂ ਉਹਨਾਂ ਨੂੰ ਕੰਬਾਈਨ ਕਰਕੇ ਤੁਹਾਡੇ ਵੱਲੋਂ ਪੁੱਛ ਰਹੇ ਹੈਗੇ ਆ। ਸੰਗਤਾਂ ਪੁੱਛ ਰਹੀਆਂ ਨੇ ਕਿ ਸਿੱਖ ਇਤਿਹਾਸ, ਸਿੱਖ ਸਿਧਾਂਤ, ਸਿੱਖਾਂ ਦੀਆਂ ਸ਼ਹਾਦਤਾਂ ਨੂੰ ਜਿਹੜਾ ਯੂਥ ਹੈ ਉਹਨੂੰ ਛੱਡ ਕੇ ਖਾਲਸੇ ਦੀ ਪਰਿਭਾਸ਼ਾ ਆਪਣੇ ਹਿਸਾਬ ਨਾਲ ਉਹਨਾਂ ਨੇ ਬਣਾ ਲਈ ਹੈ, ਤੇ ਆਉਣ ਵਾਲੇ ਵਕਤ ਨੂੰ ਤੁਸੀਂ ਕਿਵੇਂ ਵੇਖਦੇ ਹੋ, ਤੇ ਕੀ ਹਿੰਦੂਵਾਦ ਦੀ ਸੋਚ ਪਲਾਨਿੰਗ ਥੱਲੇ ਸਾਡੀ ਹੋਂਦ ਕਾਇਮ ਰਹਿ ਸਕੇਗੀ, ਤੇ ਜਿਹੜਾ ਯੂਥ ਇਹ ਸਾਰੇ ਇਸ਼ੂਜ਼ ਤੋਂ ਜਿਹੜਾ ਪਾਸੇ ਹੋ ਰਿਹਾ ਹੈ ਉਹਨਾਂ ਨੂੰ ਤੁਸੀਂ ਇਹਨਾਂ ਇਸ਼ੂਜ਼ ਤੇ ਵਾਪਸ ਕਿਵੇਂ ਲੈ ਕੇ ਆ ਸਕਦੇ? ਦੇਖੋ, ਜਿਹੜਾ ਤਾਂ ਇਹ ਗੱਲ ਹੈ ਕਿ ਕੀ ਇਸ ਹਿੰਦੂ ਸੋਚ ਦੇ ਅਧੀਨ ਸਾਡੀ ਜਿਹੜੀ ਹੋਂਦ ਤੇ ਹਸਤੀ ਆ ਉਹ ਬਚੀ ਰਹਿ ਸਕੂਗੀ, ਤਾਂ ਮੈਂ ਜਵਾਬ ਦੇ ਚੁੱਕਿਆ ਕਿ ਕੋਈ ਵੀ ਸਕੋਪ ਨਹੀਂ, ਬਿਲਕੁਲ ਨਹੀਂ ਇਸ ਦੇ ਅਧੀਨ। ਤੇ ਸਾਨੂੰ ਆਪਦੀ ਜਿਹੜੀ ਪ੍ਰਭੂ ਸੱਤਾ ਹੈ, ਆਪਣੀ ਸੋਵਰੇਨਟੀ ਹੈ, ਉਹਦੇ ਵਾਸਤੇ ਸਾਨੂੰ ਲੜਨਾ ਪੈਣਾ ਤੇ ਉਹਦੇ ਵਾਸਤੇ ਤਿਆਰ ਰਹਿਣਾ ਪੈਣਾ। ਉਦੋਂ ਬਿਨਾਂ ਅਸੀਂ ਆਪਦਾ ਸਭ ਕੁਝ ਕੀਮਤੀ ਬਚਾ ਕੇ ਨਹੀਂ ਰੱਖ ਸਕਦੇ। ਇਹਦੇ ਵਾਸਤੇ ਹੁਣ ਹੋਰ ਕੋਈ ਤਜਰਬਾ ਕਰਨ ਦੀ ਲੋੜ ਬਹੁਤ ਕਰ ਲਏ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਯੂਥ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰੁਝਾਨ ਚੱਲ ਪਿਆ ਕਿ ਖਾਲਸੇ ਦੀ ਇੱਕ ਆਪਦੀ ਪਰਿਭਾਸ਼ਾ ਸਿਰਜ ਲਈ ਹੈ, ਜਿਹੜੀ ਬੜੀ ਕਹਿ ਲਈਏ ਬਿਨਾਇਨ ਜੀ ਹੈ ਕਿ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੋ ਉਹ ਤਾਂ ਇਹ ਹੈ ਕਿ ਆਪਦੀ ਮਨਮਰਜ਼ੀ ਨਾਲ ਪਰਿਭਾਸ਼ਾ ਨਹੀਂ ਘੜੀ ਜਾ ਸਕਦੀ। ਉਸ ਦੀ ਆਥੈਂਟਿਸਿਟੀ ਕੀ ਹੈ, ਕਿੱਥੋਂ ਤੁਸੀਂ ਉਹ ਲੈ ਰਹੇ ਹੋ ਉਹਦੀ ਪ੍ਰਮਾਣਿਕਤਾ। ਸੋ ਮੇਰਾ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਕ ਰਮਜ ਨਾਲੋਂ ਟੁੱਟ ਕੇ ਖਾਲਸੇ ਦੀ ਪਰਿਭਾਸ਼ਾ ਨਹੀਂ ਘੜੀ ਜਾ ਸਕਦੀ। ਸੋ ਉਸ ਰਮਜ ਨਾਲ ਜੁੜ ਕੇ ਜੋ ਕੁਛ ਹੈ ਉਹ ਸਾਡੇ ਸਾਹਮਣੇ ਵਾਪਰ ਰਿਹਾ ਹੈ। ਇਹ ਠੀਕ ਹੈ ਕਿ ਸਮੇਂ ਦੇ ਪ੍ਰਭਾਵ ਪੈ ਰਹੇ, ਪਹਿਲਾਂ ਵੀ ਪਏ ਤੇ ਹੁਣ ਵੀ ਪੈਣਗੇ, ਬਹੁਤ ਜ਼ੋਰਦਾਰ ਪ੍ਰਭਾਵ ਪੈ ਰਹੇ, ਖਾਸ ਕਰਕੇ ਜਿਹੜੀ ਵੈਸਟਰਨ ਵਰਲਡ ਹੈ, ਪੱਛਮੀ ਸੰਸਾਰ ਹੈ, ਉਹਦੇ ਵਿੱਚ ਰਹਿੰਦਿਆਂ ਕੁਛ ਉਹ ਜ਼ਿਆਦਾ ਪ੍ਰਭਾਵ ਪੈ ਰਹੇ ਨੇ ਵੀ ਕਿਸੇ ਤਰ੍ਹਾਂ ਉੱਥੇ ਅਸੀਂ ਐਡਜਸਟ ਜੇ ਹੋ ਜਾਈਏ ਤੇ ਆਪਦੀਆਂ ਗੱਲਾਂ ਨੂੰ ਰਿਡਿਊਸ ਕਰ ਲਈਏ, ਡਿਲਿਊਟ ਕਰ ਲਈਏ। ਸੋ ਇੱਕ ਬਹੁਤ ਵੱਡਾ ਚੈਲੰਜ ਹੈ ਸਿੱਖਾਂ ਦੇ ਸਾਹਮਣੇ ਕਿ ਆਪਣੇ ਸਿਧਾਂਤਾਂ ਤੇ ਆਪਣੀਆਂ ਰਵਾਇਤਾਂ ਤੇ ਕੋਈ ਸਮਝੌਤਾ ਨਹੀਂ ਕਰਨਾ ਤੇ ਮੌਜੂਦਾ ਸੰਸਾਰ 'ਚ ਵਿਚਰਨਾ ਵੀ। ਸੋ ਇਹ ਇੱਕ ਸੰਤੋਲ ਜਿਹੜਾ ਹੈਗਾ ਸੂਖਮ, ਇਹ ਕਿਵੇਂ ਬਣਾਉਣਾ ਹੈ, ਇਹਦੇ ਵਾਸਤੇ ਅਧਿਆਤਮਕ ਅਨੁਭਵ ਜ਼ਰੂਰੀ ਹੈ। ਫਿਰ ਹੀ ਉਹ ਜਿਹੜੀ ਹੈਗੀ ਹੈ ਸਮਰੱਥਾ ਤੇ ਜੁਗਤ ਉਹ ਆ ਸਕੂ। ਹੋਰ ਇਹ ਕਿਸੇ ਇਹ ਕੈਂਪਾਂ 'ਚ ਬਹਿ ਕੇ ਪੜ੍ਹਾਈਆਂ ਕਰਕੇ ਜਾਂ ਹੋਰ ਕਲਾਸਾਂ ਲਾ ਕੇ ਇਹ ਗੱਲਾਂ ਨਹੀਂ, ਇਹ ਤਾਂ ਸਿੱਖਣੀਆਂ ਪੈਣਗੀਆਂ ਇੱਕ ਅਨੁਭਵ ਦੇ ਵਿੱਚੋਂ ਲੰਘ ਕੇ, ਜਿਵੇਂ ਸੰਤ ਜਰਨੈਲ ਸਿੰਘ। ਅਗਲਾ ਸਵਾਲ ਸੀਗਾ ਡਾਕਟਰ ਗੁਰਪ੍ਰੀਤ ਸਿੰਘ ਵਾਸਤੇ। ਸੰਗਤਾਂ ਨੇ ਪੁੱਛਿਆ ਹੈਗਾ ਕਿ ਜਿਹੜੇ ਆਪਣੇ 84 ਦੇ ਸ਼ਹੀਦ ਹਨ ਜਾਂ ਤੇ ਜਿਹੜੇ ਆਪਣੇ 47 ਤੋਂ ਪਹਿਲਾਂ ਦੇ ਸ਼ਹੀਦ ਸੀ, ਉਹਨਾਂ ਨੂੰ ਵੱਖ-ਵੱਖ ਨਜ਼ਰੀਏ ਨਾਲ ਕਿਉਂ ਪੇਸ਼ ਕੀਤਾ ਜਾਂਦਾ ਹੈ ਮੇਨ ਸਟ੍ਰੀਮ ਮੀਡੀਆ ਵੱਲੋਂ। ਤੇ ਦੂਜਾ ਸੀਗਾ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹੈਗੇ ਆ ਜਿਹੜੇ 47 ਤੋਂ ਪਹਿਲਾਂ ਦੇ ਸ਼ਹੀਦ ਸੀ ਉਹਨਾਂ ਦੀ ਜੀਵਨੀ ਨੂੰ ਸ਼ੇਅਰ ਕਰਨ ਲੱਗੇ ਕੰਫਰਟ ਲੈਵਲ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਫਰਕ ਹੈਗਾ ਵਰਸਸ ਜਦੋਂ ਆਪਾਂ 84 ਦੇ ਸ਼ਹੀਦਾਂ ਦੀ ਗੱਲ ਕਰਦੇ ਹੈਗੇ ਆ। ਇਹ ਫਰਕ ਕਿਉਂ ਐਗਜ਼ਿਸਟ ਕਰਦਾ ਹੈ ਤੇ ਆਪਾਂ ਇਹਨੂੰ ਠੀਕ ਕਿਵੇਂ ਕਰ ਸਕਦੇ ਹਾਂ? ਸ਼ਹੀਦ ਦੀ ਜਿਹੜੀ ਪਰਿਭਾਸ਼ਾ ਹੈ ਉਹ ਚਾਹੇ ਗੁਰੂ ਕਾਲ ਦੀ ਹੈ, ਚਾਹੇ ਉਹ ਬੰਦਾ ਸਿੰਘ ਬਹਾਦਰ ਮਿਸਲ ਕਾਲ ਜਾਂ ਮਹਾਰਾਜਾ ਰਣਜੀਤ ਸਿੰਘ ਕਾਲ ਜਾਂ 84 ਦਾ ਜਾਂ ਫਿਊਚਰ ਹੈ, ਸ਼ਹੀਦ ਜਿਹੜਾ ਉਹ ਇੱਕ ਹੀ ਹੈ। ਉਹ ਨਿਸ਼ਾਨੇ ਲਈ ਜਿਹੜਾ ਵਾ ਇੱਕ ਨਿਸ਼ਾਨੇ ਦੇ ਲਈ ਹੀ ਜਿਹੜਾ ਉਹ ਸ਼ਹੀਦ ਹੋਇਆ ਵਾ। ਹਾਂ, ਉਹ ਹਾਲਾਤ ਅਲੱਗ-ਅਲੱਗ ਹੋ ਸਕਦੇ ਨੇ, ਸ਼ਹੀਦ ਹੋਣ ਦਾ ਤਰੀਕਾ ਜਿਹੜਾ ਹੈ ਉਹ ਅਲੱਗ ਹੋ ਸਕਦਾ ਹੈ, ਪਰ ਉਹਨਾਂ ਦਾ ਨਿਸ਼ਾਨਾ ਜਾਂ ਕਹਿ ਲਈਏ ਕਿ ਗੁਰੂ ਲਿਵ ਦੇ ਵਿੱਚ ਹੀ ਜਿਹੜਾ ਵਾ ਉਹ ਪਿਆਰ ਦੇ ਵਿੱਚ ਹੀ ਪੰਥ ਦੀ ਭਲਾਈ ਦੇ ਲਈ ਜਾਂ ਆਪਣੇ ਖਾਸ ਨਿਸ਼ਾਨਿਆਂ ਦੇ ਲਈ ਜਿਹੜਾ ਵਾ ਉਹ ਸ਼ਹੀਦ ਹੋਏ ਨੇ। ਇਸ ਕਰਕੇ ਸ਼ਹੀਦ ਜਿਹੜੇ ਉਹ ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਸ਼ਹੀਦ ਅਲੱਗ ਹੈ ਕੋਈ ਅਲੱਗ ਹੈ। ਹਾਂ, ਇਸ ਤਰ੍ਹਾਂ ਹੈ ਕਿ ਸ਼ਹਾਦਤ ਜਦ ਵੀ ਹੁੰਦੀ ਹੈ ਉਹਨੂੰ ਇਸ ਤਰੀਕੇ ਨਾਲ ਦੋ ਤਰੀਕੇ ਨਾਲ ਦੇਖਦੇ ਹਾਂ ਕਿ ਇੱਕ ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ, ਉਹ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਹੋਈ,
ਇੱਕ ਜੰਗ ਦੇ, ਪਰ ਇਹ ਨਹੀਂ ਕਿ ਸ਼ਹਾਦਤ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਹੋਈ ਉਹ ਅਲੱਗ ਹੈ ਜਾਂ ਦੂਸਰੀ ਜਿਹੜੀ ਸ਼ਹਾਦਤ ਅਲੱਗ ਹੈ। ਹਾਲਾਂਕਿ ਦੋਨਾਂ ਦਾ ਨਿਸ਼ਾਨਾ ਜਿਹੜਾ ਇੱਕ ਨਿਸ਼ਾਨੇ ਦੇ ਲਈ ਹੀ ਸ਼ਹੀਦ ਜਿਹੜੇ ਹੋ ਰਹੇ ਨੇ। ਉਹ ਸਿੱਖ ਧਰਮ ਦੇ ਵਿੱਚ ਜੇ ਸ਼ਹਾਦਤ ਦਾ ਮਰਤਬਾ ਦੇਖੀ ਤੇ ਸਭ ਤੋਂ ਵੱਡਾ ਹੈ। ਜੇ ਆਪਾਂ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ ਤਾਂ ਉਹ ਪਰੰਪਰਾ ਦੇ ਅਨੁਸਾਰ ਦੱਸਦੇ ਕਿ ਸਿੱਖ ਪਰੰਪਰਾ ਦੇ ਵਿੱਚ ਜੇ ਕਿਸੇ ਨੇ ਸੱਚਖੰਡ ਜਾਂ ਗੁਰੂ ਪਾਤਸ਼ਾਹ ਦੇ ਬਹੁਤ ਸਭ ਤੋਂ ਛੇਤੀ ਗੁਰੂ ਨੂੰ ਪ੍ਰਵਾਨ ਹੋਣਾ ਹੈ ਤਾਂ ਉਹ ਸ਼ਹਾਦਤ ਹੈ। ਉਸਦਾ ਸਭ ਤੋਂ ਜਿਹੜਾ ਤਰੀਕਾ ਹੈ ਉਹ ਸ਼ਹਾਦਤ ਹੀ ਹੈ। ਇਸ ਕਰਕੇ ਸ਼ਹਾਦਤ ਜਿਹੜੀ ਹੈ ਦੋ ਤਰ੍ਹਾਂ ਦੀ ਨਹੀਂ ਹੈ। ਸ਼ਹਾਦਤ ਦੀ ਪਰਿਭਾਸ਼ਾ ਜਿਹੜੀ ਆ ਉਹ ਇੱਕ ਹੀ ਆ। ਹਾਂ, ਉਹ ਸ਼ਹਾਦਤ ਦਾ ਤਰੀਕਾ ਜਿਹੜਾ ਵਾ ਉਹ ਅਲੱਗ-ਅਲੱਗ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਨਹੀਂ ਹੈ ਕਿ ਗੁਰੂ ਲਿਵ ਦੇ ਵਿੱਚ ਹੀ ਸ਼ਹਾਦਤ ਜਿਹੜੀ ਆ ਉਹ ਹੁੰਦੀ ਹੈ। ਦੂਸਰਾ ਕਿ ਕਿਉਂ ਕੀਤਾ ਜਾ ਰਿਹਾ ਹੈ ਅਲੱਗ 84 ਦੇ ਸ਼ਹੀਦਾਂ ਨੂੰ ਜਾਂ ਦੂਸਰਿਆਂ ਨੂੰ, ਉਹਦੇ ਪਿੱਛੇ ਵੀ ਬਹੁਤ ਸਾਰੇ, ਇੱਕ ਤਾਂ ਜਿਵੇਂ ਸਰਦਾਰ ਜਮੇਰ ਸਿੰਘ ਉਹਨਾਂ ਨੇ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਚੈਨਲ ਇਸ ਤਰ੍ਹਾਂ ਦੇ ਆ ਗਏ, ਉਹਨਾਂ ਦੇ ਉੱਤੇ ਬੰਦੇ ਵੀ ਇਸ ਤਰ੍ਹਾਂ ਦੇ ਬੈਠੇ ਨੇ ਜਿਨ੍ਹਾਂ ਨੇ ਸਾਡੇ ਸਿਧਾਂਤਾਂ ਨੂੰ ਜਿਹੜਾ ਵਾ ਤਰੂੜ ਮਰੂੜ ਕੇ ਜਿਹੜਾ ਵਾ ਉਹ ਪੇਸ਼ ਕਰਨਾ ਹੈ। ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਇਹ ਆ, ਹਾਲਾਂਕਿ ਉਹ ਦੇਖ ਇਸ ਤਰ੍ਹਾਂ ਰਹੇ ਨੇ ਜਿਵੇਂ ਸਾਡੇ ਲਈ ਤਾਂ ਭਾਈ ਮਨੀ ਸਿੰਘ ਵੀ ਸ਼ਹੀਦ ਨੇ, ਉਹ ਸਰਦਾਰ ਆਪਣੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਵੀ ਜਿਹੜੇ ਸ਼ਹੀਦ ਨੇ, ਪਰ ਕੁਝ ਲੋਕ ਨੇ ਜਿਨ੍ਹਾਂ ਦੇ ਲਈ ਸੰਤ ਜਰਨੈਲ ਸਿੰਘ ਜਿਹੜਾ ਵਾ ਉਹ ਅੱਤਵਾਦੀ ਜਿਹੜਾ ਭਾਰਤੀ ਪੱਖ ਤੋਂ ਜਿਹੜਾ ਵਾ ਹੋ ਸਕਦੇ ਨੇ। ਇਸ ਕਰਕੇ ਉਹਨਾਂ ਦਾ ਨਜ਼ਰੀਆ ਜਿਹੜਾ ਵਾ ਉਹ ਅਲੱਗ ਹੈ। ਪਰ ਸਾਨੂੰ ਜਿਹੜਾ ਹੈ, ਸਾਨੂੰ ਸ਼ਹਾਦਤ ਦੇ ਕਨਸੈਪਟ ਨੂੰ ਸਮਝਦੇ ਹੋਏ ਸਾਡੇ ਲਈ ਸ਼ਹੀਦ ਜਿਹੜੇ ਆ ਉਹ ਇੱਕ ਹੀ ਨੇ, ਕੋਈ ਉਹਨਾਂ ਦੀਆਂ ਦੋ ਪਰਿਭਾਸ਼ਾਵਾਂ ਜਿਹੜੀਆਂ ਉਹ ਕਦੇ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਠੀਕ ਹੈ ਜੀ। ਤੇ ਆਪਣਾ ਇੱਕ ਅੱਜ ਦਾ ਜੋ ਆਖਰੀ ਸਵਾਲ ਹੈ ਭਾਈ ਸਾਹਿਬ ਅਜਮੇਰ ਸਿੰਘ ਤੁਹਾਡੇ ਵਾਸਤੇ ਸੀ, ਤੇ ਸਵਾਲ ਹੈ, ਬਹੁਤੇ ਬੁੱਧੀਜੀਵੀਆਂ ਦਾ ਇਹ ਮੰਨਣਾ ਹੈ ਕਿ ਸਟੇਟ ਚਾਹੁੰਦੀ ਸੀ ਕਿ ਸਿੱਖ ਸੰਘਰਸ਼ ਹਿੰਸਾ ਦੇ ਰਾਹ ਪੈ ਜਾਏ ਤਾਂ ਕਿ ਸਟੇਟ ਨੂੰ ਇਸ ਸੰਘਰਸ਼ ਨੂੰ ਖਤਮ ਕਰਨ ਦਾ ਮੌਕਾ ਮਿਲ ਜਾਏ, ਤੇ ਸੰਘਰਸ਼ ਦਾ ਜੂਨ 1984 ਤੱਕ ਪਹੁੰਚਣਾ ਸਟੇਟ ਦੀ ਚਾਲ ਦੀ ਕਾਮਯਾਬੀ ਸੀ ਅਤੇ ਸੰਤਾਂ ਦੀ ਘੱਟ ਸਮਝੀ। ਕਿਰਪਾ ਕਰਕੇ ਇਹਦੇ ਬਾਰੇ ਵਿਚਾਰ ਦਿਓ। ਮੇਰਾ ਖਿਆਲ ਹੈ ਇਸ ਪੱਖ ਬਾਰੇ ਮੈਂ ਕਾਫੀ ਲਿਖਿਆ ਵੀ ਹੈ ਤੇ ਬੋਲਿਆ ਵੀ ਹੈ ਬਹੁਤ ਸਾਰੇ ਥਾਵਾਂ ਤੇ ਕਿ ਇਹ ਜਿਹੜੀ ਸੋਚ ਹੈ ਨਾ ਕਿ ਹਰ ਚੀਜ਼ ਨੂੰ ਇੱਕ ਸਾਜ਼ਿਸ਼ ਦਾ ਨਤੀਜੇ ਦੇ ਤੌਰ ਤੇ ਦੇਖਣਾ, ਕਿ ਘਟਨਾਵਾਂ ਨੂੰ ਡਿਟਰਮਨ ਕੌਣ ਕਰ ਰਿਹਾ ਸੀ, ਕੀ ਸਟੇਟ ਕਰ ਰਹੀ ਸੀ, ਤੇ ਸੰਤ ਜਰਨੈਲ ਸਿੰਘ ਮਹਿਜ ਉਹਨਾਂ ਦਾ ਇੱਕ ਟੂਲ ਬਣ ਰਿਹਾ ਸੀ, ਫਿਰ ਤਾਂ ਸੰਤ ਜਰਨੈਲ ਸਿੰਘ ਦਾ ਨਕਸ਼ਾ ਬਹੁਤ ਹੀ ਮਾੜਾ ਬਣਦਾ। ਸੋ ਇਸ ਕਰਕੇ ਇਹ ਵਾਪਰਦਾ ਕਿ ਸਟੇਟ ਦੇ ਆਪਦੇ ਕੁਛ ਹਿੱਤ ਹੁੰਦੇ ਨੇ, ਉਹਦਾ ਇੱਕ ਆਪਦਾ ਨਜ਼ਰੀਆ। ਇਹ ਮੰਨ ਲੈਂਦੇ ਆ ਕਿ ਇੰਡੀਅਨ ਸਟੇਟ ਨੂੰ ਇਹ ਗੱਲ ਸੂਟ ਕਰਦੀ ਸੀ ਕਿ ਸਿੱਖ ਹਿੰਸਾ ਦੇ ਰਾਹ ਪੈਣ, ਫਿਰ ਦੇਸ਼ ਦੇ ਅੰਦਰ ਇਹਨਾਂ ਦੇ ਖਿਲਾਫ ਇੱਕ ਸੈਂਟੀਮੈਂਟ ਪੈਦਾ ਕਰਨਾ ਤੇ ਆਪਦੀ ਪੋਜੀਸ਼ਨ ਨੂੰ ਕੰਸੋਲੀਡੇਟ ਕਰਨਾ ਸੌਖਾ ਹੋ। ਤੇ ਇਹ ਵੀ ਸੀ ਕਿ ਇਹ ਥੋੜਾ ਵੱਖਵਾਦ ਦੀ ਗੱਲ ਕਿਸ ਤਰ੍ਹਾਂ ਆ ਜੇ ਨਾ ਕਿ ਦੇਸ਼ ਨੂੰ ਤੋੜਨਾ ਚਾਹੁੰਦੇ, ਫਿਰ ਵੀ ਮਤਲਬ ਉਹਨੂੰ ਕੁਚਲਣਾ ਸੌਖਾ ਹੋ। ਹੁਣ ਤੁਸੀਂ ਇਸ ਲੌਜਿਕ ਨੂੰ ਦੇਖੋ ਵੀ ਜੇ ਸਾਡੇ ਤੇ ਇਹੀ ਲਗਾਤਾਰ ਦਬਾ ਰਿਹਾ ਕਿ ਜੇ ਹਿੰਸਾ ਦੇ ਰਾਹ ਪਏ ਤਾਂ ਇਹਦੇ ਨਾਲ ਸਟੇਟ ਹੋਰ ਮਜ਼ਬੂਤ ਹੋ ਜੂ, ਜੇ ਅਸੀਂ ਵੱਖ ਹੋਣ ਦੀ ਗੱਲ ਕੀਤੀ ਇਹਦੇ ਨਾਲ ਸਟੇਟ ਹੋਰ ਮਜ਼ਬੂਤ ਹੋ ਜੂ, ਫਿਰ ਤਾਂ ਅਸੀਂ ਬਲੈਕਮੇਲ ਹੋ ਗਏ। ਸਟੇਟ ਦੀਆਂ ਆਪਦੀਆਂ ਗਿਣਤੀਆਂ ਮਿਣਤੀਆਂ, ਉਹਨੇ ਆਪਣੇ ਹਿਸਾਬ ਚੋਂ ਚੱਲਣਾ, ਆਪਦੀਆਂ ਕੈਲਕੂਲੇਸ਼ਨ ਚੋਂ। ਅਸੀਂ ਉਹਦੇ ਕਿਸੇ ਪ੍ਰਤੀਕਰਮ ਚੋਂ ਨਹੀਂ ਕੁਛ ਕਰਨਾ। ਸੰਤ ਜਰਨੈਲ ਸਿੰਘ ਸਟੇਟ ਦੇ ਰਵੱਈਏ ਦੇ ਪ੍ਰਤੀਕਰਮ ਚੋਂ ਨਹੀਂ ਕੁਛ ਕਰ ਰਿਹਾ, ਨਿਰੋਲ। ਉਹਦਾ ਇੱਕ ਆਪਦਾ ਲੌਜਿਕ ਸੀ। ਉਹ ਲੌਜਿਕ ਜਿਹੜਾ ਸੀਗਾ ਉਹ ਸਿੱਖ ਇਤਿਹਾਸ ਤੇ ਸਿੱਖ ਸਿਧਾਂਤਾਂ ਚੋਂ ਨਿਕਲਦਾ ਸੀ। ਸੋ ਇਹ ਗੱਲ ਥੋੜੀ ਜੀ ਸਮਝਣੀ ਔਖੀ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਉਹਨੇ ਕਿਉਂ ਕੀਤਾ, ਜਦੋਂ ਤੁਸੀਂ ਵੀ ਸਾਫ਼ ਦੁਸ਼ਮਣ ਨੂੰ ਇਹਦਾ ਫਾਇਦਾ ਹੋ। ਹੁਣ ਤੁਸੀਂ ਜੇ ਫਾਇਦੇ ਦੀ ਗੱਲ ਦੇਖਣੀ ਹੈ, ਦੁਸ਼ਮਣ ਨੂੰ ਕਿੰਨਾ ਕੁ ਫਾਇਦਾ ਹੋ ਗਿਆ, ਕਿੰਨਾ ਵੱਡਾ ਸੈਕਸ਼ਨ ਸਿੱਖਾਂ ਦਾ ਜਿਹੜਾ ਉਹਦੇ ਨਾਲ ਡਟ ਕੇ ਖੜਾ ਸੀ ਉਹ ਸਾਰਾ ਏਲੀਨੇਟ ਕਰ ਲਿਆ। ਵਕਤ ਪਿਆ ਡਾਇਸਪੋਰਾ ਦੇ ਵਿੱਚ ਕਿੰਨੇ ਬੰਦੇ ਫਿੱਟ ਕਰ ਰਹੇ ਨੇ ਉਹ ਜਾ ਕੇ, ਕਿੰਨੀ એનર્ਜੀ, ਕਿੰਨੀ ਸਿਰਦਰਦੀ। ਤਾਂ ਉਹ ਸਾਰੇ ਕੁਛ ਚੋਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋ ਗਿਆ। ਪ੍ਰਾਈਮ ਮਿਨਿਸਟਰ ਉਹਨਾਂ ਦਾ ਜਾਨ ਚਲੀ ਗਈ, ਫੌਜਾਂ ਦਾ ਚੀਫ ਉਹਨਾਂ ਦਾ ਚਲਿਆ ਗਿਆ, ਕਿੰਨੇ ਹੋਰ ਉਹਨਾਂ ਦੇ ਪ੍ਰੋਮੀਨੈਂਟ ਬੰਦੇ ਗਏ, ਜਾਨਾਂ ਦਿੱਤੀਆਂ ਉਹਨਾਂ ਨੇ ਵੀ।
ਇਹ ਠੀਕ ਹੈ ਕਿ ਉਹਨਾਂ ਨੇ ਆਪਦੀ ਪੋਜੀਸ਼ਨ ਨੂੰ ਕੰਸੋਲੀਡੇਟ ਕਰਨ ਵਾਸਤੇ ਸਾਰੇ ਵਰਤਾਰੇ ਨੂੰ ਵਰਤਿਆ ਤੇ ਸਿੱਖਾਂ ਨੇ ਆਪਦੇ ਹਿਸਾਬ ਨਾਲ ਵਰਤਿਆ। ਸੋ ਇਹ ਤਾਂ ਤੁਸੀਂ ਕਿਤੇ ਵੀ ਇਹ ਸਿਚੁਏਸ਼ਨ ਬਣ ਸਕਦੀ ਹੈ ਕਿ ਜੇ ਤੁਸੀਂ ਆਹ ਕਦਮ ਚੁੱਕਿਆ ਇਹਦੇ ਨਾਲ ਸਟੇਟ ਮਜ਼ਬੂਤ ਹੋ ਜਾਣੀ ਆ। ਇਹ ਤਾਂ ਫਿਰ ਇੱਕ ਬਲੈਕਮੇਲ ਕਰਨ ਵਾਲੀ ਸਥਿਤੀ ਕਿਸੇ ਵੀ ਕਮਜ਼ੋਰ ਜਾਂ ਘੱਟ ਗਿਣਤੀ ਧਿਰ ਨੂੰ ਇਹ ਫੇਸ ਕਰਨੀ ਪੈ ਜਾਂਦੀ। ਜੇ ਇਸ ਤਰ੍ਹਾਂ ਨਾ ਵੀ ਕਰੋ, ਤੁਸੀਂ ਪੀਸਫੁਲ ਵੀ ਚੱਲੋ, ਚੱਲ ਕੇ ਦੇਖਿਆ ਸੀ ਨਾ, ਜੇ ਤਾਂ ਉਹ ਰਾਹ ਅਜਮਾਇਆ ਨਾ ਹੁੰਦਾ, 47 ਚ ਹਥਿਆਰ ਚੁੱਕ ਲਏ ਹੁੰਦੇ, ਫਿਰ ਤਾਂ ਆਪਾਂ ਕਹਿ ਸਕਦੇ ਕਿ ਪੀਸਫੁਲ ਰਹਿ ਕੇ ਵੀ ਬਹੁਤ ਕੁਝ ਹਾਸਿਲ ਕੀਤਾ ਜਾ ਸਕਦਾ ਸੀ। ਉਹ ਨਹੀਂ ਹਾਸਿਲ। ਤੁਹਾਡੀ ਛੋਟੀ ਜੀ ਮੰਗ ਦਰਬਾਰ ਸਾਹਿਬ ਨੂੰ ਦੇ ਉੱਤੋਂ ਕੀਰਤਨ ਰਿਲੇ ਕਰਨ ਦੀ ਮੰਗ ਵੀ ਨਹੀਂ ਮੰਨੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਸਿਗਰਟਾਂ ਤੇ ਮੀਟ ਦੀਆਂ ਦੁਕਾਨਾਂ ਚੁੱਕਣ ਦੀ ਮੰਗ, ਕਿੱਡੀਆਂ ਗੱਲਾਂ ਸੀ। ਸੋ ਉਹ ਪੀਸਫੁਲ ਢੰਗ ਨਾਲ ਤੁਹਾਡਾ ਕੁਛ ਵੀ ਮੰਨਣ ਨੂੰ ਤਿਆਰ ਨਹੀਂ ਸੀ। ਅੱਜ ਜੇ ਉਹਨਾਂ ਨੂੰ ਇਹ ਕਰਨਾ ਪੈ ਰਿਹਾ ਦਰਬਾਰ ਸਾਹਿਬ ਤੋਂ ਪ੍ਰਸਾਰਨ ਜਾਂ ਹੋਰ ਸਾਰਾ ਕੁਝ, ਉਹ ਜੰਗ ਦੇ ਨਤੀਜੇ ਵਜੋਂ ਹੀ ਆ, ਨਹੀਂ ਇਹ ਗੱਲਾਂ ਉਹਨਾਂ ਨੇ ਅੱਜ ਤੱਕ ਹੋਣ ਨਹੀਂ ਸੀ। ਅੱਜ ਕੌਮ ਦੀ ਜੋ ਸਥਿਤੀ ਹੁੰਦੀ, ਜਿਹੜੀ ਲੋਕਾਂ ਨੂੰ ਇਹ ਲੱਗ ਰਿਹਾ ਹੈ ਨਾ ਕਿ ਉਹਦੇ ਵਿੱਚ ਸਾਡਾ ਨੁਕਸਾਨ ਹੋ ਗਿਆ ਤੇ ਸਾਡੇ ਅੱਜ ਹਾਲਤ ਮਾੜੀ ਹੋ ਗਈ ਹੈ, ਜੇ ਉਹ ਜੰਗ ਨਾ ਲੜੀ ਹੁੰਦੀ, ਤੁਸੀਂ ਉਹ ਕਲਪਨਾ ਅੱਜ ਨਹੀਂ ਹੁੰਦੀ ਬੰਦਿਆਂ ਤੋਂ ਕਿ ਅੱਜ ਕੀ ਹਾਲ ਹੁੰਦਾ, ਕਿੰਨੇ ਬੇਗੈਰਤੇ ਬਣ ਕੇ ਸਿੱਖਾਂ ਨੂੰ ਜਿਉਣਾ ਪੈਣਾ ਸੀ। ਕਿਹੜੀ ਗੱਲ ਸੀ ਜਿਹਤੇ ਅਸੀਂ ਮਾਣ ਕਰ ਸਕਦੇ? ਬਾਰ-ਬਾਰ ਰੋਣਾ ਹੀ ਸੀ, ਸਾਡੇ ਨਾਲ ਆਹ ਹੋ ਗਿਆ, ਸਾਡੇ ਨਾਲ ਆਹ ਹੋ ਗਿਆ। ਸੋ ਸੰਤ ਜਰਨੈਲ ਸਿੰਘ ਦਾ ਜਿਹੜਾ ਉਹਨਾਂ ਨੂੰ ਇੱਕ ਹੈਗਾ ਨਾ, ਭੂਤ ਲਗਾਤਾਰ ਡਰਾਈ ਜਾ ਰਿਹਾ ਹੈ ਕਿ ਇਹਦਾ ਕੀ ਕਰੀਏ। ਇਹ ਗੱਲ ਜਿਹੜੀ ਹੈ ਇਹ ਜੰਗ ਕਰਕੇ, ਲੜਾਈ ਕਰਕੇ ਹੋਈ। ਸੋ ਇਹ ਇਸ ਤਰ੍ਹਾਂ ਦੇਖਣਾ ਹਰ ਚੀਜ਼ ਨੂੰ ਕਿ ਇਹ ਸਟੇਟ ਦੀ ਚਾਲ ਸੀ। ਕਿਉਂਕਿ ਦੂਜੀ ਗੱਲ ਇਸ ਜਿਹੜਾ ਐਨਾਲਿਸਿਸ ਦਾ ਇੱਕ ਮਹੱਤਵਪੂਰਨ ਨਿਯਮ ਹੈ, ਪ੍ਰਿੰਸੀਪਲ, ਕਿ ਕਿਸੇ ਗੱਲ ਦਾ ਫਾਇਦਾ ਕੌਣ ਲੈ ਗਿਆ ਉਹ ਤੋਂ ਇਹ ਡਿਟਰਮਿਨ ਨਹੀਂ ਹੁੰਦਾ ਕਿ ਗੱਲ ਕਰਵਾਈ ਹੋਣੀ। ਇੱਕ ਸਿਚੁਏਸ਼ਨ ਚੋਂ ਕੋਈ ਧਿਰ ਵੱਧ ਫਾਇਦਾ ਲੈ ਗਈ, ਕੋਈ ਘੱਟ ਲੈ ਗਈ, ਇਹ ਤਾਂ ਮੌਕੇ ਤੇ ਬਹੁਤ ਗੱਲਾਂ ਤੇ ਨਿਰਭਰ ਕਰ। ਇਹ ਤਾਂ ਉਸ ਮੌਕੇ ਤਾਕਤਾਂ ਦਾ ਜੋ ਟਕਰਾਅ ਚੱਲਦਾ ਹੈ, ਜੋ ਭੇੜ ਚੱਲਦਾ ਹੈ, ਉਹਦੇ ਚੋਂ ਬੜੇ ਕੌਮਾਂਤਰੀ ਪੱਧਰ ਤੇ ਹੋਰ ਪੱਖ ਵੀ ਬੜੇ ਮਹੱਤਵਪੂਰਨ ਹੁੰਦੇ। ਸੋ ਇਸ ਨੂੰ ਮਤਲਬ ਇੱਕ ਇੰਨੀ ਨੈਗੇਟਿਵ ਨਾ ਪੱਕੀ ਦ੍ਰਿਸ਼ਟੀ ਤੋਂ ਦੇਖਣਾ ਕਿ ਸਟੇਟ ਚਾਹੁੰਦੀ ਹੂ ਸਟੇਟ ਉਹਨੂੰ ਆਪਦਾ ਸ਼ੌਕ ਪੂਰਾ ਕਰਨ ਦਿਓ, ਅੱਜ ਵੀ ਕਰ ਸਕਦੀ ਹੈ। ਪਰ ਇਹ ਤੁਸੀਂ ਮੌਕੇ ਤੇ ਦੇਖਣਾ ਕਿ ਅਸੀਂ ਉਹਦੇ ਮੁਤਾਬਕ ਚੱਲਣਾ ਹੈ ਜਾਂ ਆਪਦੇ ਮੁਤਾਬਕ ਚੱਲਣਾ। ਸੰਤ ਨੂੰ ਰੌਸ਼ਨੀ ਕਿਤੋਂ ਹੋਰ ਮਿਲ ਰਹੀ ਸੀ, ਇਹ ਬੰਦਿਆਂ ਨੂੰ ਸਮਝ ਨਹੀਂ ਆ ਰਹੀ। ਨਹੀਂ ਇੰਨੀ ਅਡੋਲਤਾ, ਜੇ ਉਹ ਗੌਰਮੈਂਟ ਦੇ ਪ੍ਰੋਵੋਕੇਸ਼ਨ ਤੋਂ ਕੁਝ ਕਰੀ ਜਾਂਦਾ, ਇੰਨੀ ਅਡੋਲਤਾ, ਇੰਨੀ ਸਪਸ਼ਟਤਾ ਨਹੀਂ ਹੋਣੀ ਸੀ। ਤੁਸੀਂ ਇਹ ਦੇਖੋ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਵੇਂ ਸ਼ਹੀਦ ਹੋਏ ਸੰਤ, ਉਹ ਸਪੈਕਟੇਕਲ, ਉਹ ਜਲਾਓ ਜਿਹੜਾ ਇਟ ਇਜ਼ ਵੈਰੀ ਰੇਅਰ। ਇਤਿਹਾਸ ਦੇ ਵਿੱਚ ਬਹੁਤ ਘੱਟ ਹੁੰਦਾ ਇਸ ਤਰ੍ਹਾਂ ਦਾ। ਇੰਨੀ ਲੰਮੀ ਲੜਾਈ ਲੜੀ ਹੈ, ਇੰਨੇ ਸ਼ਹੀਦ ਹੋ ਗਏ, ਸਭ ਕੁਝ ਤਬਾਹ ਹੋ ਗਿਆ, ਤੇ ਕਿਸ ਤਰ੍ਹਾਂ ਦੇ ਰੂਹਾਨੀ ਜਲਾਲ ਚ ਭੋਰੇ ਚੋਂ ਨਿਕਲ ਕੇ ਕਿੰਨੀ ਸਾਬਤ ਕਦਮੀ ਨਾਲ ਜਾ ਰਹੇ ਨੇ ਤੇ ਬਰਸਤ ਵੱਜਦਾ, ਕਿਵੇਂ ਸ਼ਹੀਦ ਹੋ ਰਹੇ ਨੇ। ਤੇ ਉਹ ਬੰਦਾ ਦੁਸ਼ਮਣ ਦੀਆਂ ਚਾਲਾਂ ਮੁਤਾਬਕ ਚੱਲਣ ਵਾਲਾ ਬੰਦਾ ਇਸ ਤਰ੍ਹਾਂ ਮਰ ਸਕਦਾ? ਉਹ ਸੀਗੇ ਅਕਾਲੀ ਆਗੂ, ਲਿਟਕੜੀਆਂ ਕੱਢਦੇ ਫਿਰਦੇ ਸੀਗੇ। ਸੋ ਉਹੀ ਬਖਤਰਬੰਦ ਗੱਡੀਆਂ ਜਿਹੜੀਆਂ ਸਿੱਖਾਂ ਨੂੰ ਕੁਚਲਣ ਵਾਸਤੇ ਆਈਆਂ, ਉਹਨਾਂ 'ਚ ਬਹਿ ਕੇ ਉਹ ਬਾਹਰ ਨਿਕਲ ਗਏ ਸੀ। ਉਹ ਬੇਗੈਰਤੇ ਸੀ ਕਿ ਜੇ ਜੰਗ ਨਾ ਲੜੀ ਹੁੰਦੀ ਤਾਂ ਅਸੀਂ ਅਕਾਲੀਆਂ ਨੂੰ ਅੱਜ ਉਹ ਮਿਹਣਾ ਦੇਣ ਜੋਗੇ ਨਹੀਂ ਸੀ, ਅਸੀਂ ਆਪ ਉਹਨੇ ਹੀ ਬੇਗੈਰਤੇ ਬਣੇ ਹੁੰਦੇ। ਸੋ ਇਸ ਗੱਲ ਦੀ ਮਹੱਤਤਾ ਪਛਾਣਨੀ ਚਾਹੀਦੀ ਹੈ। ਗੱਲਾਂ ਨੂੰ ਸਿਰਫ ਇੱਕ ਛੋਟੇ ਜਿਹੇ ਇਮੀਡੀਏਟ ਪ੍ਰਸੰਗ 'ਚ ਨਾ ਦੇਖੋ। ਨਫੇ ਨੁਕਸਾਨ ਦੀ ਜਿਹੜੀ ਬਿਰਤੀ ਹੈ ਨਾ, ਹਰ ਗੱਲ 'ਚੋਂ ਨਫਾ ਕੀ ਹੋਇਆ, ਨੁਕਸਾਨ ਕੀ ਹੋਇਆ, ਇਹ ਲੰਮੇ ਦਾ ਤੋਂ ਹੈ ਕਿ ਮਰ ਚੁੱਕੀਆਂ ਸਿੱਖ ਪਰੰਪਰਾਵਾਂ ਨੂੰ ਮੁੜ ਕੇ ਜੀਵਤ ਕਰਨ ਵਾਸਤੇ ਤੇ ਸਿੱਖ ਨੂੰ ਆਪਣੇ ਆਤਮਿਕ ਸੋਮੇ ਨਾਲ ਜੋੜਨ ਵਾਸਤੇ ਇਹ ਜੰਗ ਬਹੁਤ ਜ਼ਰੂਰੀ ਸੀ, ਭਾਵੇਂ ਦੁਸ਼ਮਣ ਚਾਹੁੰਦਾ ਹੋਵੇ ਨਾ ਚਾਹੁੰਦਾ। ਇਹ ਦੁਸ਼ਮਣ ਨੇ ਆਪਦੇ ਗਲ ਫਾਹੀ ਪਾ ਲਈ, ਇਹ ਗੱਲ ਵੱਖਰੀ ਹੈ। ਸੋ ਆਤਮਿਕ ਸੋਮੇ ਨਾਲ ਜੋੜੇ ਬਗੈਰ ਸਿੱਖ ਨੇ ਬਚਣਾ ਨਹੀਂ ਸੀ। ਸਿੱਖ ਦੇ ਤੌਰ ਤੇ ਉਹ ਫਿਰ ਉਹ ਤਾਂ ਦੂਜੇ ਸੀ, ਜਿਵੇਂ ਅੱਜ ਦੂਜੇ ਸਿੱਖ ਤੋਂ ਲਾਸ਼ਾਂ ਤੁਰੀਆਂ ਫਿਰਦੀਆਂ। ਸੋ ਇਹ ਜੋ ਕੁਛ ਅੱਜ ਬਚਾਅ ਹੋਇਆ ਸਿੱਖ ਦਾ, ਉਹ ਇਸੇ ਕਰਕੇ ਹੋਇਆ। ਤੇ ਇਹ ਸਟੇਟ ਵੀ ਜਿਹੜੀ ਹੈ ਉਹਨੂੰ ਵੀ ਉਹਦੇ ਵੀ ਜਿਹੜੇ ਥਿੰਕਰ ਨੇ ਸੀਰੀਅਸ, ਉਹ ਇਸ ਵਿਚਾਰ ਤੇ ਖੜੇ ਨੇ ਕਿ ਇਹ ਬਹੁਤ ਵੱਡੀ ਮਿਸਕੈਲਕੂਲੇਸ਼ਨ ਹੋਈ।
कौन कहता कि स्टेट ऐ चाहते होणगे उदों, पर जदों वो रिव्यू कर रहे हैं कि बहुत बड़ी मिसकैलकुलेशन होगी, सातों हालात ठीक तरह भापेगी, ऐ लैने दे देने पै जाणगे। सो इस तरह देखना चाहिए, एक बड़ी तस्वीर या बड़ी पिक्चर दे विच रख के गल्लां नूं। ते दूजी गल जिहड़ा साडा रैफरेंस पॉइंट है वो साडा वो बनना चाहिए, साडा गुरु ग्रंथ साहब ते साडे जो सिख भरा। क्योंकि मैं फिर उस गल ते एम्फेसाइज कर रहा, सिख नूं फ्यूचर दे विच भी जंगां दे अनुभव चों निकलना पऊ, उदों बिना सिख दी शख्सियत अधूरी है। ਉਹਦੀ चेतना ने जो सिखर ते पहुंचना है, रूहानी जलाल दे सिखर ते जे पहुंचना है, तो जंग ते शहादत ये तू बिना, ये गुरु ने सानू साजे ही इस तरह, अध्यात्मक बनतर बनी इस तरह। बहुत कमजोरियां आ जानियां, आईयां ते आईयां पईयां, जो जंग तो डरन लग गया बंदा, जंग का शौक नहीं पर जंग का डर भी कोई। तो ये एक सानू सोच अपना के चलना चाहिए। नहीं ब्लैकमेल होवांगे, स्टेट का बहुत ताकतवर है, बार बार ब्लैकमेल करो, जा किया तुहानू आ नतीजे भुगतने पैणगे, भुगत रहे, ठीक है, बड़ी शान ना भुगते सिखा ने, अज भी भुगत रहे। सो ये जिहड़े इस तरह के बंदे नैगेटिव बिरती वाले कौम के जिन्नी बेदरी फैला रहे हैं, हुण जिन्ने बंदे इन्ने इन्ने सालों तो जेलों के बैठे न, नहीं झुक रहे, फिर भी हौसले बुलंद न, तुसीं तां उन्हां दा अपमान कर रहे हो, मतलब इस तरह दी गल्लां खड़ियां करके। मैनू एक समागम ते एक बंदा मिलिया दिल्ली दे विच, कहंदा जी तुहानू लगदा नहीं कि साडा नुकसान बहुत हो गया, फायदा घट होया। मैं कहा की नुकसान हो गया? कहंदा बंदे बहुत मर गए। मैं कहा तुहाडा कोई मरिया? कहंदा साडा तां नहीं कोई मरिया। मैं कहा जिन्हां दे मर गए तां मान कर रहे ने आपदे शहीदां ते, तेरा कोई मरिया भी नहीं, तू इत्थे बैठा दिल्ली च बैठा रोई जाना। सो ये जिहड़ी हैगी है ना सोच इस तरह की, ये कौम नूं बहुत नुकसान। अपोलोजैटिक ना होवो, इस जंग ने सानू बहुत कुछ दिता, इस जंग तो बिना साडा बहुत कुछ खुर जाना सी, टुट जाना सी, असीं जिउण जोगे नहीं सी रहना, असीं किते आपदे गुरुआं दा नाम लैण जोगे नहीं सी रहना। बस ਤੁਸੀਂ ਬਹੁਤ ਹੀ ਜ਼ਰੂਰੀ ਗੱਲਾਂ ਤੇ ਟੱਚ ਕੀਤਾ, ਤੇ ਜਿਹੜੀ ਅੱਜ ਦਾ ਕਹਿ ਲਓ ਜਿਹੜਾ ਇੱਕ ਨਾ ਸਾਰਿਆਂ ਦੇ ਸੰਗਤਾਂ ਦੇ ਮਨ ਦੇ ਵਿੱਚ ਗੱਲ ਬੈਠ ਚੁੱਕੀ ਹੈਗੀ ਆ, ਤੇ ਜਿਹੜੀ ਆਪਣੀ ਜੇ ਆਪਾਂ ਇਤਿਹਾਸਿਕ ਸੋਚ ਦੇਖੀਏ ਤੇ ਅੱਜ ਦੀ ਸੋਚ ਵਿੱਚ ਦੇਖੀਏ ਬਹੁਤ ਵੱਡਾ ਫਰਕ ਆ। ਪਹਿਲਾਂ ਆਪਾਂ ਮਾਨ ਕਰਦੇ ਸੀ ਆਪਣੇ ਗੁਰੂ ਸਾਹਿਬਾਨ ਨੇ, ਸਮੇਂ ਦੀ ਸਰਕਾਰ ਜਿੱਥੇ ਉਹ ਗਲਤ ਸੀ ਉਹਨਾਂ ਦੇ ਮੂਹਰੇ ਉਹਨਾਂ ਡਟ ਕੇ ਖੜੇ ਸੀ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਆਖਿਆ ਸੀ। ਅੱਜ ਦੇ ਸਮੇਂ ਦੇ ਵਿੱਚ ਕਦੀ ਵੀ ਆਪਾਂ ਏਦਾਂ ਸੋਚਦੇ ਹਾਂ ਵੀ ਜਿਹੜੀ ਆਪਣੇ ਹੱਕ ਲਈ ਲੜਨਾ ਜਾਂ ਹਿੰਸਾ ਨੂੰ ਵਰਤਣਾ, ਉਹਦੀ ਮੋਨੋਪਲੀ ਆਪਾਂ ਸਟੇਟ ਨੂੰ ਫੜਾ ਦਿੱਤੀ ਆ, ਵੀ ਉਹ ਸਟੇਟ ਦਾ ਹੀ ਹੱਕ ਆ, ਬਾਕੀ ਕਿਸੇ ਹੋਰ ਕੋਲੇ ਇਸ ਟੂਲ ਨੂੰ ਵਰਤਣ ਦਾ ਹੱਕ ਹੈ ਨਹੀਂਗਾ। ਤੇ ਸਟੇਟ ਵੀ ਇਹੀ ਆਪਣਾ ਆਈਡੀਆ ਪੁਸ਼ ਕਰਦੀ ਹੈ ਵੀ ਜੇ ਕਿਸੇ ਨੇ ਵੀ ਹਿੰਸਾ ਨੂੰ ਅਪਣਾਇਆ ਤਾਂ ਆਲਰੇਡੀ ਉਹ ਡਿਲੀਜੀਟਮਾਈਜ਼ ਹੋ ਚੁੱਕਿਆ ਹੈ, ਵੀ ਉਹਦੀ ਕੋਈ ਸਹੀ ਗੱਲ ਹੀ ਨਹੀਂ ਹੈਗੀ। ਉਹ ਭਾਵੇਂ ਆਪਾਂ ਇੱਥੇ ਵੈਸਟ ਦੇ ਵਿੱਚ ਦੇਖੀਏ ਜਿਹੜੇ ਰੇਸ਼ੀਅਲ ਮੂਵਮੈਂਟਸ ਹੈਗੀਆਂ ਨੇ, ਉਹਨਾਂ ਦੇ ਵਿੱਚ ਜਿਵੇਂ ਬਲੈਕ ਪੈਂਥਰਸ ਹੋ ਗਏ ਜਾਂ ਹੋਰ ਉਹਨਾਂ ਦੇ ਵਿੱਚ ਦੇਖਦੇ ਆ, ਆਪਣੀ ਕੋਈ ਵੀ ਮੂਵਮੈਂਟ ਹੋਵੇ, ਤੇ ਇਹ ਜਿਹੜੀ ਵਾਇਲੈਂਸ ਦੀ ਗੱਲ ਜਦੋਂ ਆ ਜਾਂਦੀ ਹੈਗੀ ਆ, ਤੇ ਦੇਖਣਾ ਵੀ ਕਿਹੜੀਆਂ ਸਟੇਟਸ ਆਪਾਂ ਨੂੰ ਦੱਸ ਰਹੀਆਂ ਇਹ ਵਾਇਲੈਂਸ ਵੀ ਇਹ ਗਲਤ ਆ, ਤੇ ਉਹਨਾਂ ਦੇ ਆਪਣਾ ਇਤਿਹਾਸ ਕੀ ਰਿਹਾ, ਜਿਵੇਂ ਇੰਗਲੈਂਡ ਹੋ ਜਾਏ ਜਾਂ ਹੋਰ ਹੋ ਜਾਏ, ਜਿਨ੍ਹਾਂ ਨੇ ਪੂਰੀ ਦੁਨੀਆ ਤੇ ਹਿੰਸਾ ਦੇ ਨਾਲ ਹੀ ਰਾਜ ਕੀਤਾ ਸੀ, ਤੇ ਉਹੀ ਜੇ ਹਕੂਮਤਾਂ ਅੱਜ ਆਪਾਂ ਨੂੰ ਦੱਸਦੀਆਂ ਵੀ ਨਹੀਂ, ਜੇ ਤੁਸੀਂ ਆਪਣੇ ਹੱਕ ਦੀ ਗੱਲ ਕਰਦੇ ਹੋ ਜਾਂ ਆਪਣੇ ਸਰਵਾਈਵਲ ਦੀ ਗੱਲ ਕਰਦੇ ਹੋ, ਤੇ ਉੱਥੇ ਤੁਸੀਂ ਹਿੰਸਾ ਦੀ ਗੱਲ ਨਹੀਂ ਕਰ ਸਕਦੇ, ਹਾਲਾਂਕਿ ਇਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਇਹ ਹਿੰਸਾ ਵੱਲੋਂ ਕੀਤਾ ਸੀ। ਸੋ ਆਈ ਥਿੰਕ ਉਹ ਬਹੁਤ ਹੀ ਜ਼ਰੂਰੀ ਗੱਲ ਹੈਗੀ, ਜਿਹੜੀ ਆਪਾਂ ਨੂੰ ਸੋਚਣਾ ਵੀ ਚਾਹੀਦਾ, ਵਿਚਾਰ ਕਰਨਾ ਚਾਹੀਦਾ ਸਾਰਿਆਂ ਨੂੰ ਉਹਦੇ ਉੱਤੇ। ਤੇ ਬਾਕੀ ਜਿਵੇਂ ਤੁਸੀਂ ਆਖਿਆ ਹੀ ਹੈਗਾ, ਰੂਹਾਨੀਅਤ ਦੀ ਥਰੂ, ਰੂਹਾਨੀਅਤ ਤੇ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਆਪਾਂ ਛੱਡ ਕੇ ਕਦੀ ਵੀ ਇਸ 1984 ਦੀ ਗੱਲ ਹੋਵੇ, ਭਾਵੇਂ ਅੱਜ ਦੇ ਮੌਜੂਦਾ ਸੰਘਰਸ਼ ਦੀ ਗੱਲ ਹੋਵੇ, ਜਾਂ ਆਪਣਾ ਭਵਿੱਖ ਕਿੱਥੇ ਹੈ ਉਹਦੀ ਗੱਲ ਹੋਵੇ, ਆਪਾਂ ਉਸ ਚੀਜ਼ਾਂ ਤੋਂ ਸਾਈਡ ਤੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਗੱਲ ਨਹੀਂ ਕਰ ਸਕਦੇ, ਉਹਨਾਂ ਨੂੰ ਮੁੱਖ ਰੱਖ ਕੇ ਹੀ ਗੱਲ ਕਰਨੀ ਚਾਹੀਦੀ। ਵੈਸੇ ਆਪਣਾ ਸਮਾਂ ਜਿਹੜਾ ਹੈਗਾ ਆ ਉਹ ਤਕਰੀਬਨ ਉੱਪਰ ਹੀ ਹੋ ਗਿਆ, ਪਰ ਇੱਕ ਸਵਾਲ ਜਿਹੜਾ ਕਾਫੀ ਵਾਰ ਆਇਆ ਹੈ, ਤੇ ਵੈਸੇ ਵੀ ਗਾਹੇ ਵਗਾਹੇ ਇਹ ਸਵਾਲ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਹਰ ਬੰਦੇ ਦੇ ਜ਼ਿਹਨ 'ਚ ਹੁੰਦਾ ਹੈ, ਤਾਂ ਮੈਂ ਸਾਂਝੇ ਰੂਪ ਦੇ ਵਿੱਚ ਹੀ ਡਾਕਟਰ ਗੁਰਪ੍ਰੀਤ ਸਿੰਘ ਤੇ ਅਜਮੇਰ ਸਿੰਘ ਹੋਣਾ ਨੂੰ ਇਹ ਸਵਾਲ ਕਰੂੰਗਾ। ਤੇ ਇਹਨੂੰ ਵੈਸੇ ਤਾਂ ਇਹ ਸਵਾਲ ਆਪਣੇ ਆਪ ਦੇ ਵਿੱਚ ਸ਼ਾਇਦ ਕਾਫੀ ਲੰਬੀ ਜਿਹੜੀ ਹੈਗੀ ਹੈ ਵਿਚਾਰ ਚਰਚਾ ਦੀ ਮੰਗ ਕਰਦਾ ਹੈ, ਪਰ ਆਪਾਂ ਇਨ ਸ਼ਾਰਟ ਇਹਨੂੰ ਜਿੰਨਾ ਵੀ ਸੰਖੇਪ ਦੇ ਵਿੱਚ ਕਰ ਸਕੀਏ ਤੇ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਜੀ। ਸਵਾਲ ਹੈ ਕਿ ਜਿਸ ਤਰ੍ਹਾਂ ਦਾ ਹੁਣ ਮਾਹੌਲ ਹੈ, ਤੇ ਇਹਦੇ ਵਿੱਚ ਜੋ ਬੇਈਮਾਨੀ ਜਿਹੜੀ ਵੱਧ ਰਹੀ ਆ, ਕਿਸੇ ਦੇ ਵਿੱਚ ਵੀ ਉਹ ਇਮਾਨਦਾਰੀ ਜਾਂ ਭਰੋਸੇਯੋਗਤਾ ਸਾਨੂੰ ਨਹੀਂ ਲੱਗ ਰਹੀ। ਉਹ ਭਾਵੇਂ ਆਪਣੇ ਆਗੂ ਨੇ, ਭਾਵੇਂ ਗੁਰਦੁਆਰਾ ਕਮੇਟੀਆਂ ਨੇ, ਤੇ ਭਾਵੇਂ ਇੱਕ ਆਪਣੇ ਉਹ
ਗਵਾਂਢ ਤੱਕ ਵੀ ਉਹ ਗੱਲ ਜਿਹੜੀ ਆ ਉਹ ਕਹਿੰਦਾ ਵੇਖਣ ਨੂੰ ਆ ਰਹੀ ਹੈ। ਤੇ ਅਸੀਂ ਇਸ ਮਾਹੌਲ, ਸਾਰੇ ਮਾਹੌਲ ਦੇ ਵਿੱਚ ਕਿਵੇਂ ਕਦਮ ਅੱਗੇ ਪੱਟੀਏ, ਕਿਵੇਂ ਕਿਹਦੇ ਨਾਲ ਚੱਲਣਾ ਹੈ ਜਾਂ ਨਹੀਂ, ਇਸ ਸਾਰੇ ਗੱਲ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ। ਤੇ ਉਹ ਸਾਰੇ ਦੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਕਿ ਇਹਦਾ ਕੀ ਹੁਣ ਦੇ ਮਾਹੌਲ ਦੇ ਵਿੱਚ ਆਪਾਂ ਕੀ ਇਹਦਾ ਹੱਲ ਹੈਗਾ? ਇਹਦਾ ਜਵਾਬ ਤਾਂ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਮਿਲ ਜਾਂਦਾ ਹੈ। ਅਸਲ ਦੇ ਵਿੱਚ ਜਦੋਂ ਅਸੀਂ ਇਹਦਾ ਮੁੱਖ ਜਿਹੜਾ ਸਵਾਲ ਉਹ ਇਹੀ ਹੈ ਕਿ ਆਗੂ ਸਾਡੇ ਜਿਹੜੇ ਉਹ ਬੇਈਮਾਨ ਹੋ ਚੁੱਕੇ ਨੇ। ਇਹ ਫਿਰ ਆਗੂ ਦੀ ਚੋਣ ਦੇ ਉੱਤੇ ਆਉਂਦਾ। ਦੇਖੋ ਕਿ ਜੇ ਜ਼ਕਰੀਆ ਖਾਨ ਨਵਾਬੀ ਭੇਜ ਰਿਹਾ ਹੈ ਸਿੱਖਾਂ ਨੂੰ, ਤਾਂ ਸਿੱਖ ਜਿਹੜੇ ਨੇ ਉਹ ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ ਹੈਗਾ। ਪਰ ਉਹਨਾਂ ਨੇ ਜੇ ਇੱਕ ਉਹਦੇ ਵਿੱਚੋਂ, ਆਪਣੇ ਸਾਰੇ ਸਮੂਹ ਦੇ ਵਿੱਚੋਂ ਇੱਕ ਸਿੱਖ ਚੁਣਿਆ ਹੈ, ਤੇ ਉਹ ਸਿੱਖ ਚੁਣਿਆ ਹੈ ਵੀ ਜਿਹੜਾ ਸੇਵਾ ਕਰ ਰਿਹਾ ਹੈ, ਔਰ ਜਿਹਦੇ ਸਿਰ ਦੇ ਉੱਤੇ, ਮੱਥੇ ਦੇ ਉੱਤੇ ਇੱਕ ਵੱਡਾ ਫੱਟ ਲੱਗਾ ਹੋਇਆ ਹੈ, ਤੇ ਉਸ ਦੇ ਉੱਤੇ ਜਿਹੜਾ ਵਾ ਫੱਟ ਦੇ ਉੱਪਰ ਜਿਹੜਾ ਵਾ ਇੱਕ ਕੱਪੜਾ ਬੱਧਾ ਹੋਇਆ ਹੈ, ਔਰ ਉਹ ਸਿੰਘ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਵੀ ਜੂਝਿਆ ਹੈ, ਜਿਹੜਾ ਸਿੰਘਾਂ ਦੀ ਸੇਵਾ ਵੀ ਕਰ ਰਿਹਾ ਹੈ, ਉਸ ਨੂੰ ਨਵਾਬੀ ਜਿਹੜੀ ਆ ਲਈ ਪੇਸ਼ਕਸ਼ ਕੀਤੀ, ਪਰ ਉਹ ਵੀ ਨਵਾਬੀ ਨਹੀਂ ਲੈ ਰਿਹਾ। ਉਹ ਕਹਿ ਰਿਹਾ ਕਿ ਨਵਾਬੀ ਮੈਂ ਤਾਂ ਲੈਣੀ ਹੈ ਜੇ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਇਹ ਨਵਾਬੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ। ਜਿੰਨਾ ਚਿਰ ਤੱਕ ਅਸੀਂ ਨਵਾਬ ਕਪੂਰ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਆਪਣੇ ਆਗੂ ਨਹੀਂ ਚੁਣਦੇ, ਉਸ ਤਰ੍ਹਾਂ ਦੀ ਸਿਲੈਕਸ਼ਨ ਦੇ ਵਿੱਚੋਂ ਕੱਢ ਕੇ ਅਸੀਂ ਆਗੂ ਨਹੀਂ ਚੁਣਦੇ, ਉਹਨਾਂ ਚਿਰ ਸਾਨੂੰ ਆਗੂ ਬੇਈਮਾਨ ਹੀ ਜਿਹੜੇ ਆ ਉਹ ਮਿਲਦੇ ਰਹਿਣਗੇ। ਜਿਹੜਾ ਮਸਲਾ ਹੈ ਨਾ, ਇਹ ਹੈਗਾ ਕਿਰਦਾਰ ਦਾ, ਇਖਲਾਕ ਦਾ। ਤੁਹਾਡਾ ਕਹਿਣ ਤੋਂ ਇਹ ਭਾਵ ਹੈ ਕਿ ਸਿੱਖਾਂ ਦਾ ਇਖਲਾਕ ਗਿਰ ਗਿਆ। ਹੁਣ ਆਪਾਂ ਦੇਖੀਏ ਇਖਲਾਕ ਕਦੋਂ ਗਿਰਦਾ ਤੇ ਕਦੋਂ ਬੁਲੰਦ ਹੁੰਦਾ। ਸਾਰਾ ਇਤਿਹਾਸ ਪਿਆ ਸਾਡੇ ਸਾਹਮਣੇ, ਸ਼ੀਸ਼ਾ ਪਿਆ, ਉਹਦੇ ਵਿੱਚ ਆਪਾਂ ਦੇਖ ਸਕਦੇ। ਸੋ ਇਖਲਾਕ ਬਣਦਾ ਹੈ ਇੱਕ ਅਧਿਆਤਮਿਕ ਅਨੁਭਵ ਰਾਹੀਂ। ਇਸ ਤਰ੍ਹਾਂ ਬਣਾਇਆ ਸੀ ਗੁਰੂਆਂ ਨੇ। ਜਿਹੜਾ ਖਾਲਸਾ ਸਾਜਿਆ ਹੈ, ਜਿਹੜਾ ਇੱਕ ਚੱਲਿਆ ਸਲੋ, ਹੌਲੀ ਹੌਲੀ, ਪੜਾਅ ਦਰ ਪੜਾਅ, ਉਹ ਕੀ ਕੀਤਾ ਸੀ ਕਿ ਉਹਨਾਂ ਦੇ ਵਿੱਚੋਂ ਹਰ ਕਿਸਮ ਦਾ ਜਿਹੜਾ ਵਿਕਾਰ ਸੀ ਮਨਾਂ ਦੇ ਵਿੱਚੋਂ ਉਹ ਕੱਢ ਦਿੱਤਾ ਸੀ। ਕਿ ਉਹ ਕਿਸੇ ਇੱਕ ਝਟਕੇ ਨਾਲ ਨਹੀਂ ਸੀ ਕੱਢ ਦਿੱਤਾ। ਉਹ ਵਿਕਾਰ ਕਿਵੇਂ ਨਿਕਲਦਾ ਇਹਦੀ ਵੀ ਉਹਨਾਂ ਨੇ ਇੱਕ ਪੂਰੀ ਜੁਗਤ ਦੱਸੀ, ਜਿਹਨੂੰ ਅਸੀਂ ਆਮ ਨਾਮ ਸਿਮਰਨ ਕਹਿ ਦਿੰਦੇ ਹਾਂ। ਅੱਜ ਸਾਡੇ ਪ੍ਰਚਾਰਕਾਂ ਨੇ ਇਹਨੂੰ ਜਾਂ ਸਾਡੇ ਲੋਕਾਂ ਨੇ ਬਦਨਾਮ ਕਰਤਾ, ਕਿਉਂਕਿ ਇਹਨੂੰ ਨਾਮ ਸਿਮਰਨ ਬਾਰੇ ਇੱਕ ਹੋਰ ਕਿਸਮ ਦੀ ਧਾਰਨਾ ਪ੍ਰਚਲਿਤ ਹੋ ਗਈ। ਨਾਮ ਸਿਮਰਨ ਦਾ ਮਤਲਬ ਤਾਂ ਇਹ ਹੈ ਵੀ ਤੁਹਾਡੀ ਜਦੋਂ ਲਿਵ ਜਿਹੜੀ ਹੈ ਉਹ ਅਕਾਲ ਪੁਰਖ ਨਾਲ ਜਾ ਜੁੜਦੀ। ਤੇ ਜਦੋਂ ਬੰਦਾ ਕਿਤੇ ਅਕਾਲ ਪੁਰਖ ਨਾਲ ਜੁੜੂਗਾ, ਕੀ ਉਹ ਮਨੋਵਿਕਾਰ ਕਿਤੇ ਉਹਦੇ ਮਨ 'ਚ ਟਿਕ ਸਕੂ? ਦੋ ਚੀਜ਼ਾਂ ਟਿਕ ਨਹੀਂ ਸਕਦੀਆਂ ਬੰਦੇ ਦੇ ਮਨ 'ਚ, ਜਾਂ ਵੈਗਰੂ ਹੋ ਜਾਂ ਵਿਕਾਰ ਹੋਣ। ਜਿੰਨਾ ਚਿਰ ਵਿਕਾਰ ਨਹੀਂ ਨਿਕਲਣਗੇ ਵੈਗਰੂ ਨਹੀਂ ਆਊ, ਜਿੰਨਾ ਚਿਰ ਵੈਗਰੂ ਨਹੀਂ ਆਊ ਉਹ ਇਖਲਾਕ ਨਹੀਂ ਬਣ। ਸੋ ਅਸੀਂ ਸ਼ਾਰਟਕਟ ਭਾਲਦੇ ਹਾਂ। ਅੱਜ ਜਿਹੜੇ ਬੰਦੇ ਸਾਡੇ ਕੁਝ ਪ੍ਰਚਾਰਕ ਗਿਆਨ ਤੇ ਜ਼ੋਰ ਲਾ ਰਹੇ ਨੇ, ਗਿਆਨ ਨਾਲ ਇਖਲਾਕ ਨਹੀਂ ਬਣਦੇ। ਅਕਲ ਤਿੱਖੀ ਹੋ ਸਕਦੀ ਹੈ, ਅਕਲ ਨਾਲ ਬੰਦਾ ਸਾਜ਼ਿਸ਼ਾਂ ਕਰ ਸਕਦਾ ਹੈ, ਅਕਲ ਨਾਲ ਉਹਨੂੰ ਹਉਮੈ ਵੱਧ ਸਕਦੀ ਹੈ, ਉਹਦੀ ਸਮਰੱਥਾ ਵੱਧ ਸਕਦੀ, ਪਰ ਉਹਦੇ 'ਚ ਉਹ ਸੁੱਚਤਾ ਨਹੀਂ ਆ ਸਕਦੀ। ਫਿਰ ਤਾਂ ਦੁਨੀਆ 'ਚ ਜਿੰਨੇ ਬੰਦੇ ਹੋਰ ਗਿਆਨਵਾਨ, ਫਿਰ ਤਾਂ ਪੱਛਮ ਸਾਰਾ ਹੀ ਬਹੁਤ ਸੁੱਚਾ ਹੁੰਦਾ। ਉਹ ਹੁਣ ਉਹਦਾ ਸਾਰਾ ਕੁਝ ਸਾਨੂੰ ਨੰਗਾ ਦਿਸ ਰਿਹਾ, ਪੱਛਮ ਦਾ ਬੰਦਾ ਕੀ ਬਣਿਆ ਤੇ ਕੀ ਕੁਛ ਕਰ ਰਹੇ। ਸੋ ਇਸ ਕਰਕੇ ਇਹ ਤਾਂ ਕਿਰਦਾਰ ਦੀ ਉਸਾਰੀ ਦੀ ਗੱਲ ਹੈ, ਇਹਦਾ ਕੋਈ ਸ਼ਾਰਟਕਟ ਨਹੀਂ। ਸੋ ਨਾਮ ਸਿਮਰਨ ਰਾਹੀਂ ਉਸ ਅਨੁਭਵ ਦੇ ਤੋਂ ਬਿਨਾਂ ਇਹ ਕਿਰਦਾਰ ਇਸ ਤਰ੍ਹਾਂ ਸਿਰਜੇ ਨਹੀਂ ਜਾ ਸਕਦੇ। ਇਹ ਗੁਰੂਆਂ ਨੇ ਵੀ ਦਿਖਾਇਆ, ਇਤਿਹਾਸ ਦੇ ਅਮਲ ਨੇ ਦਿਖਾਇਆ, ਤੇ ਰੀਸੈਂਟਲੀ ਸੰਤ ਜਰਨੈਲ ਸਿੰਘ ਨੇ ਦਿਖਾਇਆ, ਜਿੱਥੇ ਅਕਾਲੀਆਂ ਨਾਲੋਂ, ਬਾਕੀਆਂ ਨਾਲੋਂ, ਸਾਰਿਆਂ ਨਾਲੋਂ ਇੱਕ ਵੱਖਰੀ ਕਿਸਮ ਦੇ ਇਨਸਾਨ ਉਹ ਸਿਰਜ ਕੇ ਦਿਖਾਤੇ, ਜਿਹੜੇ ਅੱਜ ਦੇ ਯੁੱਗ 'ਚ ਜਿੱਥੇ ਪਦਾਰਥਵਾਦ ਦਾ ਇੰਨਾ ਬੋਲਬਾਲਾ ਹੈ, ਉੱਥੇ ਵੀ ਉਹ ਹਰ ਕਿਸਮ ਦੀ ਗਰਜ ਤੋਂ ਉੱਪਰ ਉੱਠ ਕੇ ਆਪਾਂ ਕੁਰਬਾਨ ਕਰ ਸਕਦੇ ਨੇ, ਹੱਸ ਹੱਸ ਕੇ ਕਰ ਸਕਦੇ ਨੇ, ਤੇ ਉਸੇ ਜਲਾਉ 'ਚ ਆ ਕੇ ਕਰ ਸਕਦੇ ਨੇ। ਸੋ ਇਹਦਾ ਹੋਰ ਕੋਈ ਸ਼ਾਰਟਕਟ ਨਹੀਂ। ਬਹੁਤ ਬਹੁਤ ਜ਼ਿਆਦਾ ਮਿਹਰਬਾਨੀ ਡਾਕਟਰ ਗੁਰਪ੍ਰੀਤ ਸਿੰਘ ਤੇ ਭਾਈ ਅਜਮੇਰ ਸਿੰਘ ਜੀ। ਵੈਸੇ ਕਾਫੀ ਜ਼ਿਆਦਾ ਸਵਾਲ ਜਿਹੜੇ ਆ ਸਾਨੂੰ ਦਰਸ਼ਕਾਂ ਵੱਲੋਂ ਆ ਰਹੇ ਸੀ, ਪਰ ਸਮਾਂ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਉੱਪਰ ਹੋ ਚੁੱਕੇ ਆ, ਤੇ ਆਪਾਂ ਇਸ ਸਮਾਗਮ ਦੀ ਹੁਣ ਸਮਾਪਤੀ ਕਰਨੀ ਹੈ। ਤੇ ਜਿਸ ਤਰ੍ਹਾਂ ਭਾਈ ਅਜਮੇਰ ਸਿੰਘ ਹੋਣਾ ਨੇ ਤੇ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੇ ਦੱਸਿਆ ਕਿ ਸੋ ਇਹ ਜਿੱਦਾਂ ਆਪਾਂ ਪਵਿੱਤਰ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਇਹ ਯਾਦ ਮਨਾ ਰਹੇ ਹਾਂ, ਤੇ ਇਹ ਰਸਤਾ ਬਹੁਤ ਜ਼ਿਆਦਾ ਲੰਬਾ ਹੈ। ਇੱਥੇ ਨਾ ਰੀਸ ਚੱਲ ਸਕਦੀ ਹੈ, ਨਾ ਇੱਥੇ ਕੋਈ ਸ਼ਾਰਟਕਟ ਚੱਲਦਾ।
ਤੇ ਇਹ ਚੀਜ਼ਾਂ ਨੂੰ ਨਾ ਆਪਾਂ ਕੋਈ ਦੁਨਿਆਵੀ ਨਾਪ ਤੋਲ ਦੇ ਨਾਲ ਆਪਾਂ ਸਮਝ ਸਕਦੇ ਹਾਂ, ਤਾਂ ਇਹ ਪਵਿੱਤਰ ਰੂਹਾਂ ਨੂੰ ਯਾਦ ਕਰਨ ਲਈ ਸਾਨੂੰ ਸਾਡੇ ਕਦਮ ਜਿਹੜੇ ਆ, ਸਾਡੇ ਅਮਲ ਜਿਹੜੇ ਆ, ਉਹ ਵੀ ਓਨੇ ਹੀ ਪਵਿੱਤਰ ਹੋਣੇ ਚਾਹੀਦੇ ਆ, ਤੇ ਸਾਡੇ 'ਚ ਬੰਦਗੀ, ਸਾਡਾ ਤਿਆਗ ਹੋਣਾ ਚਾਹੀਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੀ ਰਵਾਇਤ ਨੂੰ ਇੱਕ ਉਹ ਧੁਰਾ ਸਾਡਾ ਹੋਣਾ ਚਾਹੀਦਾ ਸਾਡੇ ਸਾਰੇ ਅਮਲ ਦਾ। ਫਿਰ ਕਿਤੇ ਜਾ ਕੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਸਮਝ ਆਉਣਗੀਆਂ, ਤੇ ਇਹਦੇ ਚੋਂ ਸਾਨੂੰ ਇਹ ਸਾਰੇ ਘੱਲੂਘਾਰਿਆਂ ਦੇ ਵਿੱਚੋਂ ਸਾਨੂੰ ਚਾਨਣ ਮਿਲੂਗਾ, ਤੇ ਫਿਰ ਹੀ ਅਸੀਂ ਕਿਤੇ ਗੁਰੂ ਪਾਤਸ਼ਾਹ ਜਾ ਕੇ ਮਿਹਰ ਕਰਨਗੇ, ਤੇ ਅਸੀਂ ਉਹ ਜਿਹੜੀਆਂ ਰੂਹਾਂ ਜਿਹੜੀਆਂ ਬਿਨਾਂ ਦੋ ਚਿੱਤੀ ਤੋਂ ਸਾਰੀਆਂ ਸ਼ਖਸੀਅਤਾਂ ਸਨ ਜਿਹੜੀਆਂ ਸ਼ਹੀਦ ਹੋਈਆਂ, ਤਾਂ ਉਹਨਾਂ ਦੀਆਂ ਪੈੜਾਂ ਚੋਂ ਅਸੀਂ ਕੋਈ ਸੁੱਚੇ ਰਾਹ ਵੱਲ ਨੂੰ ਜਾਂਦਾ ਜਿਹੜਾ ਹੈਗਾ ਰਾਹ ਲੱਭ ਸਕਾਂਗੇ। ਤੇ ਇਹ ਸਾਰਾ ਸਮਾਗਮ ਦੇ ਵਿੱਚ ਜਿੰਨੇ ਵੀ ਦਰਸ਼ਕ ਸਾਡੇ ਆਨਲਾਈਨ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਸਵਾਲ ਕੀਤੇ ਤੇ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਅਸੀਂ ਨਹੀਂ ਦੇ ਸਕੇ, ਉਹਨਾਂ ਤੋਂ ਮਾਫੀ ਚਾਹੁੰਦੇ ਹਾਂ, ਤੇ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ। ਤੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ, ਇਸ ਸਮਾਗਮ ਦੀ ਜਿਹੜਾ ਹੈਗਾ ਅਗਲੀ ਕੜੀ ਹੈਗੀ ਹੈ, ਉਹਦੇ ਵਿੱਚ ਡਾਕਟਰ ਸਿਕੰਦਰ ਸਿੰਘ ਜੀ ਅਤੇ ਡਾਕਟਰ ਕਮਲਜੀਤ ਸਿੰਘ ਹੋਣੀ ਹੋਣਗੇ। ਤੁਹਾਨੂੰ ਸਾਡੀ ਇਹ ਸਾਰੀ ਗੱਲਬਾਤ ਕਿੱਦਾਂ ਲੱਗੀ ਤਾਂ ਤੁਸੀਂ ਸਾਨੂੰ samvad.blog.com ਤੇ ਜ਼ਰੂਰ ਲਿਖ ਕੇ ਭੇਜਣਾ ਜੀ। ਤੇ ਇੰਨੀਆਂ ਹੀ ਬੇਨਤੀਆਂ ਦੇ ਨਾਲ ਅਸੀਂ ਆਪ ਤੋਂ ਖਿਮਾ ਚਾਹੁੰਦੇ ਹਾਂ। ਸੋ ਕੋਈ ਵੀ ਭੁੱਲ ਚੁੱਕ, ਕੋਈ ਗੱਲ ਘੱਟ ਵੱਧ ਹੋ ਗਈ ਹੋਵੇ, ਸੰਗਤ ਬਖਸ਼ਣਯੋਗ ਹੈ ਤੇ ਗੁਰੂ ਬਖਸ਼ਣਯੋਗ ਹੈ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।